ਅੱਜ ਇਸ ਪ੍ਰੋਗਰਾਮ ਦੇ ਵਿੱਚ ਬੜੀ ਖਾਸ ਗੱਲਬਾਤ ਹੋਣ ਜਾ ਰਹੀ ਹੈ ਕਿਉਂਕਿ ਇਹ ਚਿੰਤਾ ਦਾ ਵਿਸ਼ਾ ਹੈ, ਖਾਸ ਕਰਕੇ ਸਾਡੀ ਕਮਿਊਨਿਟੀ ਦੇ ਨਾਲ ਜੁੜੇ ਯੂਥ ਦਾ। ਜਦੋਂ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਦੇ ਵਿੱਚ ਪੜ੍ਹਨ ਲਈ ਆ ਰਿਹਾ ਹੈ ਯੂਥ, ਆਪਣੇ ਰੌਸ਼ਨ ਭਵਿੱਖ ਦੇ ਲਈ। ਪਰ ਗੱਲ ਇਹ ਹੈ ਕਿ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਉਹ ਇੱਥੇ ਪਹੁੰਚੇ ਨੇ ਅਤੇ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਇੱਥੇ ਆਉਣ ਦੇ ਲਈ ਯਤਨਸ਼ੀਲ ਨੇ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਬਹੁਤ ਸਾਰੇ ਇਸ਼ੂਜ਼ ਇੱਥੇ ਆ ਕੇ ਬਣੇ ਹੋਏ ਆ, ਉਹਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ। ਪਰ ਹੁਣ ਕਿਊਬੈਕ ਦੇ ਵਿੱਚ ਜਦੋਂ 3 ਕਾਲਜਿਸ ਵੱਲੋਂ ਬੈਂਕਰਪਸੀ ਡਿਕਲੇਅਰ ਕੀਤੀ ਗਈ ਹੈ ਅਤੇ ਉਹਦੇ ਨਾਲ ਇਹ ਸਿਚੁਏਸ਼ਨ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਹੈ। ਜੇ ਅਸੀਂ ਇੱਥੇ BC ਦੇ ਵਿੱਚ ਬੈਠੇ ਹਾਂ, ਅਸੀਂ ਇਹ ਕਹੀਏ ਕਿ ਕਿਊਬੈਕ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹਦੇ ਨਾਲ ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ, ਬਹੁਤ ਫਰਕ ਪੈਂਦਾ ਹੈ। ਇੱਕ ਜਿਸ ਮੁਲਕ ਦੇ ਵਿੱਚ ਅਸੀਂ ਬੈਠੇ ਹਾਂ ਉੱਥੇ ਅਸੀਂ ਕਹਿੰਦੇ ਕਿ ਨਿਆਂ ਹੋਣਾ ਚਾਹੀਦਾ, ਜਸਟਿਸ ਹੋਣਾ ਚਾਹੀਦਾ ਹੈ। ਪਰ ਇਹ ਜਿਹੜੇ ਬੱਚੇ ਨੇ ਇਸ ਵੇਲੇ ਲਾਚਾਰ ਮਹਿਸੂਸ ਕਰ ਰਹੇ ਆ, ਜਿਹੜੇ ਇਹਨਾਂ ਕਾਲਜਿਸ ਦੇ ਵਿੱਚ ਪੜ੍ਹਦੇ ਰਹੇ ਨੇ ਅਤੇ ਮੌਂਟਰੀਅਲ ਦੇ ਵਿੱਚ ਨੇ ਬਹੁਤ ਸਾਰੇ ਬੱਚੇ, ਵੱਡੀ ਗਿਣਤੀ ਦੇ ਵਿੱਚ ਬੱਚੇ ਇਸ ਵੇਲੇ ਇੰਡੀਆ ਦੇ ਵਿੱਚ ਵੀ ਨੇ। ਮੈਂ ਇੰਡੀਆ ਦੇ ਵਿੱਚ ਕੁਝ ਸਟੂਡੈਂਟਸ ਦੇ ਨਾਲ ਕੱਲ੍ਹ ਰਾਤੀ ਗੱਲ ਕੀਤੀ। ਮੈਂ ਉਹਨਾਂ ਨੂੰ ਇਹ ਕਹਿ ਰਹੀ ਸੀ, ਮੈਂ ਕਿਹਾ ਮੈਂ ਪ੍ਰੋਗਰਾਮ ਦੇ ਵਿੱਚ ਡਿਸਕਸ਼ਨ ਕਰਨਾ ਚਾਹੁੰਦੀ, ਇਸ ਗੱਲਬਾਤ ਦਾ ਜਿਹੜਾ ਜੜ ਤੱਕ ਪਹੁੰਚਣਾ ਚਾਹੁੰਦੀ ਹਾਂ, ਜੋ ਬੱਚਿਆਂ ਦੇ ਲਈ ਹੋ ਸਕਦਾ ਹੈ, ਜਿਹੜਾ ਨਿਆਂ ਹੈ ਉਹਨਾਂ ਦੇ ਨਾਲ ਹੋਣਾ ਚਾਹੀਦਾ। ਤੁਸੀਂ ਮੈਂ ਕਿਹਾ ਕੀ ਜਾਗ ਸਕੋਗੇ? ਮੇਰਾ ਸ਼ੋਅ ਦੁਪਹਿਰ ਦੇ ਟਾਈਮ ਹੈ, ਤੁਹਾਡੇ ਇੱਥੇ ਅੱਧੀ ਰਾਤ ਤੜਕਾ ਹੋਣਾ। ਉਹ ਕਹਿੰਦੇ ਅਸੀਂ ਤਾਂ ਜੀ ਯੂਜ਼ ਟੂ ਹੋਏ ਹਾਂ, ਕਿਉਂਕਿ ਅਸੀਂ ਤਾਂ ਰੋਜ਼ ਜਾਗਦੇ ਰਹੇ ਹਾਂ। ਅਸੀਂ ਤਾਂ ਪਿਛਲੇ 1.5-2 ਸਾਲ ਤੋਂ ਅਸੀਂ ਔਨਲਾਈਨ ਕਲਾਸਿਸ ਲੈਂਦੇ ਰਹੇ ਹਾਂ ਕਿਉਂਕਿ ਸਮੇਂ ਦਾ ਫਰਕ ਸੀ। ਸੋ ਉਹਨਾਂ ਬੱਚਿਆਂ ਦਾ ਇੰਨਾ ਇੰਪੋਰਟੈਂਟ ਜਿਹੜਾ ਸਮਾਂ ਸੀ, ਉਹਨਾਂ ਨੇ ਦਿਨ ਰਾਤ ਇੱਕ ਕੀਤਾ। ਇਸੇ ਤਰੀਕੇ ਦੇ ਨਾਲ ਮਾਪਿਆਂ ਦਾ ਦਿਨ ਰਾਤ ਮਿਹਨਤ ਕਰਕੇ ਕਮਾਇਆ ਹੋਇਆ ਜਿਹੜਾ ਪੈਸਾ ਸੀ, ਇਸ ਵੇਲੇ ਸਮਾਂ ਅਤੇ ਪੈਸਾ ਦੋਵੇਂ ਉਹਨਾਂ ਨੂੰ ਅਜਾਈ ਗਏ ਪ੍ਰਤੀਤ ਹੋ ਰਹੇ ਨੇ। ਮੈਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਕੁਝ ਸਟੂਡੈਂਟਸ ਦੇ ਨਾਲ ਗੱਲ ਛੇੜਨਾ ਚਾਹੁੰਦੀ ਹਾਂ ਕਿ ਇਸ ਵੇਲੇ ਉਹਨਾਂ ਦੀ ਹਾਲਤ ਕੀ ਹੈਗੀ ਹੈ ਇਹਨਾਂ ਕਾਲਜਿਸ ਦੇ ਬੰਦ ਹੋਣ ਦੇ ਨਾਲ। ਦੂਸਰੀ ਚੀਜ਼, ਸਰਕਾਰ ਦੇ ਪੱਖ ਤੋਂ ਅੱਜ ਸਮਝਣ ਦੀ ਕੋਸ਼ਿਸ਼ ਕਰੀਏ, ਫੈਡਰਲ ਸਰਕਾਰ ਕੀ ਕਰ ਰਹੀ ਹੈ, ਕਿਊਬੈਕ ਸਰਕਾਰ ਕੀ ਕਰ ਰਹੀ ਹੈ, ਇਹਦੇ ਬਾਰੇ ਵੀ ਮੈਂ ਕੰਟੀਨਿਊ ਕਰਨਾ ਚਾਹੁੰਦੀ ਹਾਂ ਕਿ ਬੱਚਿਆਂ ਦੀ ਜਿਹੜੀ ਗੱਲ ਹੈ ਅਤੇ ਉਹਦੀ ਸਿਚੁਏਸ਼ਨ ਬੱਚਿਆਂ ਦੀ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਅੱਜ ਆਪਣੇ ਨਾਲ ਇਸ ਹਿੱਸੇ ਦੇ ਵਿੱਚ ਮੈਂ ਸ਼ਾਮਿਲ ਕਰਾਂਗੀ ਸਾਡੇ ਇੱਥੋਂ ਦੇ MP ਰਣਦੀਪ ਸਰਾਏ, ਜਿਹੜੇ ਖੁਦ ਇੱਕ ਵਕੀਲ ਵੀ ਨੇ। ਇਸ ਕਰਕੇ ਮੈਂ ਉਮੀਦ ਕਰਦੀ ਹਾਂ ਕਿ ਉਹ ਬਿਹਤਰ ਸਲਾਹ ਦੇ ਸਕਣਗੇ। MP ਰਣਦੀਪ ਸਰਾਏ ਹੁਣਾਂ ਨੂੰ ਆਪਣੇ ਨਾਲ ਮੈਂ ਸ਼ਾਮਿਲ ਕਰਾਂਗੀ। ਪਹਿਲਾਂ ਇੱਕ ਜਿਹੜਾ ਸਟੂਡੈਂਟਸ ਦਾ ਹਮਾਇਤੀ ਹੈ, ਉੱਥੇ ਕੁਝ ਕੋਸ਼ਿਸ਼ ਕਰ ਰਿਹਾ ਹੈ ਕਿ ਬੱਚਿਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਥੋੜ੍ਹਾ ਹੌਸਲਾ ਦਿੱਤਾ ਜਾ ਸਕੇ। ਆਪਾਂ ਉਸ ਦੇ ਨਾਲ ਗੱਲ ਕਰਦੇ ਹਾਂ। ਅਮਿਤੋਜ ਸ਼ਾਹ ਮੌਂਟਰੀਅਲ ਤੋਂ ਮੇਰੇ ਨਾਲ ਜੁੜੇ ਨੇ। ਹਾਂਜੀ ਅਮਿਤੋਜ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰੇ ਸ਼ੇਰੇ ਪੰਜਾਬ ਸਿੱਖ ਸਰੋਤਿਆਂ ਨੂੰ। ਮੈਂ ਅਮਿਤੋਜ ਫਰੋਮ ਮੌਂਟਰੀਅਲ। ਅਤੇ ਜਿੱਦਾਂ ਕਿ ਇਹ ਸਾਰਾ ਸਾਡੀ ਤਰਾਸਦੀ ਹੈ ਕਿ ਕਿਊਬੈਕ ਦੇ 3 ਕਾਲਜਿਸ ਬੈਂਕਰਪਸੀ ਡਿਕਲੇਅਰ ਕਰ ਗਏ ਅਤੇ ਉਹਦੇ ਨਾਲ ਕਾਫੀ ਬੱਚੇ ਅਫੈਕਟਿਡ ਹੋਏ ਨੇ। ਅਤੇ ਮੈਂ ਦੱਸਣਾ ਚਾਹੂੰਗਾ ਵੀ ਇਹ ਸਿਲਸਿਲਾ ਹੁਣ ਨਹੀਂ ਸ਼ੁਰੂ ਹੋਇਆ, ਇਹ ਸਿਲਸਿਲਾ ਐਕਚੁਅਲ ਸ਼ੁਰੂ ਹੋਇਆ 2016 'ਚ। 2016 ਲੈਸਟਰ ਬੀ ਪੀਅਰਸਨ ਕਾਲਜ ਜੋ ਕਿ ਬਲੈਕ ਲਿਸਟ ਹੋ ਗਿਆ ਸੀ, ਉਹਦਾ ਮੇਨ ਰੀਜ਼ਨ ਇਹ ਸੀ ਇਹਨਾਂ ਨੇ ਫੇਕ ਸਰਟੀਫਿਕੇਟਸ ਵੰਡੇ ਸੀ ਸਟੂਡੈਂਟਸ ਨੂੰ ਫਰੈਂਚ ਦੇ, ਕਿਉਂਕਿ ਕਿਊਬੈਕ 'ਚ ਫਰੈਂਚ ਇੱਕ ਮੈਂਡੇਟਰੀ ਲੈਂਗੁਏਜ ਹੈ, ਇੱਕ ਅਫੀਸ਼ੀਅਲ ਲੈਂਗੁਏਜ, ਫਸਟ ਲੈਂਗੁਏਜ ਆ। ਪਰ ਇਹ ਪ੍ਰਾਈਵੇਟ ਕਾਲਜਿਸ ਇੰਗਲਿਸ਼ ਚੱਲ ਰਹੇ ਨੇ ਅਤੇ ਇਹਦੇ 'ਚ ਵਿਰੋਧ ਵੀ ਉੱਠਿਆ ਸੀ। ਜਿਹੜੇ ਇੱਥੇ ਦੇ ਪ੍ਰੀਮੀਅਰ ਉਹਨਾਂ ਨੇ ਵੀ ਵਿਰੋਧ ਚੱਕਿਆ ਸੀ, ਜਿੰਨਾ ਸਾਨੂੰ ਜਾਣਕਾਰੀ ਇਸ ਰਿਲੇਟਿਡ ਮਿਲੀ ਹੈ। ਪਰ ਇਹ ਗੱਲ ਦੱਬ ਗਈ ਕਿਉਂਕਿ ਇਹਦੇ 'ਚ ਸਾਨੂੰ ਲੱਗਦਾ ਵੀ ਇਹ ਬਹੁਤ ਵੱਡਾ ਜੋ ਇਨਫੋਰਮੇਸ਼ਨ ਆ ਰਹੀ ਹੈ ਵੀ ਇਹ ਕਾਫੀ ਵੱਡਾ ਨੈਕਸਸ ਹੈ, ਇਹ ਮਾਫੀਆ, ਅਤੇ ਇਹਦੇ 'ਚ ਕਾਫੀ ਬੰਦੇ ਇਨਵੋਲਵ ਹੋ ਸਕਦੇ ਨੇ। ਜਿੰਨੀਆਂ ਪਰਤਾਂ ਆਪਾਂ ਇਹਦੇ ਬਾਰੇ ਜਾਣਕਾਰੀ ਜਾਊਂਗੇ, ਜਿੰਨਾ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੂੰ ਫਿਰ ਬਲੈਕ ਲਿਸਟ ਕਰਤਾ ਸੀ ਬਿਕੋਜ਼ ਦੇ ਡਿਸਟਰੀਬਿਊਟ ਫੇਕ ਸਰਟੀਫਿਕੇਟ ਟੂ ਦਾ ਸਟੂਡੈਂਟਸ ਟੂ ਗੈਟ ਇਮੀਗ੍ਰੇਸ਼ਨ ਹੈਲਪ ਤਾਂ ਫਿਰ ਉਸ ਤੋਂ ਬਾਅਦ ਇਹਨਾਂ ਨੇ ਬੈਂਕਰਪਸੀ ਡਿਕਲੇਅਰ ਕਰਤੀ ਸੀਗੀ ਲੈਸਟਰ ਬੀ ਪੀਅਰਸਨ। ਤਾਂ ਇਹਦੇ ਮਾਲਕ ਸੀਗੀ ਕੈਰਲ, ਅਤੇ ਇਹਨਾਂ ਦੇ ਪਾਰਟਨਰ ਕੁਛ ਇੰਡੀਅਨ ਵੀ ਸੀਗੇ ਪਾਰਟਨਰ, ਅਤੇ ਕੁਛ ਇੱਥੇ ਦੇ ਜਿਹੜੇ ਕਿਊਬੈਕ ਦੇ ਲੋਕਲ ਨੇ ਉਹ ਵੀ ਸੀਗੇ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ 2019 'ਚ ਫੇਰ ਹੋਂਦ 'ਚ ਆਏ। ਇਹਨਾਂ ਨੇ ਰਾਈਜ਼ਿੰਗ ਫਿਊਨਿਕਸ ਕਰਕੇ ਗਰੁੱਪ ਸੀਗਾ, ਉਹਨਾਂ ਦੇ ਵਿੱਚ ਪਾਰਟਨਰਸ਼ਿਪ ਫੇਰ ਕੈਰਲ ਦੀ ਸੀ, ਅਤੇ ਉਹਦੇ ਵਿੱਚ ਕੁਛ ਇੰਡੀਅਨਸ ਜਿਵੇਂ ਕਿ ਨਵੀਨ ਕਾਲੋ ਨਾਮ ਕਰਕੇ ਆ, ਜੋ ਸਾਨੂੰ ਜਾਣਕਾਰੀ ਮੁਤਾਬਕ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਫੇਰ ਦੁਬਾਰਾ ਕਾਲਜਿਸ ਬਾਈ ਕੀਤੇ, ਜਿਹੜੇ ਕਿ 3 ਕਾਲਜਿਸ M ਕਾਲਜ, CDE ਕਾਲਜ
NCCSQ ਕਾਲਜ ਤੇ ਇਹਨਾਂ ਨੇ ਫਿਰ ਬੱਚਿਆਂ ਨੂੰ ਮਤਲਬ ਪਾਰਟਨਰਸ਼ਿਪ ਏਜੰਟਸ ਥਰੂ ਇੰਡੀਆ ਦੇ ਏਜੰਟਸ ਥਰੂ ਇਹਨਾਂ ਨੂੰ ਬੱਚਿਆਂ ਨੂੰ ਇੱਥੇ ਕਾਫੀ ਵੱਡੀ ਗਿਣਤੀ 'ਚ ਬੱਚਿਆਂ ਨੂੰ ਇੱਥੇ ਬੁਲਾਇਆ, ਜਦ ਕਿ ਗਵਰਨਮੈਂਟ ਦਾ ਇੱਕ ਲਾਅ ਹੈ ਵੀ ਇੱਕ ਜਨਵਰੀ ਇਨਟੇਕ ਹੁੰਦਾ, ਇੱਕ ਮਈ ਇਨਟੇਕ ਹੁੰਦਾ, ਇੱਕ ਸੈਪਟੈਂਬਰ ਇਨਟੇਕ ਹੁੰਦਾ ਤੇ ਇੱਕ ਲਿਮਿਟ ਹੁੰਦੀ ਹੈ ਤੁਸੀਂ ਸਟੂਡੈਂਟਸ ਨੂੰ ਬੁਲਾ ਸਕਦੇ ਹੋ ਇੱਕ ਇਨਟੇਕ 'ਚ। ਬਟ ਇਹਨਾਂ ਨੇ ਪ੍ਰਾਈਵੇਟ ਹੋਣ ਕਰਕੇ ਇਹਨਾਂ ਨੇ ਆਪਣਾ ਬਿਜ਼ਨਸ ਸਮਝ ਕੇ ਇਹਨਾਂ ਨੇ ਕੋਈ ਇਹ ਸਾਰੀ ਚੀਜ਼ਾਂ ਦੀ ਉਲੰਘਣਾ ਕਰਕੇ ਇਹਨਾਂ ਨੇ ਕੋਈ ਜਨਵਰੀ ਇਨਟੇਕ ਦੀ ਫੋਲੋ ਅਪ ਨਹੀਂ। ਜੇ ਬੱਚੇ ਫੈਬਰਵਰੀ 'ਚ ਆ ਗਏ ਇਹਨਾਂ ਨੇ ਲਈ ਗਏ, ਮਾਰਚ 'ਚ ਆ ਗਏ, ਮਈ 'ਚ ਆ ਗਏ, ਅਪ੍ਰੈਲ ਹੋਲ ਈਅਰ ਇਹਨਾਂ ਨੇ ਏਦਾਂ ਬੈਚ ਚਲਾਈ ਗਏ ਕੰਟੀਨਿਊਸਲੀ। ਤੇ ਨੰਬਰ ਆਫ ਸਟੂਡੈਂਟਸ ਕੇਮ ਤਾਂ ਇਹ ਵੀ ਮੁੱਦਾ ਉੱਠਿਆ ਸੀ ਵੀ ਪ੍ਰਾਈਵੇਟ ਕਾਲਜਿਸ ਇੰਗਲਿਸ਼ ਕਾਲਜ ਸਪੈਸ਼ਲੀ ਇਨ ਕਿਊਬੈਕ ਵੀ ਏਦਾਂ ਕਿਵੇਂ ਹੋ ਰਿਹਾ ਹੈ ਨਾ। ਫ੍ਰੈਂਚ ਸਕੂਲ ਜਿਹੜੇ ਗਵਰਨਮੈਂਟ ਸਕੂਲ ਨੇ, ਕਮਿਊਨਿਟੀ ਸਕੂਲ ਨੇ, ਉਹਨਾਂ 'ਚ ਇੰਨੇ ਬੱਚਿਆਂ ਦੀ ਹਾਇਰਿੰਗ ਨਹੀਂ ਹੋ ਰਹੀ, ਇੰਨੇ ਬੱਚੇ ਨਹੀਂ ਆ ਰਹੇ। ਪ੍ਰਾਈਵੇਟ ਕਾਲਜਿਸ 'ਚ ਕਿਉਂ ਨੰਬਰ ਆਫ ਹੰਡਰਡਸ ਆਫ ਸਟੂਡੈਂਟਸ ਆ ਰਹੇ ਨੇ, ਹੈ ਨਾ ਜੀ। ਤਾਂ ਇਹ ਮੁੱਦਾ ਫੇਰ ਬਹਿ ਗਿਆ। ਅਮਿਤੋਜ, ਮੈਂ ਸਾਰੀ ਇਹ ਜਿਹੜੀ ਗੱਲਬਾਤ ਹੈ ਤੁਹਾਡੇ ਕੋਲੋਂ ਹੋਰ ਡਿਟੇਲ ਦੇ ਵਿੱਚ ਵੀ ਸੁਣਨਾ ਚਾਹੂੰਗੀ, ਪਰ ਸਾਡੇ ਜਿਹੜੇ MPs ਨੇ, ਸਾਡੇ ਲੀਡਰਸ ਨੇ, ਉਹ ਇਹਦੇ ਬਾਰੇ ਕਿੰਨਾ ਕੁ ਅਵੇਅਰ ਨੇ ਸ਼ਾਇਦ ਉਹ ਵੀ ਦੱਸ ਸਕਦੇ ਆ, ਆਪਣੇ ਐਂਗਲ ਤੋਂ ਗੱਲ ਕਰ ਸਕਦੇ ਆ। ਮੇਰੀ ਰਿਕੁਐਸਟ ਹੈ ਤੁਹਾਨੂੰ ਥੋੜ੍ਹੀ ਦੇਰ ਲਈ ਤੁਸੀਂ ਫੋਨ ਲਾਈਨ ਆਪਣੀ ਹੋਲਡ ਰੱਖਣਾ, ਕਿਉਂਕਿ MP ਰਣਦੀਪ ਸਰਾਏ ਹੋਣਾ ਨੇ ਸਾਨੂੰ ਲਿਮਿਟਿਡ ਜਿਹਾ ਟਾਈਮ ਦਿੱਤਾ, ਇਸ ਕਰਕੇ ਇਸ ਟਾਈਮ ਦੇ ਦੌਰਾਨ ਬਾਕੀ ਜਿੰਨੇ ਲੋਕ ਸੁਣ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਤੁਹਾਡੀ ਗੱਲ ਜ਼ਰੂਰ ਸੁਣੀ ਜਾਊਗੀ। ਮੈਂ ਨੋਟਸ ਵੀ ਬਣਾਉਂਗੀ ਕਿ ਆਪਾਂ ਅੱਗੇ ਚੱਲ ਕੇ ਇਹ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਅਗਾਂਹ ਫਾਰਵਰਡ ਵੀ ਕਰ ਸਕੀਏ। ਥੋੜ੍ਹੀ ਦੇਰ ਲਈ ਤੁਸੀਂ ਹੋਲਡ ਰੱਖਿਓ, ਆਪਾਂ MP ਰਣਦੀਪ ਸਰਾਏ ਉਹਨਾਂ ਨੂੰ ਆਪਣੇ ਨਾਲ ਸ਼ਾਮਿਲ ਕਰਦੇ ਹਾਂ। ਰਣਦੀਪ ਸਰਾਏ ਜੀ, ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ। ਹੋਰ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸ਼ੇਰੇ ਪੰਜਾਬ ਦੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਰਣਦੀਪ ਜੀ, ਮੇਰੇ ਖਿਆਲ ਆ ਕਿ ਇਹ ਜਿਹੜਾ ਲੜਕਾ ਸੀ ਐਕਸਪਲੇਨ ਕਰ ਰਿਹਾ ਸੀ, ਮੈਨੂੰ ਲੱਗਦਾ ਆਲਰੇਡੀ ਇਹ ਚੀਜ਼ਾਂ ਤੁਹਾਡੀ ਜਾਣਕਾਰੀ ਦੇ ਵਿੱਚ ਹੋਣਗੀਆਂ, ਇਸ ਕਰਕੇ ਮੈਂ ਵੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕੋਈ ਲੰਬੀ ਚੌੜੀ ਜਾਣਕਾਰੀ ਦਿੱਤੀ ਨਹੀਂ ਹੈ, ਖਬਰਾਂ ਆਲਰੇਡੀ ਆ ਚੁੱਕੀਆਂ ਨੇ। ਜਿਹੜੀ ਸਿਚੁਏਸ਼ਨ ਇਹ ਬਣੀ ਹੋਈ ਹੈ ਕਿ ਬੱਚੇ ਇਸ ਵੇਲੇ ਪਰੇਸ਼ਾਨ ਨੇ, ਤਕਲੀਫ ਦੇ ਵਿੱਚ ਨੇ, ਨਾ ਉਹਨਾਂ ਦੀ ਹਾਲੇ ਉਮਰ ਦੀ ਉਨੀ ਕੁ ਸਮਝ ਹੈਗੀ ਆ ਕਿ ਉਹ ਆਪਣੇ ਲੈਵਲ 'ਤੇ ਕੋਈ ਸਟੈਪ ਲੈ ਸਕਣ ਜਾਂ ਕੋਈ ਫੈਸਲਾ ਲੈ ਸਕਣ। ਤੁਸੀਂ ਇਸ ਸਾਰੀ ਸਿਚੁਏਸ਼ਨ ਨੂੰ ਪਹਿਲਾਂ ਤਾਂ ਕਿਸ ਤਰ੍ਹਾਂ ਦੇਖਦੇ ਹੋ, ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦੀ, ਉਸ ਤੋਂ ਬਾਅਦ ਕੁਝ ਸਵਾਲ ਨੇ ਤੁਹਾਡੇ ਲਈ। ਸ਼ੋਰ, ਦੇਖੋ ਬਹੁਤ ਸੀਰੀਅਸ ਸਿਚੁਏਸ਼ਨ ਔਰ ਬੜੀ ਅਫਸੋਸ ਵਾਲੀ ਸਿਚੁਏਸ਼ਨ ਹੈ ਕਿ ਜਿਹੜੇ ਬੱਚੇ ਆਪਣਾ ਫਿਊਚਰ ਬਣਾਉਣ ਇੱਥੇ ਆਉਂਦੇ ਆ, ਉਹ ਬੈਟਰ ਆਪਣੀ ਐਜੂਕੇਸ਼ਨ ਵਧਾਉਣ ਵਾਸਤੇ ਆਉਂਦੇ ਆ, ਅਗਾਂਹ ਆਪਣਾ ਫਿਊਚਰ ਕੈਨੇਡਾ ਦੇ ਵਿੱਚ ਵੀ 99% ਉਹ ਇੱਥੇ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਆ, ਉਹ ਆਉਣਾ ਚਾਹੁੰਦੇ। ਉਹਨਾਂ ਨਾਲ ਇਹ ਜਿਹੜਾ ਧੱਕਾ ਹੋਇਆ ਬਹੁਤ ਗਲਤ ਆ, ਔਰ ਇਹ ਮੈਂ ਇੱਕਦਮ ਪ੍ਰਗਟ ਕਰਨੀ ਚਾਹੁੰਦਾ ਕਿ ਇਹ ਜੋ ਇਹ ਹੋਇਆ ਤਾਂ ਜੋ ਉਹਨਾਂ ਨਾਲ ਹੋਇਆ ਇਹ ਬਿਲਕੁਲ ਗਲਤ ਆ। ਸੋ ਇਹਦਾ ਜਿਹੜਾ ਪਹਿਲਾ, ਮੈਂ ਕਿਉਂਕਿ ਮੇਰਾ ਥੋੜ੍ਹਾ ਕੰਬਾਈਨਡ ਇਫੈਕਟ ਹੈਗਾ, ਮੈਂ ਲਾਇਰ ਵੀ ਹੈਗਾ ਤੇ ਇੱਧਰ ਮੈਂਬਰ ਪਾਰਲੀਮੈਂਟ ਵੀ ਆ, ਸੋ ਇਹਨਾਂ ਦਾ ਜਿੱਥੇ ਹੈਗੀ ਹੈ ਇਮੀਗ੍ਰੇਸ਼ਨ ਵੱਲੋਂ ਫਾਲਟ ਨਹੀਂ ਮੇਰੇ ਹਿਸਾਬ ਦੇ ਨਾਲ ਕੀਤੀ ਜਾਂਦੀ ਹੈ। ਇਮੀਗ੍ਰੇਸ਼ਨ ਡਿਪਾਰਟਮੈਂਟ ਦੇਖਦਾ ਹੁੰਦਾ ਕਿ ਕਾਲਜ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟ ਹੈਗਾ ਕਿ ਨਹੀਂ ਹੈਗਾ, ਔਰ ਉਹ ਡੈਜ਼ਿਗਨੇਟਿਡ DLI ਜਿਹੜਾ ਕਹਿ ਦਿੰਦੇ ਆ, ਉਹ ਪ੍ਰੋਵਿੰਸ ਉਹਨੂੰ ਚੈੱਕ ਕਰਦਾ। ਈਚ ਸੂਬੇ ਦੀ ਜ਼ਿੰਮੇਵਾਰੀ ਆ ਚੈੱਕ ਕਰਨ ਨੂੰ ਇਹ ਕਾਲਜ ਲੈਜਿਟਿਮੇਟ ਹੈਗਾ, ਇਹਦੇ ਵਿੱਚ ਸਟੂਡੈਂਟ ਪੜ੍ਹਦੇ ਆ, ਕਰਿਕੂਲਮ ਵੈਲਿਡ ਆ, ਕਰਿਕੂਲਮ ਵੀ ਉਹਨਾਂ ਨੂੰ ਪ੍ਰੋਵਿੰਸ ਤੋਂ ਅਪਰੂਵ ਕਰਾਉਣਾ ਪੈਂਦਾ ਹੁੰਦਾ, ਔਰ ਉਹ ਚੈੱਕ ਵੀ ਕਰਦੇ ਹੁੰਦੇ। ਔਰ BC 'ਚ ਵੀ ਆਪਾਂ ਨੂੰ ਯਾਦ ਰਵੇ 10 ਸਾਲ ਪਹਿਲਾਂ ਪ੍ਰੋਬਲਮ ਆਈ ਸੀਗੀ ਤਾਂ ਉਦੋਂ ਕਾਫੀ ਕਾਲਜ ਬੰਦ ਕੀਤੇ ਗਏ ਸੀ, ਉਦੋਂ ਦੀ ਸਰਕਾਰ ਤੇ ਪੋਸਟ ਐਜੂਕੇਸ਼ਨ ਮਿਨਿਸਟਰ ਅਮਰੀਕ ਵਿਰਕ ਉਹਨਾਂ ਨੇ ਵੀ ਬੰਦ ਕਰਵਾਏ ਸੀ ਜਿਹੜੇ ਗਲਤ ਕਰਦੇ ਸੀ। ਸੋ ਇਹ ਉਹਨਾਂ ਨੂੰ ਓਵਰਸੀ ਕਰਨਾ ਕੌਨਸਟੀਟਿਊਸ਼ਨਲੀ, ਇਹ ਈਵਨ ਸਾਡੀਆਂ ਯੂਨੀਵਰਸਿਟੀ UBC SFU ਵੱਡੀਆਂ ਇਹ ਵੀ ਅੰਡਰ ਪ੍ਰੋਵਿੰਸ ਆਉਂਦੇ ਆ। ਫੈਡਰਲ ਗਵਰਨਮੈਂਟ ਤਾਂ ਟਾਈਮ ਟੂ ਟਾਈਮ ਕਈ ਵਾਰੀ ਇਹਨਾਂ ਨੂੰ ਕੈਪੀਟਲ ਪੈਸੇ ਦਿੰਦੀ ਹੁੰਦੀ ਆ, ਪਰ ਇਹਨਾਂ ਦੀ ਮੈਂਡੇਟ ਤੇ ਗਵਰਨੈਂਸ ਸਾਰੀ ਹੈਗੀ ਪ੍ਰੋਵਿੰਸ਼ਲੀ। ਸੋ ਉਹ ਜਿਹੜਾ ਪਾਰਟ ਹੈ ਉਹ ਯੂਨੀਕ ਆ ਕਿ ਉਹਨਾਂ ਕੋਲ ਹੈ। ਔਰ ਕਬੈਕ ਦੇ ਵਿੱਚ ਇੱਕ ਹੋਰ ਚੀਜ਼ ਯੂਨੀਕ ਆ, ਕਬੈਕ ਆਪਣੀ ਇਮੀਗ੍ਰੇਸ਼ਨ ਇਨਟੇਕ ਵੀ ਆਪ ਵੀ ਡਿਸਾਈਡ ਕਰਦਾ। ਸਾਰੇ ਬਾਕੀ ਜਿਹੜੇ 9 ਸੂਬੇ ਹੈਗੇ ਕੈਨੇਡਾ ਦੇ, ਉਹ ਫੈਡਰਲ ਗਵਰਨਮੈਂਟ ਡਿਸਾਈਡ ਕਰਦਾ, ਛੋਟੇ ਜਿਹੜੇ PNP ਐਪਲੀਕੈਂਟ ਆ, ਪਰ ਕਬੈਕ ਨੂੰ ਥੋੜ੍ਹਾ ਅਧਿਕਾਰ ਦਿੱਤਾ ਕਿ ਤੁਸੀਂ ਜਿਹੜਾ ਨੰਬਰ ਆਫ ਤੁਹਾਡਾ ਕੋਟਾ ਆਉਂਦਾ ਉਹ ਤੁਸੀਂ ਆਪ ਡਿਸਾਈਡ ਕਰਨਾ, ਉਹ ਲੈਂਗੁਏਜ ਕਰਕੇ, ਵੈਰੀਅਸ ਰੀਜ਼ਨਸ ਕਰਕੇ ਉਹ ਆਪ ਕਰਦੇ। ਸੋ ਇਹ ਜਿਹੜਾ ਕਾਲਜ ਆ, ਇਹਨੀ ਓਬਵੀਅਸਲੀ ਪਹਿਲਾਂ ਇਹਨਾਂ ਨੂੰ ਪ੍ਰੋਵਿੰਸ ਨੇ ਇਹਨਾਂ ਨੂੰ ਸਸਪੀਸ਼ੀਅਸ ਐਕਟੀਵਿਟੀ ਕਹਿਣ ਦੇ ਕਾਰਨ ਇਹ 10 ਕੁ ਕਾਲਜ ਸੀਗੇ, ਸਾਰੇ ਇੰਗਲਿਸ਼ ਸਪੀਕਿੰਗ ਸੀਗੇ, ਉਹਨਾਂ ਨੂੰ ਸਸਪੈਂਡ ਜਾਂ ਉਹਨਾਂ ਨੂੰ ਰੋਕਿਆ ਗਿਆ ਸੀਗਾ। ਉਹਨਾਂ 'ਚੋਂ ਮੇਰੇ ਖਿਆਲ ਇੱਕ ਨੇ ਕੋਰਟ 'ਚ ਜਾ ਕੇ ਅਪੀਲ ਕੀਤੀ ਔਰ ਉਹ ਜਿੱਤ ਗਏ ਕਿ ਅਨਫੇਅਰ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਇਹ ਮੇਰੇ ਖਿਆਲ ਲਾਸਟ ਈਅਰ ਸਮ ਟਾਈਮ ਜਨਵਰੀ ਤੋਂ ਮਾਰਚ ਦੇ ਵਿੱਚ ਹੋਇਆ ਸੀ। ਇਸ ਤੋਂ ਬਾਅਦ ਜਿਵੇਂ ਆਪਾਂ ਸਾਰਿਆਂ ਨੇ ਸੁਣਿਆ ਕਿ ਫੀਆਂ ਇਹਨਾਂ ਤੋਂ ਲਈਆਂ ਗਈਆਂ, ਔਰ ਫੀਆਂ ਤੋਂ ਬਾਅਦ ਇਹਨੀ ਜਦੋਂ ਕੋਵਿਡ ਦੇ ਬਹਾਨੇ ਜਾਂ ਜੋ ਵੀ ਨਹੀਂ ਬਹਾਨਾ ਵਰਤਿਆ, ਇਹਨੀ CCAA ਜਾਂ ਬੈਂਕਰਪਸੀ ਪ੍ਰੋਸੀਡਿੰਗਸ ਦੇ ਵਿੱਚ ਮੇਰੇ ਖਿਆਲ ਇੱਕ ਦੋ ਨੇ ਫਾਈਲ ਕਰ ਦਿੱਤਾ, ਇੱਕ ਨੇ ਖਰਾ ਫਾਈਲ ਅਜੇ ਨਹੀਂ ਕੀਤਾ, ਮੈਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਉਸ ਦੀ। ਇਹਦੇ 'ਚ ਕੀ ਹੈਗਾ ਕਿ ਹੁਣ ਜਿਹੜਾ ਤਾਂ ਗਵਰਨਮੈਂਟ ਵੱਲੋਂ ਪਰਸਪੈਕਟਿਵ
ਆਬਜੈਕਟਿਵ ਆ ਉਹ ਹੈਗਾ ਕਿ ਇਹਨਾਂ ਨੂੰ 150 ਦਿਨ 150 ਦਿਨ ਹੈਗੇ ਆ ਕਿ ਇਹ ਹੋਰ ਕਾਲਜ ਜਾਂ ਯੂਨੀਵਰਸਿਟੀ 'ਚ ਜਾ ਕੇ ਐਕਸੈਪਟੈਂਸ ਲੈ ਸਕਦੇ। ਸੋ ਇਹਨਾਂ ਨੂੰ ਵਾਪਸ ਜਾਣ ਦੀ ਨਹੀਂ ਲੋੜ, 150 ਦਿਨ ਦੇ ਵਿੱਚ 150 ਦਿਨਾਂ ਦੇ ਵਿੱਚ ਸਵਿਚ ਕਰ ਸਕਦੇ ਆਪਣਾ ਵੀਜ਼ਾ ਹੋਰ ਕਾਲਜ। ਪਰ ਹਾਂ ਉਹਦੀ ਕਾਸਟ ਜ਼ਰੂਰੀ ਆ, ਨਵੇਂ ਤੁਹਾਨੂੰ ਕਾਲਜ ਜਾਂ ਯੂਨੀਵਰਸਿਟੀ ਲਈ ਐਡਮਿਸ਼ਨ ਤੁਹਾਨੂੰ ਦੇਣੀ ਪਊਗੀ, ਉਹਦਾ ਤੁਹਾਨੂੰ ਅਰੇਂਜਮੈਂਟ ਕਰਨਾ ਪਊਗਾ। ਅਨਫੋਰਚੂਨੇਟਲੀ ਉਹਦੇ ਵਿੱਚ ਸਰਕਾਰ ਨਹੀਂ ਮਦਦ ਕਰ ਸਕਦੀ, ਨਾ ਕਰਦੀ। ਜਿਹੜਾ ਤੁਹਾਡਾ ਜਿੱਥੇ ਜਿਹਨੇ ਤੁਹਾਡਾ ਘਪਲਾ ਕੀਤਾ, ਜਿਹਨੇ ਤੁਹਾਡੇ ਪੈਸੇ ਲੈ ਕੇ ਦਿੱਤੇ ਨਹੀਂ, ਉਹਨਾਂ ਦੇ ਨਾਲ ਤੁਹਾਡੇ 2-3 ਰੈਮਡੀ ਹੈਗੇ ਆ। ਮੈਂ ਉਹਨਾਂ ਨੂੰ ਸਲਾਹ ਦੇ ਸਕਦਾ, ਇੱਕ ਤਾਂ ਕਲੈਕਟਿਵਲੀ ਕਰਕੇ ਉਹ ਲੋਅਰ ਕਰ ਲੈਣ, ਜਿੰਨਾ ਉਹਨਾਂ ਨੂੰ ਇਕੱਲੇ ਦੇ ਕਿਸੇ ਨੂੰ ਬਾਹਲਾ ਖਰਚ ਨਾ ਲੱਗੇ। ਜੇ ਉਹ 2000 ਵਿਅਕਤੀ ਹੈ, ਜੇ 50 ਡਾਲਰ 100 ਡਾਲਰ ਵੀ ਇਕੱਠਾ ਕਰਨ ਤਾਂ ਉਹਨਾਂ ਦਾ ਬਹੁਤ ਹੋ ਜਾਂਦਾ, ਤਾਂ ਉਹ ਵਕੀਲ ਕਰਕੇ ਕਲਾਸ ਐਕਸ਼ਨ ਕਰ ਲੈਣ, ਜਾਂ ਉਹ ਸਮਾਲ ਕਲੇਮਸ ਦੇ ਵਿੱਚ ਇੰਡੀਵਿਜੂਅਲੀ ਕਰ ਲੈਣ। ਦੂਸਰੀ ਆਪਸ਼ਨ ਹੈ, ਕਿਉਂਕਿ ਹਜੇ CCAA ਦੇ ਵਿੱਚ ਹੀ ਆ, ਉਹਨਾਂ ਦੇ ਅਕਾਊਂਟ ਹਰ ਇੱਕ ਦੇ ਉੱਤੇ ਅਕਾਊਂਟੈਂਟ ਕੰਪਨੀ ਨੇ ਉਹਨੂੰ ਓਵਰਸੀ ਕਰਨ ਦੇ ਉੱਤੇ ਮੇਰੇ ਖਿਆਲ ਪਲੇਸ ਕੀਤੀ ਗਈ ਹੈ। ਤੁਸੀਂ ਆਪਣੇ ਕਲੇਮ ਉਹਨਾਂ ਦੇ ਵਿੱਚ ਪਾਓ ਕਿ ਸਾਡੀ ਟਿਊਸ਼ਨ ਇੰਨੀ ਦਿੱਤੀ, ਔਰ ਉਹ ਇੰਟਰਸਟ ਸੀਗੀ ਕਿਉਂਕਿ ਉਹ ਅਜੇ ਫਿਊਚਰ ਕਲਾਸ ਲੈਣੀ ਸੀ। ਸੋ ਉਹ ਪੈਸਾ ਨੂੰ ਉਹ ਟੈਕਨੀਕਲੀ ਵਰਤ ਨਹੀਂ ਸਕਦੇ ਹੋਰ ਕੋਈ ਖਰਚਾ ਲਈ, ਜਿੰਨਾ ਚਿਰ ਤੁਹਾਡੀ ਕਲਾਸ ਆਫਰ ਨਹੀਂ ਕਰਦੇ। ਉਹ 'ਚ ਫਿਰ ਜੱਜ ਜਿਹੜਾ ਆ ਉਹ ਇਕੱਲਾ ਇਹ ਨਹੀਂ ਹੋਣਾ, ਉੱਥੇ ਲੈਂਡਲੋਡ ਨੇ ਵੀ ਮੰਗਣੇ ਆਪਣੇ ਪੈਸੇ, ਮੇਰਾ ਕਿਰਾਇਆ ਨਹੀਂ ਬਿਲਡਿੰਗ ਦਾ ਦਿੱਤਾ, ਉਹਦੇ ਵਿੱਚ ਗੈਸ ਕੰਪਨੀ ਨੇ ਵੀ ਪੁੱਛਣਾ, ਸਾਰਿਆਂ ਨੇ ਜਿਨ੍ਹਾਂ ਦੀ ਵੀ ਫੀਸਾਂ ਹੋ ਰਿਹਾ, ਟੀਚਰ ਸ਼ਾਇਦ ਹੋਣਗੇ ਜਿਨ੍ਹਾਂ ਦੀਆਂ ਨਹੀਂ ਦਿੱਤੀਆਂ, ਤਾਂ ਉਹਨਾਂ ਦਾ ਵੇਰਵਾ ਹੈਗਾ, ਇੱਕ ਰੈਂਕਿੰਗ ਸਿਸਟਮ ਹੈ ਜਿਹਦੇ ਮੁਤਾਬਕ ਉਹਨੀ ਪੇ ਕਰਨਾ। ਔਰ ਮੈਂ ਆਸ ਕਰਦਾ, ਮੈਂ ਪੂਰਾ ਬੈਂਕਰਪਸੀ ਦੇ ਵਿੱਚ ਐਕਸਪਰਟ ਨਹੀਂ, ਪਰ ਆਈ ਥਿੰਕ ਜਿਹੜੀ ਸਟੂਡੈਂਟ ਦੀ ਟਿਊਸ਼ਨ ਹੈ, ਜੇ ਉਹਨਾਂ ਕੋਲ ਫੰਡ ਕੋਈ ਸੀਜ਼ ਹੋਏ ਹੋਣਗੇ ਜਾਂ ਐਸੈਟਸ, ਉਹਨਾਂ ਨੂੰ ਕਾਫੀ ਹਾਈ ਪ੍ਰਾਇੋਰਟੀ ਦਿੱਤੀ ਜਾਊਗੀ ਸਿਕਿਉਰਡ ਕ੍ਰੈਡੀਟਰਾਂ ਤੋਂ ਬਾਅਦ। ਤੇ ਜੇ ਉਹ ਮਿਸ ਅਪਰੋਪਰੀਏਟ ਕਰਕੇ ਉਹਨੂੰ ਬਾਹਰ ਕੱਢੇ ਗਏ, ਫਿਰ ਉਹ ਯੂਜਲੀ ਟਰੇਸ ਕਰਦੇ ਹੁੰਦੇ ਆ ਵੀ ਬੰਦੇ ਨੇ ਕਿੱਥੇ ਕੱਢ ਕੇ ਆਪਣਾ ਘਰ ਲਿਆ, ਉਹਦੇ ਨਾਲ ਜਾਂ ਆਪਣੇ ਵਾਈਫ ਦੇ ਨਾਂ ਦੇ ਦਿੱਤਾ, ਉਹ ਕਰ ਸਕਦੇ। ਸੋ ਜਿਹੜਾ ਐਕਚੁਅਲ ਫਾਈਨੈਂਸ਼ੀਅਲ ਰੈਮੇਡੀ ਆ, ਉਹਦੇ ਵਿੱਚ ਉਹਨਾਂ ਨੂੰ ਇਹ ਰਸਤਾ ਵਰਤਣਾ ਪੈਣਾ, ਜਾਂ ਬੈਂਕਰਪਸੀ ਦਾ ਕੋਰਟ ਦੇ ਵਿੱਚ ਜਿੱਥੇ ਉਹ ਫਾਰਮ ਫਾਈਲ ਕਰਕੇ ਫਿਲ ਕਰ ਸਕਦੇ, ਜਾਂ ਸਮਾਲ ਕਲੇਮਸ ਕੋਰਟ ਦੇ ਵਿੱਚ ਜਿੱਥੇ ਉਹ ਆਪ ਕਰ ਸਕਦੇ। ਉਹ ਯੂਜਲੀ ਬੜੇ ਸਿੰਪਲ ਫਾਰਮ ਹੁੰਦੇ, 25 ਤੋਂ 50,000 ਤੱਕ ਹੀ ਸੂਬੇ ਦੀ ਲਿਮਿਟ ਹੁੰਦੀ ਆ। ਤੀਸਰਾ ਕਿ ਉਹ ਕਲੈਕਟਿਵਲੀ ਕਰਕੇ ਤਾਂ ਕਰਨ। ਜਿੱਥੇ ਸਰਕਾਰ ਆ, ਫੈਡਰਲ ਸਰਕਾਰ ਦਾ ਮਾਮਲਾ, ਉੱਥੇ ਉਹ ਇਹ ਆ ਕਿ ਉਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਤੁਹਾਨੂੰ ਵਾਪਸ ਜਾਣਾ ਪਊਗਾ, ਉਹਨਾਂ ਨੂੰ ਸਵਿਚ ਕਰਨਾ ਪਊਗਾ ਕਿ ਹੋਰ ਯੂਨੀਵਰਸਿਟੀ ਜਾਂ ਕਾਲਜ। ਔਰ ਮੈਂ ਜੋ ਪੜ੍ਹਿਆ ਇਹਦੇ ਬਾਰੇ, ਜਿਹੜੇ ਗ੍ਰੈਜੂਏਟ ਹੋ ਗਏ ਸੀ ਜਦੋਂ ਇਹ ਰੌਲਾ ਪਿਆ ਸੀਗਾ, ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਉਹਨਾਂ ਦੇ ਵੈਲਿਡ ਕਰ ਦਿੱਤੇ ਗਏ ਸੀਗੇ। ਜਿਹੜੇ ਹੁਣ ਨਹੀਂ ਪੜ੍ਹਦੇ ਉਹ ਉਹਨਾਂ ਚਿਰ ਅਨਫੋਰਚੂਨਟਲੀ ਕੰਮ ਨਹੀਂ ਕਰ ਸਕਦੇ ਜਿੰਨਾ ਚਿਰ ਉਹ ਐਡਮਿਸ਼ਨ ਕਿਸੇ ਪਾਸੇ ਨਹੀਂ ਲੈਂਦੇ। ਸੋ ਇਹ ਮੇਰੀ ਖੱਜਲ ਖੁਆਰੀ ਤਾਂ ਉਹਨਾਂ ਦੀ ਫਿਰ ਬਰਕਰਾਰ ਰਹੇਗੀ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਸੀ ਜਨਵਰੀ ਦੇ ਵਿੱਚ ਬਹੁਤ ਸਾਰੇ ਬੱਚੇ ਸੀ ਜਿਨ੍ਹਾਂ ਦੀ ਜਿਹੜੀ ਪੜ੍ਹਾਈ ਸੀ ਉਹ ਕੰਪਲੀਟ ਹੋਣੀ ਸੀ। ਹੁਣ ਨਾ ਤਾਂ ਉਹਨਾਂ ਕੋਲ ਵਰਕ ਪਰਮਿਟ ਹੈ ਇਸ ਵੇਲੇ, ਨਾ ਉਹਨਾਂ ਦਾ ਕੋਈ ਉਸ ਹਿਸਾਬ ਦਾ ਸਟੇਟਸ ਹੈਗਾ। ਦੂਸਰੀ ਤੁਸੀਂ ਗੱਲ ਕਹੀਏ ਕਿ 150 ਦਿਨਾਂ ਦੇ ਵਿੱਚ ਹੋਰ ਕਾਲਜਿਸ ਦੇ ਵਿੱਚ ਉਹ ਅਪਲਾਈ ਕਰ ਸਕਦੇ ਆ, ਪਰ ਉਹਨਾਂ ਦੀ ਜਿਹੜੀ ਉਹ ਖਰਚਾ ਇਨਵੋਲਵ ਹੈਗਾ ਉਹ ਰਹਿਣਾ ਹੀ ਰਹਿਣਾ। ਅੱਛਾ, ਇਹ ਗੱਲ ਤੁਸੀਂ ਕਹੀ ਹੈ ਕਿ ਇਹ ਪ੍ਰੋਵਿੰਸ ਹੀ ਸਾਰੀ ਇਹ ਵੈਰੀਫਾਈ ਕਰਦਾ ਕਿ ਕਿਹੜਾ ਕਾਲਜ ਕਿਸ ਤਰ੍ਹਾਂ ਦੀ ਸਟੈਂਡਿੰਗ ਦੇ ਵਿੱਚ ਹੈਗਾ ਆ। ਹੁਣ ਜੇ ਇਸੇ ਤਰ੍ਹਾਂ ਦੀ ਘਟਨਾ ਇੱਥੇ ਘਟੀ ਹੁੰਦੀ BC ਦੇ ਵਿੱਚ, ਸਟਿਲ ਇਹ ਇੰਨੀ ਵੱਡੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਜਿਹੜੇ ਬੱਚੇ ਸੀ ਉਹ ਖੱਜਲ ਹੁੰਦੇ ਫਿਰਦੇ, ਤੁਸੀਂ ਇੱਥੇ ਦੇ MP ਹੁੰਦੇ, ਤਾਂ ਵੀ ਸਿਚੁਏਸ਼ਨ ਇਹੀ ਰਹਿਣੀ ਸੀ। ਬਿਲਕੁਲ ਅਨਫੋਰਚੂਨਟਲੀ ਇਹੀ ਰਹਿਣੀ ਸੀ। ਅੱਗੇ ਵੀ ਕਾਲਜ ਇੱਥੇ ਬੈਂਕਰਪਟ ਹੋਇਆ BC ਦੇ ਵਿੱਚ, ਜਿਨ੍ਹਾਂ ਦੀਆਂ ਫੀਸਾਂ ਉਹਨਾਂ ਦੇ ਵਿੱਚ ਹੋਈਆਂ। ਅਨਫੋਰਚੂਨਟਲੀ ਜਿਹੜਾ ਇਹ, ਚਾਹੇ ਉਹ ਕੈਨੇਡੀਅਨ ਸਟੂਡੈਂਟ ਹੋਵੇ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟ ਹੋਵੇ, ਉਹ ਅਨਫੋਰਚੂਨਟਲੀ ਲਾਸਿਸ ਔਰ ਕੋਰਟ ਦੇ ਰੈਮਡੀ ਸੇਮ ਹੀ ਰਹਿਣੇ ਸੀ। ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਉਦੋਂ ਵੀ ਨਹੀਂ, ਜੇ ਮੇਰੀ ਯਾਦਗਾਰ ਦੇ ਮੁਤਾਬਕ, ਕਦੇ ਸੈਟਿਸਫਾਈ ਕੀਤੇ, ਨਾ ਫੈਡਰਲੀ ਕੀਤੇ। ਸੋ ਕੈਨੇਡਾ ਦਾ ਲੀਗਲ, ਇੰਡੀਆ ਦਾ ਵੀ ਲੀਗਲ ਸਿਸਟਮ ਐਗਜ਼ੈਕਟਲੀ ਸੇਮ ਹੈ, ਔਰ ਮੋਸਟ ਵਰਲਡ ਦਾ ਲੀਗਲ ਸਿਸਟਮ ਸੇਮ ਹੈ ਕਿ ਜਦੋਂ ਕੋਈ ਫੋਰ ਪ੍ਰੋਫਿਟ ਬਿਜ਼ਨਸ ਜਿਹੜਾ ਕਰਦਾ, ਉਹ ਜੇ ਕਿਸੇ ਨਾਲ ਕਰਦਾ, ਉਹਦਾ ਫਾਈਨੈਂਸ਼ੀਅਲ ਰੈਮਡੀ ਆ, ਉਹਦੇ ਨਾਲ ਤੁਸੀਂ ਸੂ ਕਰ ਸਕਦੇ, ਉਹਨੂੰ ਤੁਸੀਂ ਉਹ ਤੋਂ ਬੈਕ ਲੈ ਸਕਦੇ। ਪਰ ਅਨਫੋਰਚੂਨਟਲੀ ਸਰਕਾਰ ਇਨਸ਼ੋਰ ਨਹੀਂ ਕਰਦੀ ਕਿ ਜਿਹੜਾ ਤੁਸੀਂ ਇਹ ਕਰ ਰਿਹਾ ਕਿ ਇਨਸ਼ੋਰਡ ਹੈ। ਨੋ ਡਿਫਰੈਂਟ ਜੇ ਏਅਰਲਾਈਨ ਟਿਕਟਾਂ ਵੀ ਆਪਾਂ ਲੈਂਦੇ, ਏਅਰਲਾਈਨ ਬੈਂਕਰਪਟ ਹੋ ਜਾਵੇ, ਉਹਦਾ ਅਗੇਨ ਬੈਂਕਰਪਸੀ ਤੁਸੀਂ ਆਪਣੀ ਫੀਸ ਜਾਂ ਕੁਛ ਲੱਭ ਸਕਦੇ ਆ, ਪਰ ਸਰਕਾਰ ਨਹੀਂ ਇਨਸ਼ੋਰ ਕਰਦੀ ਕਿ ਏਅਰਲਾਈਨ ਨੇ ਤੁਹਾਡੇ ਪੈਸੇ ਮੋੜਨੇ। ਇਕੱਲਾ ਮੈਂ ਐਗਜ਼ਾਮਪਲ ਏਅਰਲਾਈਨ ਦਾ ਦਿੱਤਾ, ਬਟ ਇਟ ਕੁਡ ਮੀਨ ਕਾਲਜਿਸ, ਯੂਨੀਵਰਸਿਟੀਜ਼, ਹਰ ਇੱਕ ਪ੍ਰਕਾਰ ਦੇ। ਹਾਂ, ਜਿਹੜੇ ਜੇ ਪ੍ਰਾਈਵੇਟ ਗਵਰਨਮੈਂਟ ਕਾਲਜ ਹੁੰਦਾ ਸੀ UBC, SFU, ਕਿਉਂਕਿ ਉਹ ਗਵਰਨਮੈਂਟ ਓਨਡ ਬਾਡੀ ਆ, ਜੇ ਉਹ ਸੈਪਰੇਟ ਨਹੀਂ, ਉਹ ਸ਼ਾਇਦ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਫਿਰ ਬੈਕ ਐਂਡ ਕਰਨੀ ਪਊਗੀ ਕਿਉਂਕਿ ਉਹ ਆਪ ਉਹਦੇ ਮਾਲਕ ਹੈਗੇ ਆ। ਪਰ ਅਦਰਵਾਈਜ਼ ਜਿਹੜੇ ਕੋਈ ਵੀ ਪ੍ਰਾਈਵੇਟ ਕਾਲਜ ਆ ਉਹਨਾਂ ਦਾ ਇਹੀ ਹੋਗਾ। ਇਹ ਬੜੀ ਸੈਡ ਸਿਚੁਏਸ਼ਨ। ਇਹ ਨਾ ਸਮਝੋ ਕਿ ਮੈਂ ਕਹਿ ਰਿਹਾ ਕਿ ਇਹ ਮੈਂ ਆਫਲੋਡ ਕਰਦਾ ਕਿ ਸਾਡੀ ਜੀ ਕੋਈ ਜ਼ਿੰਮੇਵਾਰੀ ਨਹੀਂ, ਇਹ ਬਹੁਤ ਮਾੜੀ ਘਟਨਾ ਹੈਗੀ ਹੈ। ਪਰ ਜੋ ਲੀਗਲ ਹੱਕ ਹੈਗੇ ਤਾਂ ਉਹ ਵੀ ਮੇਰਾ ਫਰਜ਼ ਬਣਦਾ ਦੱਸਣਾ, ਤੇ ਇਹ ਵੀ ਨਾ ਹੋਵੇ ਕਿ ਉਹ ਗੱਲਾਂ 'ਚ ਹੀ ਰਹਿ ਜਾਣ, ਉਹ ਆਪਣੇ
ਆਪਣੇ ਕਲੇਮ ਨਾ ਫਾਈਲ ਕਰਨ ਬੈਂਕਰਪਸੀ ਕੋਰਟ 'ਚ ਇਨ ਟਾਈਮ, ਉਹ ਆਪਣੇ ਕਲੇਮ ਸਮਾਲ ਕਲੇਮਸ ਦੇ ਵਿੱਚ ਨਾ ਕਰਨ ਅਤੇ ਉਹ ਹੋਰ ਕਾਲਜ ਦੇ ਵਿੱਚ ਐਡਮਿਸ਼ਨ ਨਾ ਅਪਲਾਈ ਕਰਨ ਟਾਈਮ ਨਾਲ। ਸੋ ਮੇਰਾ ਇਹ ਫਰਜ਼ ਬਣਦਾ ਕਿ ਉਹਨਾਂ ਨੂੰ ਮੈਂ ਉਹ ਦੱਸਾਂ ਕਿ ਉਹ ਰੈਮਡੀ ਔਰ ਸਟੈਪ ਜ਼ਰੂਰ ਪਹਿਲਾਂ ਲਓ, ਤਾਂ ਕਿ ਫਿਰ ਪੈਸੇ ਦਾ ਹੌਲੀ ਹੌਲੀ ਆਲਵੇਜ਼ ਹੁੰਦਾ। ਇਹ ਕੈਨੇਡਾ 'ਚ ਕੋਈ ਵੀ ਚੀਜ਼ ਦੇਖੋ, ਜੱਜਮੈਂਟ ਲੈਣੀ ਇੱਕ ਗੱਲ ਹੁੰਦੀ ਆ, ਉਹਨੂੰ ਕਲੈਕਟ ਕਰਨਾ ਹੋਰ ਗੱਲ ਹੁੰਦੀ ਆ। ਅੱਛਾ, ਇੱਕ ਹੁਣ ਦੂਸਰੀ ਜਿਹੜੀ ਸਿਚੁਏਸ਼ਨ ਹੈਗੀ ਆ ਕਿ ਕੀ ਗਵਰਨਮੈਂਟ ਕੋਈ ਇਸ ਤਰ੍ਹਾਂ ਦਾ ਇੰਤਜ਼ਾਮ ਕਰ ਸਕਦੀ ਹੈ ਕਿ ਇਹਨਾਂ ਵਿਦਿਆਰਥੀਆਂ ਦੇ ਲਈ ਕਿਸੇ ਤਰ੍ਹਾਂ ਦੀ ਫ੍ਰੀ ਲੀਗਲ ਏਡ ਹੋਵੇ? ਕਿਉਂਕਿ ਹੁਣ ਦੇਖੋ, ਨਾ ਤਾਂ ਉਹ ਪੈਸਾ ਕਮਾ ਸਕਦੇ ਆ, ਨਾ ਉਹਨਾਂ ਦੇ ਕੋਲ ਵਰਕ ਪਰਮਿਟ ਹੈਗੇ ਆ, ਪੈਸੇ ਦਾ ਨੁਕਸਾਨ ਆਲਰੇਡੀ ਬਹੁਤ ਜ਼ਿਆਦਾ ਹੋ ਚੁੱਕਾ ਹੈਗਾ। ਇਹ ਨਹੀਂ ਪਤਾ ਕਿ ਉਹ ਆਪਣੇ ਖਰਚੇ ਕਿਵੇਂ ਪੂਰੇ ਕਰ ਰਹੇ ਹੋਣਗੇ। ਉਹ ਰਹਿਣ ਦਾ ਉਹਨਾਂ ਦਾ ਖਰਚਾ, ਉਹਨਾਂ ਦਾ ਖਾਣ ਪੀਣ ਦਾ ਖਰਚਾ ਹੈ, ਅਤੇ ਕੋਈ ਇੱਦਾਂ ਦੀ ਪ੍ਰੋਵੀਜ਼ਨ ਹੋ ਸਕਦੀ ਹੈ ਕਿ ਉਹਨਾਂ ਦੇ ਲਈ ਫ੍ਰੀ ਲੀਗਲ ਏਡ ਉਹਨਾਂ ਨੂੰ ਮਿਲ ਸਕੇ? ਹਾਂਜੀ, ਦੇਖੋ ਐਵਰੀ ਪ੍ਰੋਵਿੰਸ ਦੇ ਵਿੱਚ ਲੀਗਲ ਏਡ ਔਰ ਲੀਗਲ ਏਡ ਸਰਵਿਸਿਜ਼ ਹੈਗੀਆਂ, ਔਰ ਉਹਨਾਂ ਦੇ ਹਰ ਪ੍ਰਕਾਰ ਦੇ ਉਹਨਾਂ ਦੇ ਹੈਗੇ ਸਟੈਂਡਰਡ। ਸੋ ਮੈਂ quebec ਦਾ ਕਹਿ ਨਹੀਂ ਸਕਦਾ ਕਿ ਕੀ ਉਹਨਾਂ ਦਾ ਹੈਗਾ ਕਿ ਨਹੀਂ। BC ਦੇ ਵਿੱਚ ਹੈਗਾ, BC ਦੇ ਵਿੱਚ ਇਮੀਗ੍ਰੈਂਟਾਂ ਵਾਸਤੇ ਵੀ ਹੈਗਾ, ਔਰ ਉਹ ਸਪੈਸ਼ਲ ਸੁਸਾਇਟੀਆਂ ਵੀ ਹੈਗੀਆਂ ਜਿਹੜੀਆਂ ਕਿ ਆਫਰ ਕਰਦੀਆਂ ਲੀਗਲ ਸਰਵਿਸਿਜ਼। ਮੈਂ ਐਕਸਪੈਕਟ ਕਰਦਾ ਕਿ quebec 'ਚ ਵੀ ਸਿਮਿਲਰ ਟਾਈਪ ਆਫ ਲੀਗਲ ਏਡ ਗਰੁੱਪ ਹੋ ਸਕਦਾ। ਔਰ ਮੈਂ ਕਮਿਊਨਿਟੀ ਨੂੰ ਵੀ ਅਰਜ਼ ਕਰਦਾ, ਜੇ ਉਹ GoFundMe ਪੇਜ ਜਾਂ ਕੁਛ ਇਸ ਤਰ੍ਹਾਂ ਦਾ ਸਹਾਇਤਾ ਕਰਕੇ ਕਿ ਉਹਨਾਂ ਦਾ ਲੋਇਰ ਕਰ ਲੈਣ, ਕਿਉਂਕਿ ਕਲੇਮ ਸਾਰਿਆਂ ਦਾ ਆਲਮੋਸਟ ਐਗਜ਼ੈਕਟਲੀ ਦ ਸੇਮ ਆ। ਸੋ ਇਸ ਕਰਕੇ ਲੋਇਰ ਨੂੰ ਚਾਹੇ ਉਹ ਇੱਕ ਦਾ ਕਲੇਮ ਕਰੇ ਤਾਂ ਚਾਹੇ ਉਹ 2000 ਬੱਚਿਆਂ ਦਾ ਕਰੇ, ਉਹ ਕਲੇਮ ਐਗਜ਼ੈਕਟਲੀ ਦ ਸੇਮ ਹੈਗਾ। ਸੋ ਇਸ ਕਰਕੇ ਉਹਨੂੰ ਬਾਹਲਾ ਕੰਮ ਐਕਸਟਰਾ ਨਹੀਂ ਹੈਗਾ। ਸੋ ਜੇ ਉਹ ਕਮਿਊਨਿਟੀ ਥੋੜ੍ਹੀ ਜਿਹੀ ਇਕੱਠੇ ਹੋ ਕੇ ਤਾਂ ਸਪੋਰਟ ਕਰ ਦੇਣ, ਆਈ ਥਿੰਕ ਉਹਨਾਂ ਨੂੰ ਲੋਇਰ ਜੇ ਨਹੀਂ ਵੀ ਲੀਗਲ ਏਡ ਰਾਹੀਂ ਮਿਲਿਆ, ਉਹਨਾਂ ਨੂੰ ਫੋਰ ਹਾਇਰ ਪ੍ਰਾਈਵੇਟਲੀ ਵੀ ਮਿਲ ਜੂਗਾ ਐਟ ਅ ਰੀਜ਼ਨੇਬਲ ਰੇਟ, ਜਿਹੜਾ ਕਿ ਇਹ ਕਦਮ ਚੱਕ ਸਕੇ। ਸੋ ਇਹ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਜ਼ਰੂਰ ਹੁੰਦਾ, ਪਰ ਫੈਡਰਲ ਗਵਰਨਮੈਂਟ ਵੱਲੋਂ ਇਹੋ ਜਿਹੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ। ਹੈ ਨਹੀਂ। ਅਸੀਂ ਲਾਸਟ ਈਅਰ ਪੈਂਡੈਮਿਕ ਕਰਕੇ ਲੀਗਲ ਏਡ ਫੰਡਾਂ ਨੂੰ ਉੱਦਾਂ ਦਿੱਤੇ ਸੀਗੇ ਪੈਸੇ, ਕਿਉਂਕਿ ਉਹਨਾਂ ਨੂੰ ਚੈਰਿਟੀ ਤੋਂ ਨਹੀਂ ਸੀ ਮਿਲੇ। ਸੋ ਇਸ ontario ਗਵਰਨਮੈਂਟ ਨੇ ਮੇਰੇ ਖਿਆਲ ਉਹਦੀ ਫੰਡਿੰਗ ਬੰਦ ਕਰਤੀ ਸੀਗੀ। ਅਦਰਵਾਈਜ਼ ਇਹ ਜਿਹੜਾ ਲੀਗਲ ਏਡ ਫੰਡ ਹੈ ਆਲਵੇਜ਼ ਪ੍ਰੋਵਿੰਸ਼ੀਅਲ ਗਵਰਨਮੈਂਟ ਦਿੰਦੀ ਹੁੰਦੀ। ਜੇ ਫੋਰ ਐਗਜ਼ਾਮਪਲ BC ਦੇ ਵਿੱਚ ਜਿਹੜਾ ਆਪਾਂ ਪ੍ਰੋਪਰਟੀ ਟਰਾਂਸਫਰ ਟੈਕਸ ਦਿੰਦੇ ਆ, ਘਰ ਜਦੋਂ ਲੈਂਦੇ ਆ, ਉਹ ਓਰੀਜਨਲੀ ਉਹ ਲੀਗਲ ਏਡ ਫੰਡ ਵਾਸਤੇ ਜਾਂਦਾ ਹੁੰਦਾ। ਹੁਣ ਜਿਹੜੇ ਬੱਚੇ ਇੰਡੀਆ ਬੈਠੇ ਨੇ, ਜਿਹੜੇ ਔਨਲਾਈਨ ਪੜ੍ਹਾਈ ਕਰਦਿਆਂ ਨੂੰ 1.5 2 ਸਾਲ ਹੋ ਗਏ ਆ, ਜਿਨ੍ਹਾਂ ਦਾ ਬਿਲਕੁਲ ਕੋਰਸ ਕੰਪਲੀਟ ਹੋਣ ਵਾਲਾ ਸੀ, ਕੁਝ ਤਾਂ ਬੱਚੇ ਇੱਥੇ ਬੈਠੇ ਆ, ਉਹਨਾਂ ਦਾ ਫਿਊਚਰ ਕੀ ਤੁਸੀਂ ਦੇਖਦੇ ਹੋ? ਕਿਉਂਕਿ ਨੁਕਸਾਨ ਉਹਨਾਂ ਦਾ ਵੀ ਉਨਾ ਹੀ ਹੋਇਆ। ਉਹਨਾਂ ਨੇ ਔਨਲਾਈਨ ਕਲਾਸਿਸ ਲਈਆਂ, ਉਹਨਾਂ ਦਾ ਟਾਈਮ ਵੀ ਗਿਆ, ਉਹਨਾਂ ਦਾ ਪੈਸਾ ਵੀ ਗਿਆ। ਉਹਨਾਂ ਬਾਰੇ ਕੀ ਕਹੋਗੇ? ਕਿਉਂਕਿ ਉਹਦੇ ਵਿੱਚ ਤਾਂ ਫਿਰ ਹੁਣ ਇਮੀਗ੍ਰੇਸ਼ਨ ਵੀ ਇਨਵੋਲਵ ਹੋਏਗੀ। ਹਾਂਜੀ, ਦੇਖੋ ਉਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਸਟੇਟਸ, ਜਿੰਨਾ ਚਿਰ ਉਹਨੇ ਕੋਵਿਡ ਵੇਲੇ ਪੜ੍ਹਾਈ ਕੀਤੀ ਆਨਲਾਈਨ, ਉਹ ਮੇਰੇ ਹਿਸਾਬ ਦੇ ਮੁਤਾਬਕ, ਮੇਰੀ ਨੌਲੇਜ ਮੁਤਾਬਕ, ਕ੍ਰੈਡਿਟ ਉਹਨਾਂ ਨੂੰ ਪੂਰਾ ਕੈਨੇਡੀਅਨ ਐਕਸਪੀਰੀਅੰਸ 'ਚ ਆਉਂਦਾ ਔਰ ਕੈਨੇਡੀਅਨ ਐਜੂਕੇਸ਼ਨ ਦੇ ਹਿਸਾਬ ਨਾਲ ਆਉਂਦਾ। ਪਰ ਉਹਨਾਂ ਨੂੰ ਵੀ ਸੇਮ ਪ੍ਰੋਬਲਮ ਆਉਣੀ ਆ ਜੋ ਕੈਨੇਡੀਅਨ ਸਟੂਡੈਂਟ ਨੂੰ, ਕਿ ਉਹਨਾਂ ਨੂੰ ਐਡਮਿਸ਼ਨ ਔਰ ਹੋਰ ਯੂਨੀਵਰਸਿਟੀ ਦੇ ਵਿੱਚ ਉਹ 150 ਦਿਨ ਦੇ ਵਿੱਚ ਉਹਨਾਂ ਨੂੰ ਲੈਣੀ ਪੈਣੀ ਆ ਕਿ ਉਹ ਹੋਰ ਲੈ ਲੈਣ, ਤਾਂ ਜੋ ਆਪਣਾ ਜਿਹੜਾ ਸ਼ਾਇਦ ਉਹਨਾਂ ਦਾ ਲਾਸਟ ਸਮੈਸਟਰ ਜਿਹਦੇ ਉਹਦੇ ਮਾਰਕ ਨਾ ਮਿਲੇ ਹੋਊਗੇ, ਉਹ ਹੋਰ ਪਾਸੇ ਉਹਨਾਂ ਨੂੰ ਕਰਨੇ ਪਊਗੇ, ਅਨਲੈਸ ਇਨ ਦ ਮੀਨ ਟਾਈਮ ਉਹਨਾਂ ਨੂੰ ਕਾਲਜ ਦੇ ਨਾਲ ਕੋਈ ਬੈਂਕਰਪਸੀ ਕੋਰਟ ਜਾਂ ਹੋਰ ਰਾਹੀਂ ਉਹਨਾਂ ਦੇ ਰੈਮਡੀ ਮਿਲ ਗਏ ਵੀ ਹਾਂ ਵੀ ਉਹਨਾਂ ਦੇ ਕੋਰਸ ਪਾਸ ਹੋ ਗਏ ਸੀਗੇ ਔਰ ਉਹਨਾਂ ਦੇ ਟ੍ਰਾਂਸਕ੍ਰਿਪਟ ਮਿਲੇ ਜਾਣ, ਫਿਰ ਉਹਨਾਂ ਨੂੰ ਸ਼ਾਇਦ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਜੇ ਉਹਦਾ ਐਲੀਜੀਬਲ ਆ, ਜਾਂ ਹੋਰ ਜੋ ਵੀ ਉਹਨਾਂ ਦਾ LMI ਲਈ ਐਲੀਜੀਬਲ ਹੋਣਗੇ ਜਾਂ ਕੈਨੇਡੀਅਨ ਐਕਸਪੀਰੀਅੰਸ ਲਈ, ਉਹ ਕਰ ਸਕਣਗੇ। ਬਟ ਅਨਫੋਰਚੂਨੇਟਲੀ ਉਹਨਾਂ ਦੀ ਵੀ ਮੇਰੇ ਹਿਸਾਬ ਦੇ ਨਾਲ ਆਪਸ਼ਨਸ ਸਿਮਿਲਰ ਹੀ ਆ। ਜੋ ਇੱਥੇ ਬੈਠੇ ਆ, ਠੀਕ ਹੈ, ਉਹ ਇੱਥੇ ਕੈਨੇਡਾ 'ਚ ਆ, ਪਰ ਉਹ ਵੀ ਨਹੀਂ ਕੰਮ ਕਰ ਸਕਦੇ ਉਹਨਾਂ ਚਿਰ ਜਿੰਨਾ ਚਿਰ ਉਹ ਹੋਰ ਐਡਮਿਸ਼ਨ ਸਟੂਡੈਂਟ ਦੇ ਤੌਰ ਤੇ ਨਹੀਂ ਲੈਂਦੇ। ਇਸੇ ਤਰ੍ਹਾਂ ਉਹਨਾਂ ਨੂੰ ਕਰਨਾ ਪਊਗਾ। ਕੈਨੇਡੀਅਨ ਵਾਲਿਆਂ ਕੋਲ ਇੱਕ ਹੋਰ ਆਪਸ਼ਨ ਜ਼ਰੂਰ ਹੈਗੀ ਆ, ਜਿਹੜੇ ਉਹ ਇੱਥੇ ਹੈਗੇ ਆ, ਜੇ ਉਹਨਾਂ ਨੂੰ ਕੋਈ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ LMI ਵਾਲਾ ਕੋਈ ਫੈਕਟਰੀ ਜਾਂ ਕੋਈ ਕੰਮ ਜਾਂ ਬਿਜ਼ਨਸ ਕੰਮ ਕਰਨਾ ਚਾਹੁੰਦਾ, ਉਹ ਆਈ ਥਿੰਕ ਉਹਦੇ ਲੈ ਕੇ ਤਾਂ ਸਵਿਚ ਜ਼ਰੂਰ ਕਰ ਸਕਦੇ। ਸੋ ਆਪਣਾ, ਕਿਉਂਕਿ ਆਲਰੇਡੀ ਇੱਥੇ ਆਏ ਆ, ਉਹ ਆਪਣਾ ਟਾਈਪ ਆਫ ਵੀਜ਼ਾ ਸਵਿਚ ਕਰ ਸਕਦੇ। ਪਰ ਜੇ ਉਹ ਪੜ੍ਹਾਈ ਲਈ ਆਏ ਆ, ਮੈਂ ਅਗੇਨ ਉਹਨਾਂ ਨੂੰ ਅਰਜ਼ ਕਰਦਾ ਕਿ ਉਹ ਪੜ੍ਹਾਈ ਦੇ ਵਿੱਚ ਹੀ ਟਰਾਈ ਕਰਨ। ਠੀਕ ਹੈ, ਉਹਨਾਂ ਨੂੰ ਫੀਸ ਜ਼ਰੂਰ ਹੋਰ ਕਰਨੀ ਪਊਗੀ, ਪਰ ਅਖਿਆਈ ਦਾ ਟਾਈਮ ਹੈਗਾ। ਪਰ ਲੌਂਗਜੈਵਿਟੀ ਦੇ ਵਿੱਚ ਇਹ ਜਿਹੜਾ ਚੀਜ਼ ਇੱਕ ਦਿਖਾਈ ਵਾਲੀ ਸਿਚੁਏਸ਼ਨ ਤੁਹਾਨੂੰ ਮੈਮਰੀ ਆਊਗੀ, ਪਰ ਤੁਸੀਂ ਫਿਊਚਰ ਇੱਥੇ ਬਣਾਓਗੇ। ਸੋ ਜ਼ਰੂਰ ਕੋਈ ਗਲਤ ਮੈਜਰ ਨਾ ਲੈ ਲੈਣ, ਜਿੱਦਾਂ ਕਿ ਖੁਦਕੁਸ਼ੀ ਦੀ ਗੱਲ ਕਰਦੇ ਜਾਂ ਹੋਰ ਇਹ ਨਾ ਕਰੋ। ਕੈਨੇਡਾ ਦੇ ਵਿੱਚ ਜਾਂ ਕਿਤੇ ਵੀ ਜਦੋਂ ਜਾਂਦੇ, ਸਾਡੇ ਕੋਲ ਬੜੇ ਲਾਈਫ ਚੈਲੰਜਸ ਆਉਂਦੇ ਆ, ਇਹ ਨਿਭ ਜਾਣੇ ਆ, ਲੰਘ ਜਾਣੇ ਆ ਔਰ ਪਾਸਟ ਮੈਮਰੀ ਹੋ ਜਾਣੀ। ਬਟ ਇਨ ਦ ਮੀਨ ਟਾਈਮ ਤੁਸੀਂ ਪੋਜ਼ੀਟਿਵ ਸਟੈਪ ਦੇ ਕੇ ਕਿਹੜੇ ਤਰੀਕੇ ਨਾਲ ਤੁਸੀਂ ਐਡਜਸਟ ਕਰ ਸਕਦੇ, ਚਾਹੇ ਉਹ ਵਰਕ ਪਰਮਿਟ ਲੈ ਲਓ ਤੇ ਚਾਹੇ ਆਪਣਾ ਸਟੂਡੈਂਟ ਦਾ ਹੀ ਹੋਰ ਐਡਮਿਸ਼ਨ ਲੈ ਲਓ, ਉਹ ਉਪਰਾਲਾ ਜ਼ਰੂਰ ਕਰਨ। ਅੱਛਾ ਰਣਦੀਪ ਜੀ, ਕੁਝ ਬੱਚੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ। ਹੋ ਸਕਦਾ ਕਿ ਉਹਨਾਂ ਦੇ ਸਵਾਲ ਵੱਖਰੇ ਹੋਣ ਕੁਝ ਮੇਰੇ ਨਾਲੋਂ, ਕਿਉਂਕਿ ਉਹ ਕੁਝ ਚੀਜ਼ਾਂ ਦੇ ਖੁਦ ਤਜਰਬੇ ਕਰ ਰਹੇ ਆ। ਕਾਲਸ ਲੈ ਲਈਏ ਕੁਝ ਬੱਚਿਆਂ ਦੀਆਂ? ਸ਼ੋਰ। ਹਾਂਜੀ ਅਮਿਤੋਜ,
ਹਾਂਜੀ, ਤੁਹਾਡਾ ਕੋਈ ਹਾਂਜੀ, ਸਵਾਲ ਹੈ ਰਣਦੀਪ ਹਾਂਜੀ। ਜੀ ਦੇ ਲਈ? ਇੱਕ ਬੇਨਤੀ ਤੁਹਾਨੂੰ ਸਾਰਿਆਂ ਨੂੰ ਹੋਰ ਹੈ, ਕਿਉਂਕਿ ਟਾਈਮ ਉਨਾ ਕੀ ਹੈ ਆਪਣਾ, ਜੇ ਸਪੈਸੀਫਿਕ ਕੋਈ ਕੁਐਸਚਨ ਆ ਉਹ ਤੁਸੀਂ ਜ਼ਰੂਰ ਇਹਨਾਂ ਨੂੰ ਪੁੱਟ ਕਰਿਓ ਅਤੇ ਥੋੜ੍ਹੇ ਸ਼ਬਦਾਂ ਦੇ ਵਿੱਚ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਰਣਦੀਪ ਜੀ। ਸਤਿ ਮੈਂ ਸ਼੍ਰੀ ਅਕਾਲ। ਮੌਂਟਰੀਅਲ ਤੋਂ ਬੋਲ ਰਿਹਾ, ਅਮਿਤੋਜ। ਤੇ ਮੈਂ ਜਿਵੇਂ ਤੁਸੀਂ ਕਿਹਾ ਵੀ ਬੱਚਿਆਂ ਨੂੰ ਨਵੇਂ ਕਾਲਜਿਸ 'ਚ ਐਡਮਿਸ਼ਨ ਲੈ ਲੈਣੀ ਚਾਹੀਦੀ ਆ, ਠੀਕ। ਤੇ ਅਸੀਂ ਉਹ ਚੀਜ਼ ਨਾਲ ਐਗਰੀ ਨਹੀਂ ਹੈਗੇ। ਕਿਉਂਕਿ ਅਸੀਂ ਇੱਥੇ ਜੰਗਲ ਰਾਜ 'ਚ ਨਹੀਂ ਆਏ। ਸਾਨੂੰ CIC ਦੀ ਵੈਬਸਾਈਟ ਤੋਂ ਇਹ ਕਾਲਜਿਸ ਦੇ ਪ੍ਰੋਗਰਾਮ ਆਫਰ ਹੋਏ ਸੀ canada.ca ਤੇ, ਰਾਈਟ। ਤੇ ਅਸੀਂ ਉਰੇ ਆਏ ਆ, ਪੜ੍ਹਨ ਆਏ ਆ, ਅਸੀਂ ਇੱਕ ਚੰਗਾ ਸੁਨਹਿਰਾ ਭਵਿੱਖ ਬਣਾਉਣ ਲਈ ਆਏ ਆ, ਅਸੀਂ ਫਿਊਚਰ ਦੇਖ ਕੇ ਆਏ ਆ। ਇੰਡੀਆ 'ਚ ਸਾਨੂੰ ਪਤਾ ਕੀ ਸਾਡੇ ਹਾਲਾਤ ਨੇ, ਕੀ ਫੈਮਲੀਜ਼ ਹਾਲਾਤ ਨੇ, ਕਿਵੇਂ ਇੰਨੇ ਫੰਡਸ ਇਕੱਠੇ ਕਰਕੇ ਕਿਵੇਂ ਇੰਨੇ ਮੁਸ਼ਕਲਾਂ ਨਾਲ ਬੱਚਿਆਂ ਨੂੰ ਭੇਜਿਆ ਜਾ ਰਿਹਾ। $15,000-20,000 ਮਤਲਬ ਪਰ ਈਅਰ ਇਜ਼ ਟੂ ਮਚ ਹਾਰਡ ਟੂ ਕਲੈਕਟ ਇਨ ਇੰਡੀਆ, ਤੁਹਾਨੂੰ ਪਤਾ ਪੰਜਾਬ ਦੀ ਕੀ ਹਾਲਾਤ ਨੇ। ਤੇ ਮੋਸਟਲੀ 99.9% ਬੱਚੇ ਤੇ ਸਾਰੇ ਪੰਜਾਬੀ ਨੇ। ਪਰ ਤੁਸੀਂ ਜਿੱਦਾਂ ਕਿਹਾ ਵੀ ਬੱਚੇ ਹੋਰ ਕਾਲਜ ਐਡਮਿਸ਼ਨ ਲਗੇ, ਆਈ ਨੋ ਐਵਰੀਥਿੰਗ ਇਜ਼ ਫॉर ਸੇਲ, ਯੂ ਕੈਨ ਬਾਈ ਐਨੀਥਿੰਗ, ਰਾਈਟ। ਪੈਸੇ ਨਾਲ ਹਰ ਹੱਲ ਹੈਗਾ। ਪਰ ਮੈਨੂੰ ਗੱਲ ਦੱਸੋ, ਬੈਂਕਰਪਸੀ ਹੋਈ ਹੈ, ਠੀਕ ਹੈ, ਬਿਜ਼ਨਸ 'ਚ ਬੈਂਕਰਪਸੀ ਹੁੰਦੀ ਆ, ਪਰ ਇਹ ਸਟੂਡੈਂਟਸ ਆਰ ਨਾਟ ਪ੍ਰੋਡਕਟ, ਹੈ ਨਾ। ਉਹਨਾਂ ਨੇ ਪੂਰੀਆਂ ਫੀਸਾਂ ਭਰਤੀਆਂ। ਉਹ ਜੇ ਕੋਈ ਫਸਟ ਸਮੈਸਟਰ 'ਚ ਹੈ, ਉਹਨੇ 4 ਸਮੈਸਟਰ ਦੀ ਫੀਸ ਭਰਤੀ। ਇਹਨਾਂ ਨੂੰ ਡਰਾ ਧਮਕਾ ਕੇ ਐਕਸਟੋਰਟ ਕਰਕੇ ਇਹਨਾਂ ਨੂੰ 4 ਸਮੈਸਟਰ ਵੀ ਤੁਹਾਡਾ ਆਊਟ ਆਫ ਸਟੇਟਸ ਹੋ ਜਾਊ, ਤੁਸੀਂ ਸਾਰੀ ਫੀਸਾਂ ਦਿਓ। ਉਹ ਦੇ ਆਰ ਇਨ ਪ੍ਰੋਫਿਟ। ਸੋ ਸੁਣ ਰਹੇ ਹੋ ਮੇਰੀ ਗੱਲ? ਹਾਂਜੀ, ਸੁਣ ਰਿਹਾ ਜੀ। ਦੱਸੋ, ਸਵਾਲ ਦੱਸੋ ਮੈਨੂੰ ਆਪਣਾ, ਹਾਂਜੀ ਮੈਂ ਸੁਣਦਾ ਤੁਹਾਡਾ। ਹਾਂਜੀ, ਮੈਂ ਇਹੀ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਵੀ ਜਿਹੜੀ ਜਿੰਨੀ ਜ਼ਿਆਦਾ ਮਤਲਬ ਬੱਚੇ ਇੱਥੇ ਹੈਗੇ ਨੇ, ਮੈਂ ਤੁਹਾਨੂੰ ਫਿਗਰਸ ਵੀ ਦੱਸ ਸਕਦਾ। ਜਿਹੜੀ ਤੁਸੀਂ ਇੱਕ ਗੱਲ ਹੋਰ ਕੀਤੀ ਵੀ ਇੰਡੀਆ 'ਚ ਬੱਚੇ ਬੈਠੇ ਆ ਜਿਨ੍ਹਾਂ ਨੇ ਪੜ੍ਹਾਈ ਕਰ ਲਈ, ਉਹਨਾਂ ਨੂੰ ਉਹਨਾਂ ਦੇ ਕ੍ਰੈਡਿਟ ਮਿਲ ਜਾਣਗੇ ਜਾਂ ਕੁਝ ਨਹੀਂ। ਇਹ ਟੋਟਲੀ ਗਲਤ ਇਨਫੋਰਮੇਸ਼ਨ ਆ। ਜਿੰਨੇ ਬੱਚੇ ਉੱਥੇ 2-2 3-3 ਸਮੈਸਟਰ ਆਪਣੇ ਪੂਰੇ ਕਰ ਚੁੱਕੇ, ਜਿਨ੍ਹਾਂ ਨੇ 2020 'ਚ ਫਾਈਲਸ ਲਾਈਆਂ ਸੀ, ਜਿਹੜੇ ਆਨਲਾਈਨ ਸਟੱਡੀ ਕਰਦੇ, ਉਹਨਾਂ ਦੇ ਵੀਜ਼ਾਸ ਰਿਜੈਕਟ ਕਰਤੇ ਸਾਰਿਆਂ ਦੇ, ਜਿੰਨੇ ਵੀ ਇੰਡੀਆ 'ਚ ਬੈਠੇ, ਚਾਹੇ ਉਹਨਾਂ ਨੇ ਪੜ੍ਹਾਈ ਕੀਤੀ ਆ ਚਾਹੇ ਨਹੀਂ ਕੀਤੀ। ਅਮਿਤੋਜ, ਆਪਾਂ ਸੁਣਦੇ ਹਾਂ ਰਿਜੈਕਟ ਕਰਤੇ। ਕੀ ਕਹਿੰਦੇ ਨੇ ਰਣਦੀਪ ਜੀ। ਕਿਉਂਕਿ ਡਿਊ ਟੂ ਬੈਂਕਰਪਸੀ ਆਫ ਦਾ ਕਾਲਜ। ਇਹ ਬੈਂਕਰਪਸੀ ਨਹੀਂ ਹੈਗੀ, ਜੋ ਸਾਨੂੰ ਫੈਕਟਸ ਐਂਡ ਫਿਗਰ ਪਤਾ ਲੱਗੇ ਨੇ। ਪ੍ਰੀ ਪਲਾਨਡ ਇੱਕ ਪੂਰਾ ਬਣਾਇਆ ਗਿਆ ਸੀਗਾ। 29th of November ਨੂੰ ਬੱਚਿਆਂ ਨੂੰ ਫੇਰ ਕਿਹਾ ਜਾਂਦਾ ਫੀਸਾਂ ਭਰ ਦੋ 3 ਦਿਨ ਦੇ ਵਿੱਚ ਸ਼ਾਰਟ ਨੋਟਿਸ। ਕਿੰਨੀ? $21,000 3 ਸਮੈਸਟਰ ਦੀ ਬਕਾਇਆ। ਜਿਹੜੇ ਫਸਟ ਸਮੈਸਟਰ 'ਚ ਹੈਗੇ ਨੇ ਉਹ ਕਿਉਂ ਭਰਨ 3 ਹੋਰ ਸਮੈਸਟਰ ਫੀਸ, ਠੀਕ। ਉਸ ਤੋਂ ਬਾਅਦ ਉਹਨਾਂ ਨੂੰ 4 ਦਿਨ ਦਾ ਨੋਟਿਸ ਦਿੱਤਾ ਜਾਂਦਾ, 3 ਜਾਂ 4 ਦਸੰਬਰ 2021 ਤੱਕ ਆਪਣੀਆਂ ਫੀਸਾਂ ਭਰ ਦੋ। ਬੱਚਿਆਂ ਨੇ ਕਿੱਦਾਂ ਕਲੈਕਟ ਕੀਤੇ ਹੋਣੇ, ਮੇਬੀ ਯੂ ਗਾਇਜ਼ ਅੰਡਰਸਟੈਂਡ, ਰਾਈਟ। ਪਰ ਗੱਲ ਇੱਥੇ ਇਹ ਆ, ਫਿਰ ਉਹਨਾਂ ਨੂੰ ਕਹਿੰਦੇ ਨੇ ਵੀ ਵਿੰਟਰ ਵਕੇਸ਼ਨ ਆ ਗਈ, ਜੇ ਤੁਸੀਂ ਇੰਡੀਆ ਜਾਣਾ ਚੱਲ ਜਾਓ, ਠੀਕ। ਉਸ ਤੋਂ ਬਾਅਦ 10 ਦਸੰਬਰ ਨੂੰ ਕਾਲਜ ਖੁੱਲਣਗੇ, 10 ਜਨਵਰੀ ਨੂੰ ਕਾਲਜ ਖੁੱਲਣਗੇ 2022 ਨੂੰ। ਬੱਚੇ ਕਾਲਜ ਜਾਂਦੇ, ਕਾਲਜ ਤਾਲਾ ਲੱਗਿਆ ਹੁੰਦਾ, ਠੀਕ। ਹੁਣ ਗੱਲ ਇੱਥੇ ਇਹ ਆ, ਇਹ ਪ੍ਰੀ ਪਲਾਨ ਸੀ। 2 ਕਮਰਿਆਂ ਦੇ ਕਾਲਜਿਸ ਨੇ, ਕੋਈ ਇੱਥੇ ਪਰਮਾਨੈਂਟ ਟੀਚਰ ਨਹੀਂ ਸੀ ਜਿਨ੍ਹਾਂ ਦੀ ਜੌਬ ਲੂਜ਼ ਹੋਈ ਹੋਵੇ ਕਾਲਜ ਬੰਦ ਹੋਣ ਨਾਲ। ਬੱਚਿਆਂ ਦੇ ਕਹਿਣ ਮੁਤਾਬਕ ਹਰ ਹਫਤੇ ਨਵਾਂ ਟੀਚਰਸ ਹੁੰਦਾ ਸੀ ਪੜ੍ਹਾਉਣ ਲਈ। ਕੋਈ ਟ੍ਰਾਂਸਕ੍ਰਿਪਟ ਨਹੀਂ ਅਪਡੇਟ ਹੋਈਆਂ, ਕੋਈ ਐਗਜ਼ਾਮ ਹੁੰਦੇ ਸੀ ਅਪਡੇਟ ਨਹੀਂ ਹੋਏ। ਪ੍ਰੀ ਪਲਾਨ ਨਾਲ ਸਾਨੂੰ ਅਮਿਤੋਜ, ਆਪਾਂ ਸੁਣਦੇ ਹਾਂ ਕੀ ਕਹਿੰਦੇ ਆ। ਹਾਂਜੀ, ਅਸੀਂ ਇਹਨਾਂ ਨਾਲ ਮੈਂ ਡਿਸਐਗਰੀ ਹਾਂ ਪੂਰਾ। ਜਿਵੇਂ MP ਸਾਹਿਬ ਨੇ ਕਿਹਾ ਵੀ ਬੱਚੇ ਨਵੇਂ ਕਿਉਂ ਚੱਲ ਜਾਣ ਬੱਚੇ। ਇਹ ਜੰਗਲ ਰਾਜ 'ਚ ਨਹੀਂ ਆਏ ਬੱਚੇ, ਇੱਥੋਂ ਨੁਮਾਇੰਦੇ ਚੁਣ ਕੇ ਭੇਜੇ ਗਏ ਨੇ। ਇਹਨਾਂ ਦਾ ਹੱਲ ਗਵਰਨਮੈਂਟ ਨੂੰ ਇੰਟਰਫੇਅਰ ਸਟੈਪ ਇਨ ਕਰਕੇ ਇਹਨਾਂ ਦਾ ਹੱਲ ਕਰਨਾ ਪਊ। ਵੀ ਇਹਨਾਂ ਨੂੰ DLI ਕਿਹਨੇ ਇਸ਼ੂ ਕੀਤੀ? 2-2 ਕਮਰਿਆਂ ਦੇ ਕਾਲਜ ਕਿਉਂ ਨਹੀਂ ਸਰਕਾਰ ਨੇ ਇਹਨਾਂ ਦੇ ਧਿਆਨ ਦਿੱਤਾ ਵੀ 2-2 ਕਮਰਿਆਂ ਦੇ ਕਾਲਜਿਸ ਚਲਾ ਰਹੇ ਨੇ, ਇੱਥੇ ਪਰਮਾਨੈਂਟ ਟੀਚਰ ਨਹੀਂ ਹੈਗੇ, ਪਰਮਾਨੈਂਟ ਐਡਮਿਨਿਸਟ੍ਰੇਸ਼ਨ ਨਹੀਂ ਹੈਗੀ। ਥੈਂਕ ਯੂ ਅਮਿਤੋਜ। ਆਪਾਂ ਸੁਣਦੇ ਹਾਂ ਇਹਨਾਂ ਸਵਾਲਾਂ ਦੇ। ਹਾਂਜੀ, ਆਪਾਂ ਪੁੱਛਦੇ ਹਾਂ। ਮੈਂ ਇੱਕ ਹੋਰ ਚੀਜ਼ ਦੱਸਣੀ ਸੀ ਫੈਕਟਸ ਦੇ ਨਾਲ। 633 ਬੱਚਾ ਇੰਡੀਆ 'ਚ ਬੈਠਾ ਤੇ ਉਹਨਾਂ ਦਾ $6.5 ਮਿਲੀਅਨ ਦਾ ਰਿਫੰਡ ਆ, ਤੇ ਬਾਕੀ ਇਹ ਟੋਟਲ ਘੁਟਾਲਾ $45 ਮਿਲੀਅਨ ਦਾ, ਠੀਕ। ਬੱਚੇ ਹੁਣ ਕੰਮ ਨਹੀਂ ਕਰ ਸਕਦੇ। ਦੇ ਆਰ ਫਿਜ਼ੀਕਲੀ ਡਿਸਟਰਬ, ਦੇ ਆਰ ਮੈਂਟਲੀ ਡਿਸਟਰਬ, ਦੇ ਆਰ ਟੋਟਲੀ ਐਕਚੁਅਲ 'ਚ ਕ੍ਰਾਈਮ ਕੀਤਾ। ਤੇ ਜਿਹਨੇ ਸੂ ਕੀਤਾ, ਇਹ ਬੈਂਕਰਪਸੀ ਨਹੀਂ ਆ, ਇਹ ਬੱਚਿਆਂ ਨੂੰ ਬੇਵਕੂਫ ਬਣਾਉਣ ਲਈ ਬੈਂਕਰਪਸੀ ਕੀਤੀ ਗਈ ਹੈ। ਪਰ ਜਿਹੜਾ ਓਪੋਜੀਸ਼ਨ ਪਾਰਟੀ ਜਿਹਨੇ ਸੂ ਕੀਤਾ, ਉਹ ਵੀ ਇਹਨਾਂ ਦਾ ਹੀ ਬੰਦਾ। ਜੇ ਕੱਲ ਨੂੰ ਉਹਨੂੰ ਕ੍ਰੈਡਿਟਰ ਉਹਨੂੰ ਮਿਲਦੇ ਨੇ, ਇਹਦੀ ਪ੍ਰਾਪਰਟੀ ਨਿਲਾਮ ਹੁੰਦੀ ਹੈ, ਤਾਂ ਓਪੋਜੀਸ਼ਨ ਪਾਰਟੀ ਜਿਹਨੇ ਸੂ ਕੀਤਾ ਉਹਨੂੰ ਮਿਲ ਜਾਣਗੇ। ਤਾਂ ਇਨ ਦਾ ਲਾਸਟ ਦ ਕੈਰਲ ਹੂ ਇਜ਼ ਦ ਓਨਰ, ਸ਼ੀ ਇਜ਼ ਨਾਟ ਅ ਲੂਜ਼ਰ। ਕਿਉਂਕਿ ਉਹਨਾਂ ਦੇ ਜਿਹੜੇ ਗਰੁੱਪ 'ਚੋਂ ਹੀ ਕਿਸੇ ਨੇ ਸੂ ਕੀਤਾ ਤਾਂ ਉਹਨਾਂ ਨੂੰ ਵਾਪਸ ਪੈਸੇ ਚੱਲ ਜਾਣੇ। ਤਾਂ ਬੱਚਿਆਂ ਦਾ ਇਨ ਦਾ ਲਾਸਟ ਫਿਊਚਰ ਕਿੱਥੇ ਆ? ਥੈਂਕ ਯੂ ਅਮਿਤੋਜ। ਆਪਾਂ ਗੱਲ ਸੁਣਦੇ ਹਾਂ। ਰਣਦੀਪ ਜੀ, ਕੰਸਰਨ ਨੇ ਇਹਨਾਂ ਦੇ, ਜਿਹੜਾ ਮੇਰੇ ਖਿਆਲ ਜਿਸ ਤਰ੍ਹਾਂ ਦਾ ਇਹਨਾਂ ਦੇ ਮਨ ਦੇ ਵਿੱਚ ਗੁੱਸਾ ਹੈ ਉਹ ਵੀ ਜਾਇਜ਼ ਹੈਗਾ ਕਿਸੇ ਹੱਦ ਤੱਕ, ਫਰਸਟ੍ਰੇਸ਼ਨ ਹੈ, ਕੀ ਕਹੋਗੇ?
ਦੇਖੋ ਫਰਸਟ੍ਰੇਸ਼ਨ ਮੈਂ ਪਹਿਲਾਂ ਹੀ ਕਿਹਾ ਕਿ ਜੋ ਇਹਨਾਂ ਦਾ ਗੁੱਸਾ, ਜੋ ਇਹਨਾਂ ਨਾਲ ਧੱਕਾ ਹੋਇਆ, ਬਹੁਤ ਗਲਤ ਹੋਇਆ, ਔਰ ਸਮਬਡੀ ਸ਼ੁੱਡ ਬੀ ਲਾਇਬਲ। ਪਰ ਪ੍ਰੋਬਲਮ ਹੈ ਕਿ ਹੁਣ ਇਹਨਾਂ ਨੂੰ ਦੇਖਣਾ ਪਊਗਾ ਲਾਇਬਲ ਕੌਣ ਹੈ। ਲਾਇਬਲ ਜਿਹੜੇ ਕਾਲਜ ਨੇ ਇਹਨਾਂ ਤੋਂ ਪੈਸਾ ਲਿਆ, ਘਪਲਾ ਕੀਤਾ, ਤਦੇ ਮੈਂ ਕਰਕੇ ਕਹਿੰਦਾ ਇਹਨਾਂ ਨੂੰ ਕਲੇਮ ਉਸ CCAA ਜਦੋਂ ਕੈਨੇਡਾ 'ਚ ਹੁੰਦੀ ਆ ਬੈਂਕਰਪਸੀ ਕੋਰਟ, ਤੁਹਾਨੂੰ ਕਲੇਮ ਸਾਰੇ ਪਾਉਣੇ ਪੈਂਦੇ ਆ। ਉਹ ਕੱਲਾ ਜਿਹੜਾ ਲੈਂਡਲੋਰਡ ਆ ਜਾਂ ਬਿਜ਼ਨਸ ਜਿਹਨ ਕਲੇਮ ਕੀਤਾ, ਉਹ ਕਈ ਵਾਰੀ ਉਹਨੂੰ $0 ਵੀ ਮਿਲਦੇ ਹੁੰਦੇ ਜੇ ਉਹ ਲਾਸਟ ਜੱਜ ਨੇ ਆਰਡਰ ਕੀਤਾ ਕਿ ਉਹਦਾ ਜਿਹੜਾ ਕਲੇਮ ਰੈਂਕਿੰਗ ਲਾਸਟ ਆ। ਸੋ ਕਲੇਮ ਰੈਂਕਿੰਗ ਦੇ ਨਾਲ ਲਾਅ ਵੀ ਹੈਗੇ ਆ, ਪਲੱਸ ਉਹਨੇ ਦੇਖਣਾ ਵੀ ਪੈਸੇ ਕਿਹਨ ਦਿੱਤੇ, ਕਾਹਦੇ ਕਰਕੇ ਦਿੱਤੇ ਆ, ਉਹਦੇ ਬੇਸਿਸ ਦੇ ਉੱਤੇ ਉਹਨੇ ਫਿਰ ਜੱਜ ਨੂੰ ਕਰਨਾ, ਉਹਦਾ ਸਬੂਤ ਦੇਣਾ ਪੈਂਦਾ ਹੁੰਦਾ, ਔਰ ਉਹ ਕਾਫੀ ਸਖਤ ਹੁੰਦੇ ਆ। ਮੈਂ ਨਹੀਂ ਕਹਿੰਦਾ ਕਿ ਤੁਹਾਨੂੰ ਸਾਰੇ ਪੈਸੇ ਵਿੱਚ ਮਿਲ ਜਾਂਦੇ, ਕਈ ਵਾਰੀ 50 cents ਔਨ ਦਾ ਡਾਲਰ ਮਿਲਣਾ, ਕਈ ਵਾਰੀ 10 cents, ਕਈ ਵਾਰੀ 100 cents ਔਨ ਦਾ ਡਾਲਰ ਵੀ। ਮੈਂ ਕਹਿ ਨਹੀਂ ਸਕਦਾ, ਮੈਨੂੰ ਕੋਈ ਪਤਾ ਨਹੀਂ ਉਹਦਾ ਕੇਸ ਦੇ ਵਿੱਚ ਪੈਸੇ ਕਿੱਥੇ ਆ, ਹਜੇ ਬੈਂਕ ਅਕਾਊਂਟਾਂ 'ਚ ਆ, ਸੀਜ਼ ਕੀਤੇ ਗਏ, ਕੀ ਹੈਗਾ ਉਹ, ਜਿੰਨਾ ਚਿਰ ਕੋਈ ਖੋਲ ਕੇ ਜਾਂ ਬੈਂਕਰਪਸੀ ਪ੍ਰੋਸੀਡਿੰਗ 'ਚ ਹਿੱਸਾ ਨਹੀਂ ਲੈਂਦਾ ਤੁਹਾਨੂੰ ਪਤਾ ਨਹੀਂ ਲੱਗਣਾ। ਜਿੱਥੇ ਸਰਕਾਰ ਦੀ ਗੱਲ ਆਉਂਦੀ ਹੈ, ਯੈਸ ਆਪਾਂ ਨੂੰ ਅਪਰੋਪਰੀਏਟ ਲੈਵਲ ਆਫ ਸਰਕਾਰ ਦੇ ਨਾਲ ਰੋਸ ਕਰਨਾ ਚਾਹੀਦਾ ਨਾ। ਜੇ ਕੁਬੈਕ ਗਵਰਨਮੈਂਟ ਨੇ ਉਹਨਾਂ ਨੂੰ DLI ਦਿੱਤਾ ਤੇ ਉਹਨੇ ਪ੍ਰੋਪਰਲੀ ਨਹੀਂ ਚੈੱਕ ਕੀਤਾ, ਜਾਂ ਅੱਗੇ ਉਹਨੇ ਸ਼ੱਕ ਕੀਤੀ ਸੀਗੀ ਤਾਂ ਉਹਨੇ ਉਹਨਾਂ ਨੂੰ ਸਸਪੈਂਡ ਕੀਤਾ, ਫਿਰ ਉਹਨਾਂ ਦੇ ਉੱਤੇ ਕਾਰਵਾਈ ਦਾ ਉਹਨਾਂ ਦੇ ਉੱਤੇ ਕੁਐਸਚਨਿੰਗ ਕੀਤੀ ਜਾਣੀ ਚਾਹੀਦੀ ਕਿ ਤੁਸੀਂ ਕੀ ਕੀਤਾ। ਕੈਨੇਡਾ ਦੇ ਵਿੱਚ ਡਿਵੀਜ਼ਨ ਆਫ ਪਾਵਰਸ ਬਹੁਤ ਸਟ੍ਰਿਕਟ ਹੈਗੇ ਆ। ਫੈਡਰਲ ਗਵਰਨਮੈਂਟ ਦੀਆਂ ਜ਼ਿੰਮੇਵਾਰੀਆਂ ਫੈਡਰਲ ਗਵਰਨਮੈਂਟ ਦੀਆਂ ਹੈਗੀਆਂ, ਪ੍ਰੋਵਿੰਸ਼ੀਅਲ ਗਵਰਨਮੈਂਟ ਦੀਆਂ ਜ਼ਿੰਮੇਵਾਰੀਆਂ ਪੋਸਟ ਸੈਕੰਡਰੀ ਐਜੂਕੇਸ਼ਨ ਐਂਡ ਹਾਈ ਸਕੂਲ ਸਕੂਲਾਂ ਦੀ ਐਂਡ ਐਲੀਮੈਂਟਰੀ ਸਕੂਲਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਹੈ। ਈਵਨ ਪ੍ਰਾਈਵੇਟ ਸਕੂਲਾਂ ਦੇ ਉੱਤੇ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ, ਚਾਹੇ ਉਹ ਹਾਈ ਸਕੂਲ ਸੈਕੰਡਰੀ ਸਕੂਲ ਹੈ, ਚਾਹੇ ਉਹ ਪੋਸਟ ਸੈਕੰਡਰੀ ਸਕੂਲ ਆ। ਸੋ ਤੁਹਾਨੂੰ ਰੋਜ਼ ਜਿਹੜਾ ਜਾਂ ਗੁੱਸਾ ਉਹਨਾਂ ਦੇ ਉੱਤੇ ਜਾ ਕੇ ਕਰਨਾ ਚਾਹੀਦਾ। ਜੇ ਸਾਈਡ ਵਾਕ ਟੁੱਟਾ ਜਾਂ ਰੋਡ ਨਹੀਂ ਠੀਕ, ਉਹ ਤੁਹਾਨੂੰ ਮਿਊਨਿਸਪੈਲਿਟੀ ਤੇ ਕਰਨੀ ਪੈਂਦੀ ਆ। ਇਹ ਅਸੀਂ ਆਲਵੇਜ਼ ਐਜੂਕੇਟ ਵੀ ਕਰਦੇ, ਈਵਨ ਸਾਡੇ ਐਲੀਮੈਂਟਰੀ ਸਕੂਲਾਂ 'ਚ ਵੀ ਬੱਚਿਆਂ ਨੂੰ ਸਿਖਾਇਆ ਜਾਂਦਾ। ਪਰ ਮੈਂ ਤੁਹਾਨੂੰ ਇਸ ਗੱਲ ਕਿ ਨਹੀਂ, ਮੈਂ ਜਿਸ ਪਾਸ ਦਾ ਬਕ ਕਰ ਰਿਹਾ, ਮੈਂ ਦੱਸ ਰਿਹਾ ਕਿ ਰਾਈਟ ਥਾਂ ਤੇ ਜਾ ਕੇ ਤੁਸੀਂ ਆਪਣਾ ਰੋਸ ਪ੍ਰਗਟ ਕਰੋ, ਤੁਹਾਨੂੰ ਕੁਝ ਮਿਲ ਸਕੂਗਾ। ਸੋ ਜਿਹੜੇ ਉੱਥੇ ਦੇ MLA ਹੈਗੇ ਆ ਔਰ MNA ਮੇਰੇ ਖਿਆਲ ਕਹਿੰਦੇ ਆ ਉਹਨਾਂ ਨੂੰ, ਕੁਬੈਕ ਦੇ ਵਿੱਚ ਮਿਨਿਸਟਰ ਆਫ ਨੈਸ਼ਨਲ ਅਸੈਂਬਲੀ, ਮੈਂਬਰਸ ਆਫ ਨੈਸ਼ਨਲ ਅਸੈਂਬਲੀ, ਉਹਨਾਂ ਦੇ ਮੂਹਰੇ ਜਾ ਕੇ ਤੁਹਾਨੂੰ ਇਹ ਇੱਕ ਧਾਰਨਾ ਕਰਨਾ ਪਊਗਾ, ਉਹਨਾਂ ਦੇ ਜਾ ਕੇ ਬੇਨਤੀ ਕਰਨੀ ਪਊਗੀ, ਐਂਡ ਤੁਹਾਨੂੰ ਲੀਗਲ ਫਾਈਟ ਵੀ ਕਰਨੀ ਪਊਗੀ। ਨਥਿੰਗਸ ਗੋਨਾ ਹੈਪਨ ਜੇ ਤੁਸੀਂ ਨਹੀਂ ਵਿੱਚ ਉਹਦਾ ਹਿੱਸਾ ਲਓਗੇ। ਬਾਕੀ ਜਾਣੇ ਪੈਸੇ ਲੈ ਜੂਗੇ ਤਾਂ ਤੁਸੀਂ ਰਹਿ ਜੂਗੇ। ਤੁਸੀਂ ਇਹ ਗੱਲ ਕੀਤੀ ਕਿ ਇਹ ਪ੍ਰੋਵਿੰਸ ਦਾ ਹੀ ਮੈਟਰ ਹੈ ਕਿ ਉਹ ਦੇਖੇ ਕਿ ਕਾਲਜਿਸ ਕਿਸ ਤਰ੍ਹਾਂ ਦੇ ਨੇ, ਵੀ ਉਹ ਲੈਜੀਟੀਮੇਟ ਹੈਗੇ ਆ ਜਾਂ ਨਹੀਂ ਹੈਗੇ। ਜਦੋਂ ਉਹ ਸਰਕਾਰ ਪ੍ਰੋਵਿੰਸ ਦੀ ਕਹਿ ਦਿੰਦੀ ਹੈ ਕਿ ਇਹ ਲੈਜੀਟੀਮੇਟ ਹੈਗੇ ਆ, ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਗੱਲ ਕੀਤੀ ਆ ਕਿ ਇਹ ਫੈਡਰਲ ਗਵਰਨਮੈਂਟ ਦੀ ਜਿਹੜੀ ਇਮੀਗ੍ਰੇਸ਼ਨ ਵਾਲੀ ਵੈਬਸਾਈਟ ਆ, ਉਹਨਾਂ ਦੀ ਲਿਸਟ ਉਸ ਵੈਬਸਾਈਟ 'ਤੇ ਵੀ ਆਉਂਦੀ ਹੈਗੀ ਆ। ਪਰ ਜੇ ਹੁਣ ਉਹ ਜਿਹੜੇ ਕਾਲਜ ਆ ਜਿਸ ਢੰਗ ਨਾਲ ਇਹ ਦੱਸ ਰਹੇ ਆ ਜਾਂ ਜੋ ਕੁਝ ਉੱਥੇ ਹਸ਼ਰ ਹੋਇਆ, ਉਹ ਜੇ ਲੈਜੀਟੀਮੇਟ ਨਹੀਂ ਹੈਗੇ, ਕੀ ਫੈਡਰਲ ਗਵਰਨਮੈਂਟ ਅਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਇਹ ਕੋਈ ਉਹਦੇ ਵਿੱਚ ਆਪਸ 'ਚ ਇਸ ਬਾਰੇ ਫਿਰ ਗੱਲਬਾਤ ਨਹੀਂ ਕਰਦੀ? ਇਹ ਕਿੱਦਾਂ ਸੌਰਟ ਆਊਟ ਹੋਊਗਾ? ਇਹ ਤਾਂ ਉਲਝਿਆ ਹੋਇਆ ਹੋਰ ਵੀ ਮਸਲਾ ਲੱਗਦਾ ਕਿ ਇਹ ਤੁਸੀਂ ਤਾਂ ਇਹ ਗੱਲ ਕਹਿ ਦਿੱਤੀ ਹੈ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਇਹ ਕਰਨਾ ਸੀ, ਪਰ ਉਸ ਤੋਂ ਬਾਅਦ ਉਹਦੇ ਬੇਸਿਸ 'ਤੇ ਹੀ ਇਮੀਗ੍ਰੇਸ਼ਨ ਵਾਲਿਆਂ ਨੇ ਅਗਲੀ ਕਾਰਵਾਈ ਕਰਨੀ ਹੈ ਨਾ। ਦੇਖੋ ਜਿਹੜਾ ਉਹ ਮਸਲਾ ਹੈਗਾ ਕਿ ਜਿਹੜਾ ਉਹ ਅਸੀਂ ਆਲਰੇਡੀ ਸ਼ਾਨ ਫਰੇਜ਼ਰ ਨੂੰ, ਇਮੀਗ੍ਰੇਸ਼ਨ ਮਿਨਿਸਟਰ ਨੂੰ ਵੇਰਵਾ ਦਿੱਤਾ ਕਿ ਕੰਸਰਨ ਹੈਗੇ ਆ, ਖਾਸ ਕਰਕੇ ontario ਦੇ ਵਿੱਚ ਐਂਡ ਕੁਬੈਕ ਦੇ ਵਿੱਚ ਆਏ ਆ, ਜਿੱਥੇ ਫਲਾਈ ਬਾਈ ਨਾਈਟ ਕਾਲਜ ਆ। ਸ਼ਾਇਦ ਸਾਡੇ BC 'ਚ ਵੀ ਹੋਣਗੇ ਇਸ ਤਰ੍ਹਾਂ ਦੇ, ਪਰ ਇੱਥੇ ਜੇ ਕੰਪਲੇਂਟ ਘੱਟ ਆਈ, ਉਧਰ ਜ਼ਿਆਦਾ ਆਈ ontario ਦੇ ਵਿੱਚ ਔਰ ਕੁਬੈਕ ਦੇ ਵਿੱਚ। ਸੋ ਉਹਨਾਂ ਦੀ ਗਵਰਨਿੰਗ ਬਾਡੀ ਜਿਹੜੀ ਆ ਤੇ ਜਿਹੜੇ ਉਹਨਾਂ ਦੇ ਪ੍ਰੋਵਿੰਸ਼ੀਅਲ ਅਥਾਰਟੀਜ਼, ਉਹਨਾਂ ਨੂੰ ਫੈਡਰਲ ਮਿਨਿਸਟਰ ਨੇ ਅਵੇਅਰ ਕੀਤਾ। ਇਹ ਜਿਵੇਂ ਆਪਾਂ ਡਰਾਈਵਰ ਲਾਇਸੈਂਸ ਆ, ਡਰਾਈਵਰ ਲਾਇਸੈਂਸ ਕੋਈ ਟਰੱਕ ਡਰਾਈਵਰ ਚਲਾਉਂਦਾ, ਉਹ ਜਦੋਂ ਕੈਨੇਡਾ ਦੇ ਵਿੱਚ ਕੈਨੇਡੀਅਨ ਗਵਰਨਮੈਂਟ ਤੁਹਾਨੂੰ ਇਮੀਗ੍ਰੇਸ਼ਨ ਦਿੰਦੀ ਆ, ਉਹ ਇਹੀ ਚੈੱਕ ਕਰਦੀ ਹੈ ਕਿ ਇਹਦੇ ਕੋਲ ਕਲਾਸ 1 ਹੈਗਾ, ਚਾਹੇ ਉਹ BC ਦਾ ਕਲਾਸ 1 ਹੈ, ਚਾਹੇ ਅਲਬਰਟਾ ਦਾ, ਚਾਹੇ ontario ਦਾ, ਉਹ ਡਿਫਰੈਂਟ ਸਟੈਂਡਰਡਸ ਆ। ਅਸੀਂ ਐਕਸਪੈਕਟ ਕਰਦੇ ਕਿ ਉਹ ਪ੍ਰੋਪਰ ਸਟੈਂਡਰਡਸ ਦੇ ਮੁਤਾਬਕ ਉਹਨਾਂ ਨੂੰ ਕਲਾਸ 1 ਦੇ ਟੈਸਟਿੰਗ ਹੁੰਦੇ ਆ। ਪਰ ਆਪਾਂ ਨੂੰ ਦੱਸਿਆ ਇੱਥੇ ਕਿ ਕਈ ਵਾਰੀ ਨਹੀਂ ਉਹ ਹੁੰਦਾ, ਕਈ ਬਹੁਤ ਈਜ਼ੀ ਦੇ ਦਿੰਦੇ ਆ, ਕਈ ਤੁਹਾਡੇ ਇੰਡੀਆ ਦੇ ਨੂੰ ਪੜ੍ਹ ਕੇ ਦੇ ਦਿੰਦੇ ਆ, ਔਰ ਕਈ ਤੁਹਾਡੇ ਇੰਡੀਆ ਫੋਰਨ ਐਕਸਪੀਰੀਅੰਸ ਤੇ ਦਿੰਦੇ, ਕਈ ਪੂਰਾ ਕੋਰਸ ਕਰਾਉਂਦੇ ਆ ਔਰ ਬੜਾ ਰਿਗਰਸ ਕੋਰਸ ਕਰਾ ਕੇ ਕਰਦੇ ਆ। ਸੋ ਇਹ ਅਗੇਨ ਪ੍ਰੋਵਿੰਸ਼ੀਅਲ ਅਥਾਰਟੀ ਨੇ ਦਿੱਤਾ, ਉਹਦੇ ਰਿਲਾਇੰਸ ਦੇ ਉੱਤੇ ਫੈਡਰਲ ਗਵਰਨਮੈਂਟ ਕਰਦਾ। ਜਦੋਂ ਇਦਾਂ ਦੀ ਟਾਈਪ ਸਿਚੁਏਸ਼ਨ ਆ ਜਾਂਦੀ, ਉਹ ਕਨਵਰਸੇਸ਼ਨ ਜ਼ਰੂਰ ਹੋ ਸਕਦੀ, ਪਰ ਉਹ ਜਿਹੜਾ ਸਪੈਸੀਫਿਕ ਇਵੈਂਟ ਆ ਅਨਫੋਰਚੂਨਟਲੀ ਉਹਲੇ ਨਹੀਂ ਕਰ ਸਕਦੇ। ਓਵਰਆਲ ਜਿਹੜੀ ਕਨਵਰਸੇਸ਼ਨ ਹੈ ਵੀ ਜਿਹੜੇ ਇਹ ਕਾਲਜ ਆ, ਇਹਨਾਂ ਦੇ ਉੱਤੇ ਮੋਰ ਟਿੱਪਣੀ ਚਾਹੀਦੀ ਆ, ਮੋਰ ਸੁਪਰਵਾਈਜ਼ੇਸ਼ਨ ਚਾਹੀਦੀ ਆ, ਇਹ ਚੀਜ਼ ਜ਼ਰੂਰ ਹੋ ਸਕਦੀ ਆ। ਪਰ ਇਹ ਨਹੀਂ ਅਸੀਂ ਕਰ ਸਕਦੇ ਕਿ ਅਸੀਂ ਉਹਨਾਂ ਨੂੰ ਓਵਰਰਾਈਡ ਕਰਕੇ ਕਰੀਏ, ਕਿਉਂਕਿ ਦੈਟ ਡਜ਼ਨਟ ਹੈਪਨ। ਉਹ ਉਹਨਾਂ ਦੀ ਜ਼ਿੰਮੇਵਾਰੀ ਆ। ਜਿਹੜੇ ਬਾਕੀ ਕਾਲਰਸ ਗੱਲ ਕਰਨਾ ਚਾਹੁੰਦੇ ਆ, ਮੇਰੇ ਨਾਲ 5 ਮਿੰਟ ਹੀ ਹੋਰ ਨੇ ਇਸ ਵੇਲੇ। ਰਣਦੀਪ ਸਰਾਏ ਜੀ, ਮੈਂ ਇਹ ਬੇਨਤੀ ਉਹਨਾਂ ਨੂੰ ਕਰਦੀ ਹਾਂ ਕਿ ਜਿਹੜੇ ਜੇ ਸਵਾਲ ਪਹਿਲਾਂ ਹੋ ਚੁੱਕੇ ਆ ਉਹ ਤੁਸੀਂ ਰਿਪੀਟ ਨਾ ਕਰਿਓ, ਅਤੇ ਟੂ ਦਾ ਪੁਆਇੰਟ ਸਪੈਸੀਫਿਕ ਜਿਹਾ ਕੁਐਸਚਨ ਜੇ ਤੁਹਾਨੂੰ ਲੱਗਦਾ ਕਿ ਰਣਦੀਪ ਜੀ ਦੀਆਂ ਗੱਲਾਂ ਦੇ ਵਿੱਚੋਂ ਹਾਲੇ ਤੱਕ ਕਲੈਰਿਟੀ ਨਹੀਂ ਹੋਈ, ਉਹ ਤੁਸੀਂ ਜ਼ਰੂਰ ਪੁੱਛ ਸਕਦੇ ਹੋ। ਅਗਲੇ ਸਾਡੇ ਲਿਸਨਰ ਨੇ ਪਰਮ ਜੀ।
ਹਾਂਜੀ ਪਰਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮੈਡਮ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਹੈ ਜੀ, ਜੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਬੱਚਿਆਂ ਨੂੰ ਮਤਲਬ ਡਿਗਰੀ ਹੋਣ ਤੋਂ ਬਾਅਦ ਜਿਹਨਾਂ ਨੂੰ ਕੰਪਲੀਸ਼ਨ ਲੈਟਰ ਮਿਲ ਗਏ ਸੀ, ਉਹ ਫਸਟ ਆਫ ਆਲ ਤਾਂ ਉਹਨਾਂ ਨੂੰ ਵੀ ਵਰਕ ਪਰਮਿਟ ਨਹੀਂ ਮਿਲ ਰਹੀ, ਠੀਕ ਹੈ। ਤੇ ਜਿਸ ਦਿਨ ਦਾ ਪ੍ਰੋਟੈਸਟ ਸ਼ੁਰੂ ਕੀਤਾ ਗਿਆ ਹੈ, ਜਿਸ ਦਿਨ ਦਾ ਇਹ ਮੁੱਦਾ ਸਾਰਿਆਂ ਸਾਹਮਣੇ ਆਇਆ ਹੈ, ਉਸ ਦਿਨ ਤੋਂ ਬਾਅਦ ਸਿਰਫ ਬੱਚਿਆਂ ਦੀ ਯੂਨਿਟੀ ਤੋੜਨ ਵਾਸਤੇ ਇਹਨਾਂ ਨੇ ਕੁਝ ਕੁ ਬੱਚਿਆਂ ਨੂੰ, ਗਿਣੇ ਚੁਣੇ ਬੱਚਿਆਂ ਨੂੰ ਕੰਪਲੀਸ਼ਨ ਲੈਟਰ ਪ੍ਰੋਵਾਈਡ ਕਰਤਾ ਤਾਂ ਕਿ ਇਹ ਬੱਚੇ ਪਿੱਛੇ ਹਟ ਜਾਣ ਤੇ ਬਾਕੀ ਬੱਚਿਆਂ ਨੂੰ ਇਹ ਲੱਗੇ ਵੀ ਸਾਨੂੰ ਵੀ ਮਿਲੇਗਾ ਤੇ ਅਸੀਂ ਵੀ ਪਿੱਛੇ ਹਟੀਏ। ਜੇ ਇਸ ਤਰੀਕੇ ਨਾਲ ਬੱਚਿਆਂ ਦੀ ਯੂਨਿਟੀ ਤੋੜ ਰਹੇ ਨੇ ਤੇ ਇਨ ਦੀ ਐਂਡ ਕੰਪਲੀਸ਼ਨ ਲੈਟਰ ਤੋਂ ਬਾਅਦ ਫਿਰ ਵੀ ਵਰਕ ਪਰਮਿਟ ਨਹੀਂ ਮਿਲ ਰਿਹਾ ਬਿਕੋਜ਼ DLI ਚੋਂ ਇਹਨਾਂ ਦੇ ਨੇਮ ਕੱਟ ਹੋ ਚੁੱਕੇ ਨੇ, ਤਾਂ ਫਸਟ ਆਫ ਆਲ ਬੱਚਿਆਂ ਕੋਲ ਉਸ ਤੋਂ ਬਾਅਦ ਕੀ ਆਪਸ਼ਨ ਰਹਿ ਜਾਂਦੀ ਹੈ? ਬਿਕੋਜ਼ ਉਸ ਤੋਂ ਬਾਅਦ ਤਾਂ ਫੋਰ ਸ਼ੋਰ ਉਹਨਾਂ ਦਾ ਸਟੱਡੀ ਪਰਮਿਟ ਤਾਂ ਜਿਹੜਾ ਖਤਮ ਹੋਇਆ ਉਹ ਵਰਕ ਪਰਮਿਟ ਤੇ ਵੀ ਨਹੀਂ ਜਾ ਸਕੇ, ਉਹ ਇੰਸਟੈਂਟਲੀ ਇਲੀਗਲ ਹੋ ਰਹੇ ਨੇ ਤੇ ਨਾ ਉਹ ਨਵੇਂ ਕਾਲਜ ਐਡਮਿਸ਼ਨ ਲੈ ਸਕਦੇ ਬਿਕੋਜ਼ ਦੇ ਆਲਰੇਡੀ ਪੇ $25,000 ਦੇ ਨਾਟ ਗੋਣਾ ਪੇ ਅਗੇਨ। ਤੇ ਦੂਸਰਾ ਮੇਰਾ ਜਿਹੜਾ ਕੁਐਸਚਨ ਹੈ ਕਿ ਜੇ ਅਸੀਂ ਸਾਰੀ ਗੱਲ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਸਿੱਟ ਰਹੇ ਹਾਂ ਤੇ ਸਿਰਫ ਤੁਸੀਂ ਨਹੀਂ, ਮੈਂ ਨਹੀਂ, ਸਾਰਾ ਕੈਨੇਡਾ ਇਸ ਚੀਜ਼ ਤੋਂ ਜਾਣੂ ਹੈ ਕਿ ਕਿਊਬੈਕ ਦੀ ਗਵਰਨਮੈਂਟ ਇੰਗਲਿਸ਼ ਸਪੀਕਿੰਗ ਕਾਲਜਿਸ ਨੂੰ ਸਪੋਰਟ ਨਹੀਂ ਕਰਦੀ, ਤੇ ਆਪਾਂ ਇਸ ਮੌਕੇ ਤੇ ਕਿਵੇਂ ਸੋਚ ਲਈਏ ਕਿ ਸਾਡੇ ਇਸ ਮੁੱਦੇ ਨੂੰ ਪ੍ਰੋਵਿੰਸ਼ੀਅਲ ਗਵਰਨਮੈਂਟ ਸੁਣੇਗੀ ਜਾਂ ਨਹੀਂ? ਇਸ ਲਈ ਆਪਾਂ ਇੱਥੇ ਉਮੀਦ ਇਹ ਕਰ ਰਹੇ ਹਾਂ ਵੀ ਫੈਡਰਲ ਗਵਰਨਮੈਂਟ ਵਿੱਚ ਆ ਕੇ ਸਟੈਪ ਇਨ ਕਰੇ ਤੇ ਉਹ ਵਿੱਚ ਆ ਕੇ ਆਪਦਾ ਹਿੱਸਾ ਪਾਉਣ, ਕਿਉਂਕਿ ਸਾਨੂੰ ਇਸ ਟਾਈਮ ਤੇ ਕਿਊਬੈਕ ਗਵਰਨਮੈਂਟ ਤੋਂ ਕੋਈ ਵੀ ਉਮੀਦ ਨਹੀਂ ਹੈ। ਸੋ ਮੇਰੇ ਦੋ ਕੁਐਸਚਨਸ ਨੇ, ਜੇ MP ਸਾਹਿਬ ਇਹਦਾ ਕੋਈ ਜਵਾਬ ਦੇ ਸਕਣ ਤਾਂ। ਰਣਦੀਪ ਜੀ। ਹਾਂਜੀ, ਦੇਖੋ ਜਿਹੜੀ ਉਹ ਪਹਿਲਾ ਕੁਐਸਚਨ ਹੈ ਉਹਦੇ ਵਿੱਚ ਮੈਂ ਸਪੈਸੀਫਿਕ ਇੰਡੀਵਿਜੂਅਲ ਦੇ ਮੈਨੂੰ ਕੇਸ ਨਹੀਂ ਪਤਾ, ਉਹ ਸ਼ਾਇਦ ਜਿਹੜੇ MP ਉੱਥੇ ਦੇ ਹੋਣ, ਅੰਜੂ ਢਿੱਲੋਂ ਵਰਗੇ ਜਾਂ ਹੋਰ ਜਿਹਨਾਂ ਦੇ ਕੋਲ ਸਟੂਡੈਂਟ ਗਏ ਹੋਣਗੇ ਉਹਨਾਂ ਨੂੰ ਜ਼ਿਆਦਾ ਵੇਰਵਾ ਹੋਊਗਾ ਵੀ ਕਿਹਨਾਂ ਨੂੰ ਦੇ ਦਿੱਤਾ ਕਿਹਨਾਂ ਨਹੀਂ। ਮੈਂ ਜਨਰਲੀ ਜੋ ਮੈਂ ਪੜ੍ਹਿਆ ਸੀਗਾ ਆਨਲਾਈਨ ਮੈਂ ਉਹਦੇ ਮੁਤਾਬਕ ਜਵਾਬ ਦਿੱਤਾ ਸੀਗਾ। ਸੋ ਅਗੇਨ ਮੇ ਬੀ ਕਾਲਜ ਇਹ ਵਿਵਾਦ ਕਰ ਰਹੇ ਹੋਣਗੇ ਬਿਟਵੀਨ ਸਟੂਡੈਂਟਸ, ਮੈਂ ਕਹਿ ਨਹੀਂ ਸਕਦਾ। ਸੋ ਮੈਂ ਆਸ ਕਰਦਾ ਕਿ ਜਿਨ੍ਹਾਂ ਨੇ ਕੰਪਲੀਟ ਕੀਤਾ ਉਹਨਾਂ ਨੂੰ ਮਿਲਣਾ ਚਾਹੀਦਾ। ਸੋ ਦੈਟਸ ਅ ਸੈਡ ਸਿਚੁਏਸ਼ਨ। ਮੈਂ ਅਗੇਨ ਇਹ ਖੱਜਲ ਖਰਾਬੇ ਦਾ ਕੋਈ ਜਸਟੀਫਿਕੇਸ਼ਨ ਨਹੀਂ ਕਰਦਾ, ਇਟ ਇਜ਼ ਰੋਂਗ, ਜੋ ਵੀ ਹੋਇਆ ਉਹਨਾਂ ਨਾਲ ਗਲਤ ਹੋਇਆ। ਜਿੱਥੇ ਕੁਬੈਕ ਗਵਰਨਮੈਂਟ ਦੀ ਗੱਲ ਆਉਂਦੀ ਆ ਜਾਂ ਫੈਡਰਲ ਗਵਰਨਮੈਂਟ ਦੀ ਆਉਂਦੀ ਆ, ਅਨਫੋਰਚੂਨਟਲੀ ਸਾਨੂੰ ਆਪਣੇ ਸੂਬੇ ਸਰਕਾਰਾਂ ਦੇ ਨਾਲ ਡੀਲ ਕਰਨਾ ਪੈਂਦਾ। ਜੇ ਅਸੀਂ ਉਸ ਸੂਬੇ ਸਰਕਾਰ ਦੇ ਉਸ ਸੂਬੇ ਦੇ ਵਿੱਚ ਅਸੀਂ ਜਾ ਕੇ ਉਹ ਬਿਜ਼ਨਸ ਕੀਤਾ ਜਾਂ ਅਸੀਂ ਉਹ ਉਪਰਾਲਾ ਕੀਤਾ ਜਾਂ ਐਡਮਿਸ਼ਨ ਲਈ, ਸਾਨੂੰ ਐਕਸਪੈਕਟ ਵੀ ਫਿਰ ਉਹਦੇ ਮੁਤਾਬਕ ਕਰਨਾ ਪਊਗਾ। ਫੈਡਰਲ ਗਵਰਨਮੈਂਟ ਉਹ ਚੀਜ਼ ਨੂੰ ਇਹ ਡਿਵੀਜ਼ਨ ਆਫ ਪਾਵਰ ਜਾਂ ਸੁਪਰਸੀਡਿੰਗ ਆਫ ਪਾਵਰਸ ਨਹੀਂ ਹੈਗੀ, ਅਸੀਂ ਓਵਰਰਾਈਡ ਨਹੀਂ ਉਹਨਾਂ ਨੂੰ ਕਰ ਸਕਦੇ, ਉਹਨਾਂ ਦੇ ਸੈਪਰੇਟਿਡ ਪਾਵਰਸ ਹੈਗੀਆਂ, ਇਸ ਕਰਕੇ ਕਾਫੀ ਡਿਫਰੈਂਟ ਹੈ ਕਈ ਕੰਟਰੀਆਂ ਨਾਲੋਂ। ਸੋ ਸਾਡੇ ਦੇ ਵਿੱਚ ਅਸੀਂ ਉਹਨਾਂ ਨੂੰ ਓਵਰਰਾਈਡ ਨਹੀਂ ਕਰ ਸਕਦੇ, ਇਸ ਕਰਕੇ ਤੁਹਾਨੂੰ ਹੈਵ ਟੂ ਉਹਨਾਂ ਦੇ ਕੋਰਟ ਦੇ ਨਾਲ, ਉਹਨਾਂ ਦੇ MNAs ਦੇ ਨਾਲ ਹੀ ਤੁਹਾਨੂੰ ਡੀਲ ਕਰਨਾ ਪਊਗਾ। ਔਰ ਜਸਟ ਟੂ ਗਿਵ ਯੂ ਇੱਕ ਲਾਸਟ ਐਗਜ਼ਾਮਪਲ, ਇਹ ਕੈਨੇਡੀਅਨਸ ਜਦੋਂ ਫੋਰ ਐਗਜ਼ਾਮਪਲ ਸਿੰਪਸਨ ਸੀਅਰਸ ਬਹੁਤ ਵੱਡੀ ਚੇਨ ਸੀਗੀ ਕੈਨੇਡਾ ਦੇ ਵਿੱਚ, ਹਡਸਨ ਬੇ ਕੰਪਨੀ ਵਰਗੀ, ਜਦੋਂ ਇਹ ਵੀ ਬੈਂਕਰਪਟ ਹੋਈ ਉੱਥੇ ਲੋਕਾਂ ਨੇ 40 50 ਸਾਲ 30 ਸਾਲ ਕੰਮ ਕੀਤਾ, ਉਹਨਾਂ ਦੀਆਂ ਪੈਨਸ਼ਨਾਂ ਵੀ ਜਦੋਂ ਬੈਂਕਰਪਸੀ ਹੋ ਗਈਆਂ ਸੀ ਉਹ ਵੀ ਐਟ ਕੁਐਸਚਨ ਹੋਈਆਂ ਸੀਗੀਆਂ। ਦੋਜ਼ ਆਰ ਕੈਨੇਡੀਅਨਸ ਇੱਥੇ ਦੇ ਜੰਪ ਵਾਲ ਕੰਮ ਕਰਦੇ, PR ਜੋ ਵੀ ਕਹਿ ਲਓ, ਜਿਹਨੀ 30 ਆਪਣੀ ਜ਼ਿੰਦਗੀਆਂ ਲਾਤੀਆਂ ਸੀਗੀਆਂ। ਪਰ ਅਗੇਨ ਲਾਅ ਦੇ ਮੁਤਾਬਕ ਇਹੀ ਹੈ ਕਿ ਤੁਹਾਨੂੰ ਉਹਦੀ ਪ੍ਰਾਇਓਰਿਟੀ ਜ਼ਰੂਰ ਉਹਨਾਂ ਨੂੰ ਮਿਲੀ ਆ ਜਦੋਂ ਡਿਸਟਰੀਬਿਊਟ ਹੋਏ ਫੰਡਸ ਕਿ ਪੈਨਸ਼ਨ ਫੰਡ, ਪਰ ਉਹਨਾਂ ਨੂੰ ਸਾਰੇ ਸੈਂਟਸ ਔਨ ਦਾ ਡਾਲਰ ਨਹੀਂ ਮਿਲੇ। ਗਵਰਨਮੈਂਟ ਪ੍ਰਾਈਵੇਟ ਸੈਕਟਰ ਦੇ ਵਿੱਚ ਐਜ਼ ਐਨ ਇੰਸ਼ੋਰੈਂਸ ਏਜੰਸੀ ਨਹੀਂ ਕੰਮ ਕਰਦੀ। ਇਹ ਕਾਨੂੰਨ ਬਦਲ ਸਕਦੇ ਹੁਣ ਗਾਂ ਤੋਂ, ਸ਼ਾਇਦ ਇਹਦੇ ਸਖਤੀ DLI ਦੇ ਹੋ ਸਕਦੇ ਆ ਕਾਨੂੰਨ, ਪਰ ਉਹ ਫਾਈਨੈਂਸ਼ੀਅਲ ਪਾਰਟ ਦੇ ਵਿੱਚ ਅਨਫੋਰਚੂਨੇਟਲੀ ਉਹ ਨਹੀਂ ਇੰਸ਼ੋਰ ਕਰਦੀ ਹੈ। ਨਾ ਹੀ ਹੋਰ ਇੱਥੇ ਦੇ ਜਿਹੜੇ ਕਾਲਜ ਆ, ਗਵਰਨਮੈਂਟ ਰਨ ਕਾਲਜ ਆ ਜਾਂ ਮੇਨ ਸਟਰੀਮ ਇੰਸਟੀਟਿਊਟ ਜਾਂ ਕਮਿਊਨਿਟੀ ਕਾਲਜ, ਨਾ ਹੀ ਜਿਹੜੇ ਪ੍ਰਾਈਵੇਟ ਆ। ਹਾਂ, ਇਹ ਕਨਵਰਸੇਸ਼ਨ ਜ਼ਰੂਰ ਸ਼ੁਰੂ ਹੋਊਗੀ ਕਿ ਉਹ ਜਿਹੜੇ ਕਾਲਜ ਆ ਉਹਨਾਂ ਦੇ ਉੱਤੇ ਜ਼ਿਆਦਾ ਸਖਤੀ ਚਾਹੀਦੀ ਔਰ ਸਟੈਂਡਰਡਾਈਜੇਸ਼ਨ ਜ਼ਿਆਦਾ ਚਾਹੀਦਾ। ਸ਼ਾਇਦ ਫਿਊਚਰ 'ਚ ਇਹ ਵੀ ਅਪੀਲ ਕੀਤੀ ਜਾਣੀ ਚਾਹੀਦੀ ਸਟੂਡੈਂਟਾਂ ਵੱਲੋਂ ਕਿ ਇਹ ਜਿਹੜੇ ਪੈਸੇ ਆ ਇਹ ਟਰਸਟ 'ਚ ਰੱਖਣੇ ਚਾਹੀਦੇ ਆ, ਜਦੋਂ ਸਮੈਸਟਰ ਫਿਨਿਸ਼ ਹੁੰਦਾ ਉਹ ਟਰਸਟ ਅਕਾਊਂਟ 'ਚੋਂ ਰਿਲੀਜ਼ ਕਰ ਲੈਣ, ਤੁਹਾਡਾ ਟ੍ਰਾਂਸਕ੍ਰਿਪਟ ਮਿਲ ਗਿਆ ਐਕਸੈਟਰਾ। ਥੀਸ ਆਰ ਟਾਈਪ ਆਫ ਆਪਸ਼ਨਸ ਜਿਹੜੇ ਕਿ ਪ੍ਰਪੋਜ਼ ਕਰਨੇ ਚਾਹੀਦੇ ਸਟੂਡੈਂਟ, ਜਿਹੜੇ ਆਪਣੇ ਐਕਸਪੀਰੀਅੰਸ ਦੇ ਮੁਤਾਬਕ ਦੇ ਕੇ ਮੈਨੂੰ ਵੀ ਆ ਕੇ ਦੇਣ। ਆਈ ਵੁੱਡ ਬੀ ਮੋਰ ਦੈਨ ਹੈਪੀ ਗੋਇੰਗ ਫੋਰਵਰਡ। ਪਰ ਅਨਫੋਰਚੂਨਟਲੀ ਇਹਨਾਂ ਦਾ ਰੈਮੇਡੀ ਜਿਹੜਾ ਇਸ ਵੇਲੇ ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਵਾਸਤੇ ਇਹੀ ਰੈਮੇਡੀ ਹੈ ਕਿ ਉਹਨਾਂ ਨੂੰ ਕੋਰਟ, CCAA ਐਂਡ ਗਵਰਨਮੈਂਟ, ਉਹ ਗਵਰਨਮੈਂਟ ਨੂੰ ਵੀ ਸੂ ਕਰ ਸਕਦੇ ਜੇ ਉਹ ਜਿਹੜਾ ਕੇਸ ਜਿਹੜਾ ਉਹਨਾਂ ਦੇ ਉੱਤੇ ਕੀਤਾ ਗਿਆ ਸੀ ਜਿੰਨਾ ਕਾਲਜ ਬੰਦ ਹੋਇਆ, ਜੇ ਉਹ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਇਹਨਾਂ ਦਾ ਘਪਲੇ ਕਾਰਨ ਦਾ ਹੋਇਆ, ਸ਼ਾਇਦ ਕੋਰਟ ਉਹਨਾਂ ਨੂੰ ਵੀ ਫਾਈਂਡ ਕਰੇ ਲਾਇਬਲ। ਸੋ ਫੈਡਰਲ ਸਰਕਾਰ ਦੇ ਦੂਜੇ ਸ਼ਬਦਾਂ ਦੇ ਵਿੱਚ ਇਸ ਮਾਮਲੇ ਤੇ ਹੱਥ ਪੂਰੀ ਤਰ੍ਹਾਂ ਖੜੇ ਆ।
ਜਿੱਥੇ ਫਾਈਨੈਂਸ਼ੀਅਲ ਮੈਟਰ ਹੈਗਾ, ਜਿੱਥੇ ਤੁਹਾਡਾ ਵੀਜ਼ੇ ਦਾ ਹੈਗਾ, ਉੱਥੇ ਇਹ ਮਦਦ ਸਿਰਫ ਕਰ ਸਕਦੇ ਕਿ ਜਦੋਂ ਤੁਸੀਂ ਹੋਰ ਐਡਮਿਸ਼ਨ ਲੈਂਦੇ ਆ ਜਾਂ ਹੋਰ ਉੱਥੇ ਆਲਟਰਨੇਟ ਕਰ ਲਏ, ਉੱਥੇ ਜ਼ਰੂਰ ਅਸਿਸਟੈਂਸ ਕੋਈ ਹੋ ਸਕਦੀ ਆ, ਜਿਵੇਂ ਆਲਰੇਡੀ ਹੈਗਾ 150 ਦਿਨ ਦੇ ਵਿੱਚ ਤੁਸੀਂ ਕਰ ਸਕਦੇ, ਉਹ ਹੈਗਾ। ਅਦਰਵਾਈਜ਼ ਫਾਈਨੈਂਸ਼ੀਅਲ ਦੇ ਵਿੱਚ ਹਾਂਜੀ ਇਹਦੇ ਵਿੱਚ ਕੋਈ ਫੈਡਰਲ ਗਵਰਨਮੈਂਟ ਦਾ ਵਿੱਚ ਇਹਦੇ 'ਚ ਨਹੀਂਗਾ। ਸੋ ਜਿਹੜੇ ਬੱਚਿਆਂ ਨੇ ਇੰਡੀਆ ਤੋਂ ਇਸ ਵੇਲੇ ਆਨਲਾਈਨ ਕਲਾਸਿਸ ਲਈਆਂ ਨੇ, ਜਿਨ੍ਹਾਂ ਦੇ ਵੀਜ਼ਾ ਰਿਫਿਊਜ਼ ਹੋ ਗਏ ਨੇ, ਕੀ ਇਹ ਸੰਭਾਵਨਾ ਹੈਗੀ ਆ ਕਿ ਜੇ ਉਹਨਾਂ ਨੇ 1.5 2 ਸਾਲ ਜਾਂ ਸਾਲ ਭਰ ਕਲਾਸਿਸ ਉਹ ਲੈਂਦੇ ਰਹੇ ਆ, ਉਹਨਾਂ ਦੀ ਜੇ ਉਹ ਦੂਸਰੇ ਕਾਲਜ ਦੇ ਵਿੱਚ ਐਡਮਿਸ਼ਨ ਦੀ ਗੱਲ ਚੱਲ ਰਹੀ ਹੁੰਦੀ ਹੈ, ਕਿ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਰਿਆਇਤ ਦਿੱਤੀ ਜਾ ਸਕਦੀ ਹੈ, ਉਹਨਾਂ ਦੇ ਵੀਜ਼ੇ ਦੀ ਸੰਭਾਵਨਾ ਵੱਧ ਹੋ ਸਕਦੀ ਹੈ? ਦੇਖੋ ਉਹ ਤਾਂ ਬਿਟਵੀਨ ਕਾਲਜ ਐਂਡ ਕਾਲਜ ਹੈ ਨਾ, ਉਹਨੇ ਜਿਹੜੀ ਫੀਸ ਦਿੱਤੀ ਆ ਉਹਨੇ ਗ੍ਰੇਨੀ ਗਵਰਨਮੈਂਟ ਨੂੰ ਨਹੀਂ ਦਿੱਤੀ, ਉਹਨੇ ਤਾਂ ਇੱਕ ਕਾਲਜ ਨੂੰ ਦਿੱਤੀ ਤਾਂ ਦੂਸਰੀ, ਜੇ ਦੂਸਰਾ ਕਾਲਜ ਕਹੂਗਾ, ਜੇ ਦੂਸਰਾ ਕਾਲਜ ਕਰੂਗਾ ਕਿ ਅਸੀਂ ਜੇ ਤੁਹਾਨੂੰ ਨਰਮੀ ਦੇ ਦਿੰਦੇ ਆ ਕਿਉਂਕਿ ਤੁਸੀਂ ਆਲਰੇਡੀ ਇਹ ਕੀਤਾ, ਉਹ ਕਾਲਜ ਦੇ ਸਕਦਾ, ਪਰ ਅਨਫੋਰਚੂਨੇਟਲੀ ਅਸੀਂ ਨਹੀਂ ਉਹਦੇ ਵਿੱਚ ਕਰ ਸਕਦੇ ਨਾ। ਸੋ ਵੀਜ਼ੇ ਦੇ ਵਿੱਚ ਕੋਈ ਨਰਮੀ ਦੀ ਕੋਈ ਉਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਹੈਗੀ ਕਿ ਜੇ ਉਹਨਾਂ ਨਾਲ ਇਸ ਤਰ੍ਹਾਂ ਹੋਇਆ ਕਿ ਉਹਨਾਂ ਨੂੰ ਪੋਸੀਬਲੀ ਵੀਜ਼ੇ ਦੇ ਵਿੱਚ, ਪਰ ਉਹ ਕਿਸ ਤਰ੍ਹਾਂ ਗੁੰਜਾਇਸ਼ ਹੋ ਜਾਏ ਨਾ, ਅਸੀਂ ਉਹਨਾਂ ਨੂੰ ਕੋਈ ਕੰਟਰੋਲ ਨਹੀਂ ਕਰਦੇ ਨਾ, ਉਹ ਪ੍ਰੋਵਿੰਸ਼ਲੀ ਰੈਗੂਲੇਟਡ ਸਕੂਲ ਆ, ਉਹ ਨਹੀਂ ਦੱਸਣਾ ਕਿ ਫੀਸ ਅਸੀਂ ਲੈਣੀ ਕਿ ਨਹੀਂ ਲੈਣੀ, ਰਿਆਇਤ ਕਰਨੀ ਜਾਂ ਨਹੀਂ ਕਰਨੀ। ਉਹ ਫੈਡਰਲੀ ਨਾ ਲਾਇਸੈਂਸਡ ਆ, ਨਾ ਫੈਡਰਲ ਦੀ ਅਥਾਰਟੀ ਦੇ ਅੰਡਰ ਆ, ਨਾ ਫੈਡਰਲੀ ਉਹ ਫੰਡਡ ਹੈਗੇ ਆ। ਰਣਦੀਪ ਜੀ, ਇੰਨਾ ਕੁ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਮੈਂ ਉਮੀਦ ਕਰਦੀ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਜਿਹੜੇ ਕੋਈ ਬੱਚਿਆਂ ਦੇ ਇਸ ਤਰ੍ਹਾਂ ਦੇ ਹੋਰ ਸਵਾਲ ਆਉਣਗੇ, ਤੁਸੀਂ ਉਹਨਾਂ ਦਾ ਇਸੇ ਤਰੀਕੇ ਦੇ ਨਾਲ ਖੁੱਲ੍ਹ ਕੇ ਜਵਾਬ ਦੇ ਸਕੋਗੇ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਾਡੇ ਆਪਣੇ ਐਮਪੀਜ਼ ਨੇ, ਸਾਡੇ ਆਪਣੇ ਭਾਈਚਾਰੇ ਦੇ ਐਮਪੀਜ਼ ਨੇ, ਸ਼ਾਇਦ ਅਸੀਂ ਉਹਨਾਂ ਨੂੰ ਆਪਣੀ ਗੱਲ ਜ਼ਿਆਦਾ ਸਮਝਾ ਸਕਦੇ ਹਾਂ, ਸ਼ਾਇਦ ਉਹ ਸਾਡੀ ਗੱਲ ਜ਼ਿਆਦਾ ਸਮਝ ਸਕਦੇ ਆ, ਇੱਕ ਆਸ ਉਹਨਾਂ ਨੂੰ ਹੁੰਦੀ ਹੈ। ਥੈਂਕ ਯੂ ਸੋ ਮਚ। ਯੂ ਵੈਲਕਮ। ਥੈਂਕ ਯੂ ਜੀ। ਮੇਰੇ ਖਿਆਲ ਅਮਿਤ ਹਾਲੇ ਤੱਕ ਸਾਡੇ ਨਾਲ ਮੌਜੂਦ ਨੇ। ਅਮਿਤ ਦੇ ਨਾਲ ਇੱਕ ਵਾਰੀ ਫਿਰ ਮੈਂ ਜੁੜ ਰਹੀ ਹਾਂ। ਹਾਂਜੀ ਅਮਿਤ, ਮੇਰੀ ਆਵਾਜ਼ ਪਹੁੰਚ ਰਹੀ ਤੁਹਾਡੇ ਤੱਕ? ਅਮਿਤੋਜ? ਹਾਂਜੀ ਹਾਂਜੀ, ਆਈ ਐਮ ਔਨ ਦ ਲਾਈਨ। ਹਾਂਜੀ ਅਮਿਤੋਜ, ਸੋ ਜਿਹੜੀ ਗੱਲ ਤੁਹਾਡੀ ਬਚ ਗਈ ਸੀ, ਮੈਂ ਚਾਹੁੰਦੀ ਹਾਂ ਕਿ ਉਹ ਮੁਕੰਮਲ ਕਰੋ ਤੁਸੀਂ ਗੱਲ ਪਲੀਜ਼। ਮੈਂ ਐਮਪੀ ਸਾਹਿਬ ਦੀ ਗੱਲ ਦਾ ਛੋਟਾ ਜਿਹਾ ਜਵਾਬ ਦੇਣਾ ਚਾਹੁੰਦਾ। ਉਹਨਾਂ ਨੇ ਬੜੀ ਚੰਗੀ ਸਲਾਹ ਦਿੱਤੀ, ਮੈਨੂੰ ਲੱਗਦਾ ਇਹ ਸਲਾਹ ਹਰ ਇੱਕ ਕੋਲ ਹੈਗੀ ਆ। ਇਹ ਸਲਾਹ ਤਾਂ ਏਜੰਟ ਚੁੱਕੀ ਫਿਰਦੇ ਨੇ, ਜਦੋਂ ਅਸੀਂ ਪ੍ਰੋਟੈਸਟ ਵੀ ਕਰਦੇ ਹਾਂ ਏਜੰਟ ਉੱਥੇ ਤੁਰੇ ਫਿਰਦੇ ਨੇ ਵੀ ਸਾਡੇ ਕਾਲਜ 'ਚ ਆ ਜਾਓ, ਸਾਡੇ 'ਚ ਆ ਜਾਓ, ਅਸੀਂ ਤੁਹਾਨੂੰ ਕਰਾ ਦਿੰਦੇ ਹਾਂ। ਪੈਸੇ ਦੇ ਕੇ ਤਾਂ ਮਸਲਾ ਹੱਲ ਹੋਣਾ, ਫਿਰ ਸਰਕਾਰ ਅਸੀਂ ਕਾਹਦੇ ਲਈ ਚੁਣ ਕੇ ਨੁਮਾਇੰਦੇ ਭੇਜੇ ਨੇ? ਪੈਸੇ ਦੇ ਕੇ ਤਾਂ ਫਿਰ LMIs ਵੀ ਲੈ ਲੈਣਗੇ, ਪੈਸੇ ਦੇ ਕੇ ਤਾਂ ਕੁਝ ਹੋਰ ਵੀ ਕਰ ਲੈਣਗੇ, ਪੈਸੇ ਦੇ ਕੇ ਤਾਂ ਕੰਟਰੈਕਟ ਮੈਰਿਜਸ ਵੀ ਕਰਾ ਲੈਣਗੇ, ਪੈਸੇ ਦੇ ਕੇ ਤਾਂ ਕੁਝ ਵੀ ਸਟੈਪ ਲੈ ਲੈਣਗੇ। ਪਰ ਪੈਸੇ ਵੀ ਕੌਣ ਦਊ ਇਹਨਾਂ ਨੂੰ? ਇਹਦਾ ਵਿਚਾਰੇ ਕੰਮ ਨਹੀਂ ਕਰ ਸਕਦੇ ਸਿੰਧ ਤੇ 20 ਆਵਰਸ ਕੰਮ ਨਹੀਂ। ਸਰਕਾਰ ਨੂੰ ਜਦੋਂ ਕੋਵਿਡ ਵੇਲੇ ਇਹਨਾਂ ਨੂੰ ਲੋੜ ਸੀ, ਜਦੋਂ ਇੱਥੇ ਦੇ ਵਰਕ ਫੋਰਸ ਬਹਿ ਗਈ ਘਰਾਂ 'ਚ ਕੈਨੇਡਾ ਦੀ, ਉਦੋਂ ਇਹਨਾਂ ਨੇ ਸਟੂਡੈਂਟ ਯਾਦ ਆ ਗਈ, ਉਦੋਂ ਸਟੂਡੈਂਟਸ ਨੂੰ ਕਹਿੰਦੇ 50-50 ਘੰਟੇ ਕੰਮ ਕਰ ਲਓ। ਕਿਉਂ ਬਾਈ ਤੁਸੀਂ ਸਟੂਡੈਂਟ ਨੂੰ ਯੂਜ਼ ਕਰਦੇ ਹੋ? ਤੁਸੀਂ ਫਰਕ ਦੇਖੋ ਕਿੱਡਾ ਵੱਡਾ ਡੋਮੈਸਟਿਕ ਤੇ ਇੰਟਰਨੈਸ਼ਨਲ ਸਟੂਡੈਂਟ ਦਾ, ਹਨਾ। ਇੰਟਰਨੈਸ਼ਨਲ ਸਟੂਡੈਂਟ ਮਤਲਬ ਕਿ ਜੇ ਡੋਮੈਸਟਿਕ ਸਟੂਡੈਂਟ $10,000 ਫੀਸ ਭਰਦਾ ਪੂਰੇ ਕੋਰਸ ਦੀ, ਤਾਂ ਇੰਟਰਨੈਸ਼ਨਲ $50,000 ਭਰਦਾ ਪੂਰੇ ਕੋਰਸ ਦੀ। ਜੇ ਡੋਮੈਸਟਿਕ ਸਟੂਡੈਂਟ ਕੰਮ ਕਰਦਾ $20 ਆਵਰ ਤੇ, ਇੰਟਰਨੈਸ਼ਨਲ ਕਰਦਾ $10 ਆਵਰ ਤੇ ਮਤਲਬ ਇੱਥੇ ਤੁਹਾਡੀ ਇਕਨੋਮੀ ਵੀ ਚਲਾ ਰਹੇ ਨੇ, ਲੋ ਵੇਜਿਸ ਤੇ ਤੁਹਾਡੀ ਇੰਡਸਟਰੀ 'ਚ ਪ੍ਰੋਡਕਸ਼ਨ ਵੀ ਕਰ ਰਹੇ ਨੇ, ਤੁਹਾਡੀ ਇਕਨੋਮੀ ਵੀ $1 ਬਿਲੀਅਨ 'ਚ। ਕੈਨੇਡਾ ਨੂੰ 22 ਤੋਂ ਜ਼ਿਆਦਾ $1 ਬਿਲੀਅਨ ਸਾਲ ਦੀ ਕਮਾਈ ਸਟੂਡੈਂਟਸ ਤੋਂ ਆ, ਰਾਈਟ। ਉਹ ਤੁਹਾਨੂੰ ਦੇ ਕੇ ਤੁਹਾਡੇ ਤੋਂ ਐਜੂਕੇਸ਼ਨ ਮੰਗ ਰਹੇ ਨੇ, ਤੁਹਾਡੇ ਤੋਂ ਕੁਝ ਹੋਰ ਥੋੜੀ ਕੁਝ ਮੰਗ, ਕੋਈ ਟੈਰਰਿਸਟ ਥੋੜੀ ਨੇ, ਤੁਹਾਡੇ ਤੇ ਬੋਝ ਥੋੜੀ ਬਣੇ ਨੇ। ਕੈਨੇਡਾ ਫੈਡਰਲ ਨੇ ਕਿੰਨੀ ਸਪੋਰਟ ਸੀਰੀਆ ਦੀ ਕੀਤੀ, ਕਿੰਨੀ ਅਫਗਾਨਿਸਤਾਨ ਦੀ ਕੀਤੀ, ਕਿੰਨੀ ਰਿਫਿਊਜੀਜ਼ ਦੀ ਕੀਤੀ। ਉਹ ਤਾਂ ਵਿਚਾਰੇ ਇੱਥੇ ਪੜ੍ਹਨ ਆਏ ਨੇ, ਉਹ ਸੁਸਾਈਡ ਡਿਪਰੈਸ਼ਨ 'ਚ ਤੁਸੀਂ ਹਾਲਤ ਦੇਖੋਗੇ ਤੁਹਾਨੂੰ ਰੋਣਾ ਆ ਜਾਊਗਾ। ਮਤਲਬ ਅਸੀਂ ਕੋਲ ਹੋ ਕੇ ਉਹਨਾਂ ਨੂੰ ਸਮਝਿਆ ਇਸ ਚੀਜ਼ ਨੂੰ, ਤਾਂ ਅਸੀਂ ਇੱਕ ਮੀਟਿੰਗ ਕੀਤੀ, ਤਾਂ ਇਹ ਗੱਲ ਆਵਾਜ਼ ਉੱਠੀ ਆ। ਨਹੀਂ ਜੇ ਉਹ ਇੰਨੇ ਜੁਗੇ ਹੁੰਦੇ, ਉਹ ਆਪਣੀ ਆਵਾਜ਼ 1.5 ਸਾਲ ਪਹਿਲਾਂ ਨਾ ਚੁੱਕ ਲੈਂਦੇ, ਜਦੋਂ ਤੋਂ ਉਹਨਾਂ ਦਾ ਇਹਨਾਂ ਨਾਲ ਇਹ ਕੁਝ ਹੋ ਰਿਹਾ। ਬੜਾ ਈਜ਼ੀ ਐਮਪੀ ਸਾਹਿਬ ਨੇ ਜ਼ਿੰਮੇਵਾਰੀ ਨਿਭਾਈ। ਵੀ ਡੋਂਟ ਐਕਸਪੈਕਟ ਦਿਸ ਥਿੰਗ। ਸਾਨੂੰ ਸੀ ਕੋਈ ਰਿਸਪੌਂਸਿਬਲ ਬੰਦਾ ਆਇਆ, ਸ਼ਾਇਦ ਸਾਡੀ ਆਵਾਜ਼ ਅੱਗੇ ਤੱਕ ਸਰਕਾਰ ਤੱਕ ਲੈ ਕੇ ਜਾਊਗਾ, ਵੀ ਗਵਰਨਮੈਂਟ ਇਮੀਗ੍ਰੇਸ਼ਨ ਮਿਨਿਸਟਰ ਦਾ ਗੱਲ ਪਹੁੰਚਾਊਗਾ ਵੀ ਉਹ ਫੈਡਰਲ ਕੰਡੀਸ਼ਨਲ ਇਹਨਾਂ ਨੂੰ ਵਰਕ ਪਰਮਿਟ ਦੇ ਦੇਣ ਜਾਂ ਕੰਡੀਸ਼ਨਲ ਇਹਨਾਂ ਨੂੰ ਸਟੇਟਸ ਦੇ ਦੇਣ, ਤਾਂ ਜੋ ਇਹਨਾਂ ਦੀ ਹੈਲਪ ਆਊਟ ਹੋ ਸਕੇ। ਸਾਨੂੰ ਪਤਾ ਕਿਊਬੈਕ 'ਚ ਉਹ ਸਾਨੂੰ ਲਾਈਕ ਨਹੀਂ ਕਰਦੇ ਕਿਉਂਕਿ ਅਸੀਂ ਫ੍ਰੈਂਚ ਨਹੀਂ ਬੋਲਦੇ, ਦੇ ਵਾਂਟ ਟੂ ਸਪੀਕ ਫ੍ਰੈਂਚ, ਪਰ ਅਸੀਂ ਨਹੀਂ ਬੋਲਦੇ ਫ੍ਰੈਂਚ, ਠੀਕ। ਤੇ ਇੱਥੇ ਡਿਸਕ੍ਰਿਮੀਨੇਸ਼ਨ ਵੀ ਬੱਚੇ ਫੇਸ ਕਰਦੇ ਨੇ। ਬੱਚੇ ਕੀ ਕੁਝ ਫੇਸ ਕਰ ਰਹੇ ਹੋ, ਆਪਣੇ ਪਰਿਵਾਰ ਤੋਂ ਵੀ ਦੂਰ ਨੇ, ਮਤਲਬ। ਸੋ ਤੁਹਾਨੂੰ ਕੀ ਲੱਗ ਰਿਹਾ ਅਮਿਤੋਜ, ਕੀ ਲੱਗ ਰਿਹਾ ਤੁਹਾਨੂੰ ਇਸ ਵੇਲੇ? ਤੁਸੀਂ ਇੱਕ ਗੱਲ ਕਹੀ ਹੈ ਕਿ ਤੁਸੀਂ ਚਾਹੁੰਦੇ ਆ ਕਿ ਫੈਡਰਲ ਗਵਰਨਮੈਂਟ ਘੱਟੋ ਘੱਟ ਇਸ ਚੀਜ਼ ਦੀ ਰਿਲੈਕਸੇਸ਼ਨ ਦੇ ਜਾਵੇ ਕਿ ਇਹਨਾਂ ਨੂੰ ਕੰਡੀਸ਼ਨਲ ਵਰਕ ਪਰਮਿਟ ਮਿਲ ਜਾਣ। ਹੋਰ ਕੀ ਤੁਹਾਨੂੰ ਹੱਲ ਦਿਸਦੇ ਨੇ? ਮੈਂ ਨਹੀਂ ਕਹਿੰਦਾ ਕੰਡੀਸ਼ਨਲ ਵਰਕ ਪਰਮਿਟ ਦੇ, ਇਹ ਕਹਿਣਾ
ਜਿਵੇਂ ਇੰਡੀਆ 'ਚ ਪਿਛਲੇ ਸਾਲ ਕੋਵਿਡ ਵੇਲੇ ਸਕੂਲਸ ਬੰਦ ਸੀਗੇ, ਇਹਨਾਂ ਨੇ ਕੰਡੀਸ਼ਨਲ ਦੇਖ ਕੇ ਪਿਛਲੇ ਕ੍ਰੈਡਿਟ ਚੈੱਕ ਕਰਕੇ ਉਹਨਾਂ ਨੂੰ ਪਾਸ ਆਊਟ ਕਰਕੇ ਨੈਕਸਟ ਸਟੈਂਡਰਡ 'ਚ ਭੇਜਤਾ। ਤਾਂ ਜਿਹੜੇ ਆਲਮੋਸਟ ਗ੍ਰੈਜੂਏਸ਼ਨ ਜਿਨ੍ਹਾਂ ਦੀ 10-10 ਦਿਨ ਦੀ ਕਲਾਸ ਰਹਿ ਗਈ, ਉਹਨਾਂ ਨੂੰ ਗ੍ਰੈਜੂਏਟ ਕੀਤਾ ਜਾਵੇ ਤਾਂ ਜੋ ਅੱਗੇ ਆਪਣੇ ਫਿਊਚਰ ਬਾਰੇ ਸੋਚ ਸਕਣ, ਜਾਂ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾਵੇ, ਜਾਂ ਫੈਡਰਲ ਗਵਰਨਮੈਂਟ ਜਿਹ 'ਚ ਸਟੈਪ ਇਨ ਲੈ ਕੇ ਇਹਨਾਂ ਨੂੰ ਤਲਬ ਕਰੇ ਕਿਊਬੈਕ ਦੀ ਗਵਰਨਮੈਂਟ ਨੂੰ ਵੀ ਤੁਸੀਂ ਤੁਹਾਡਾ ਧਿਆਨ ਕਿੱਥੇ ਆ? ਐਡਾ ਵੱਡਾ ਕਾਰਾ ਹੋ ਰਿਹਾ, ਐਡੀ ਵੱਡੀ $45 ਮਿਲੀਅਨ ਦਾ ਘੁਟਾਲਾ ਹੋਇਆ, ਕੋਈ 1-2 ਬੱਚਿਆਂ ਨਾਲ ਘੁਟਾਲਾ ਹੋਇਆ? ਕੋਈ ਛੋਟੀ ਮੋਟੀ ਗੱਲ? ਮੈਂ ਇੱਕ ਗੱਲ ਹੋਰ ਇਹ 'ਚ ਮੈਂਸ਼ਨ ਕਰਨਾ ਨਾ, ਜਿਹੜੇ ਇਹਦੇ ਮਾਲਕ ਸੀਗੇ ਰਾਈਜ਼ਿੰਗ ਫਿਨਿਕਸ ਕਰਕੇ ਜਿਹੜੇ ਆਏ ਸੀ ਹੋਂਦ 'ਚ, ਇਹ ਇੰਡੀਆ ਗਏ ਸੀ ਟਰੂਡੋ ਸਾਹਿਬ ਨਾਲ ਐਜ਼ ਅ ਕੈਨੇਡੀਅਨ ਡੈਲੀਗੇਸ਼ਨ ਬਣ ਕੇ। ਜਦੋਂ ਇੰਡੀਆ, ਸ਼ਾਇਦ ਤੁਹਾਨੂੰ ਨੌਲੇਜ ਹੋਊ, ਇੰਡੀਆ ਗਏ ਸੀ ਹਨਾ ਟਰੂਡੋ ਸਾਹਿਬ ਵਿਦ ਫੈਮਿਲੀ ਵਿਦ ਐਮਪੀਜ਼, ਰਾਈਟ? ਇਹਦੇ ਜਿਹੜੇ ਮਾਲਕ ਨੇ, ਜਿਹੜੇ ਅਰੈਸਟ 'ਚ ਨੇ, ਜਿਹੜੇ ਇਸ ਟਾਈਮ ਅੰਡਰ ਅਰੈਸਟ ਹੈ ਕੈਰਲ, ਉਹ ਟਰੂਡੋ ਸਾਹਿਬ ਨਾਲ ਇੰਡੀਆ ਗਈ ਸੀ। ਮੈਂ ਉਹਨਾਂ ਦੀ ਫੋਟੋ ਚੈੱਕ ਕਰ ਰਿਹਾ ਸੀ, ਮੈਂ ਤੁਹਾਨੂੰ ਬਾਈ ਨੇਮ, ਤੁਸੀਂ ਕਹੋ ਮੈਂ ਤੁਹਾਨੂੰ WhatsApp ਕਰ ਦਿੰਦਾ ਤੁਹਾਡੇ ਨੰਬਰ ਤੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਇਹਦੇ ਲਿੰਕ ਕਿੱਥੇ ਕਿੱਥੇ ਤੱਕ ਹੈਗੇ ਨੇ। ਇਹਨਾਂ ਦੀ ਟਰੂਡੋ ਸਾਹਿਬ ਨਾਲ ਲਿਖਿਆ ਹੋਇਆ, ਰਾਈਜ਼ਿੰਗ ਫਿਨਿਕਸ ਇੰਟਰਨੈਸ਼ਨਲ ਇਜ਼ ਸੋ ਓਨਰਡ ਟੂ ਹੈਵ ਬੀਨ ਇਨਵਾਈਟਡ ਟੂ ਪਾਰਟਿਸਿਪੇਟ ਇਨ ਦਾ ਕੈਨੇਡਾ ਇੰਡੀਆ ਬਿਜ਼ਨਸ ਫੋਰਮ ਇਨ ਮੁੰਬਈ। ਪਿਕਚਰ ਇਨ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨਾਲ ਪਿਕਚਰ ਆ। ਇਹਨਾਂ ਦੀ ਪਿਕਚਰ ਹੈਗੀ ਆਪਣਾ ਮਿਨਿਸਟਰ ਆਫ ਇਨੋਵੇਸ਼ਨ ਸਾਇੰਸ ਐਂਡ ਇਕਨੋਮੀ ਦਾ ਨਵਦੀਪ ਬੈਂਸ ਜੀ ਨਾਲ ਇਹਨਾਂ ਦੀ ਪਿਕਚਰ ਆ। ਠੀਕ ਹੈ ਜੀ। ਸੋ ਇਹਨਾਂ ਦੀ ਪਿਕਚਰ ਮਤਲਬ CEO ਜਿਹੜੇ ਕੈਰਲ, ਜਿਹੜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਤੇ ਇਹਨਾਂ ਦੇ ਜਿਹੜੇ CEO ਨੇ, ਉਹਨਾਂ ਨਾਲ ਵੀ ਇਹਨਾਂ ਦੇ ਸੈਕਟਰੀ, ਮਤਲਬ ਇਹ ਡੈਲੀਗੇਸ਼ਨ ਬਣ ਕੇ ਗਈ ਸੀ ਇੰਡੀਆ 2018 ਚ, ਤੇ 2019 ਚ ਇਹਨਾਂ ਨੇ ਕਾਲਜਿਸ ਖੋਲਤੇ। ਮਤਲਬ ਇੰਡੀਆ ਕੁਝ ਕਰਨ ਗਈ ਸੀ ਨਾ, ਡੀਲ ਕਰਨ ਗਈ ਹੋਣੀ, ਇਹਨਾਂ ਦੇ ਨਾਲ ਗਈ ਹੈ ਡੈਲੀਗੇਸ਼ਨ, ਬਿਜ਼ਨਸ ਡੈਲੀਗੇਸ਼ਨ ਬਣ ਕੇ। ਅਮਿਤੋਜ ਜੀ, ਤੁਹਾਡੇ ਪੁਆਇੰਟ ਮੈਂ ਨੋਟ ਕਰ ਲਏ ਨੇ ਕੁਝ। ਸ਼ੁਕਰੀਆ ਤੁਹਾਡਾ ਪਾਰਟਿਸਿਪੇਟ ਕਰਨ ਦੇ ਲਈ। ਮੇਰੇ ਕੋਲ ਇਸ ਵੇਲੇ ਹਾਂਜੀ ਇੱਕ ਜੀ ਮੈਂ ਹੋਰ ਦੱਸਣਾ ਚਾਹੁੰਦਾ, ਮੈਂ 1173 ਸਟੂਡੈਂਟ ਕੈਨੇਡਾ ਚ ਨੇ, ਜਿਨ੍ਹਾਂ ਚੋਂ 70% ਗ੍ਰੈਜੂਏਟ ਹੋਣ ਦੀ ਕਗਾਰ ਤੇ ਖੜੇ ਨੇ, ਜਿਨ੍ਹਾਂ ਦੇ ਕਈਆਂ ਦੇ ਜਨਵਰੀ ਜਾਂ ਫੈਬਰਵਰੀ ਚ ਸਟੇਟਸ ਐਕਸਪਾਇਰ ਹੋ ਰਹੇ ਨੇ। ਉਹ ਕਹਿ ਰਹੇ ਨੇ ਹਲੇ 3 ਮਹੀਨੇ ਜਾਂ 150 ਦਿਨ ਹੈਗੇ ਨੇ, ਨਹੀਂ ਹੈਗੇ ਉਹਨਾਂ ਕੋਲ 150 ਦਿਨ, ਜਿਹੜੇ ਆਲਮੋਸਟ ਜਿਨ੍ਹਾਂ ਦੀ। ਇੱਕ ਚੀਜ਼ ਹੋਰ, ਇਹ ਆਪਣੀ ਮਰਜ਼ੀ ਨਾਲ ਲੈਟਰ ਹੈਡ ਆ ਤੇ ਆਪਣੀ ਮਰਜ਼ੀ ਨਾਲ ਸਾਈਨ। ਜੇ ਅੱਜ 2 ਫਰਵਰੀ ਨੂੰ ਆਪਾਂ ਗੱਲ ਕਰ ਰਹੇ, ਜੇ ਲੈਟਰ ਹੈਡ ਐਡਮਿਨਿਸਟ੍ਰੇਸ਼ਨ ਸਾਈਨ ਕਰਦਾ 2 ਫਰਵਰੀ ਨੂੰ ਕਰੂ ਨਾ, ਉਹ ਤਾਂ ਮਾਰਚ ਦੇ ਸਾਈਨ ਕਰ ਦਿੰਦੇ ਨੇ, ਉਹ ਤਾਂ ਅਪ੍ਰੈਲ ਦੇ ਫਿਊਚਰ ਡੇਟ ਤੇ ਸਾਈਨ ਕਿੱਦਾਂ ਕਰ ਦਿੰਦੇ ਨੇ? ਇਟ ਮੀਨਸ ਐਵਰੀਥਿੰਗ ਇਜ਼ ਇਲੀਗਲ ਗੋਇੰਗ ਔਨ। ਸ਼ੁਕਰੀਆ, ਮੈਂ ਤੁਹਾਡੇ ਪੁਆਇੰਟ ਨੋਟ ਕਰ ਲਏ ਆ। ਆਪਾਂ ਇਹਨਾਂ ਬਾਰੇ ਜ਼ਰੂਰ ਗੱਲ ਕਰਾਂਗੇ, ਕਿਉਂਕਿ ਮੇਰੇ ਕੋਲ ਇਸ ਵੇਲੇ ਨਾ ਖਬਰਾਂ ਦੀ ਬ੍ਰੇਕ ਦਾ ਸਮਾਂ ਹੈ। ਤੁਸੀਂ ਚਾਹੋ ਤਾਂ ਤੁਸੀਂ ਹੋਲਡ ਵੀ ਰੱਖ ਸਕਦੇ ਹੋ, ਜਾਂ ਤੁਸੀਂ ਦੁਬਾਰਾ ਵੀ ਕਾਲ ਕਰ ਸਕਦੇ ਹੋ। ਨਹੀਂ, ਤੁਸੀਂ ਮੈਨੂੰ ਕਰ ਲਿਓ ਜਦੋਂ ਮਰਜ਼ੀ। ਤੇ 6.4 ਮਿਲੀਅਨ ਰਿਫੰਡ ਪਿਆ, ਜਿਹੜਾ ਬੱਚੇ ਇੰਡੀਆ ਜਿਨ੍ਹਾਂ ਦਾ ਇਹਨਾਂ ਨੇ 1.5 ਸਾਲ ਪੜ੍ਹਾ ਕੇ ਉਹਨਾਂ ਦਾ ਟਾਈਮ ਖਰਾਬ ਕਰਕੇ ਉਹਨਾਂ ਨੂੰ ਰਿਫਿਊਜ਼ਲਾਂ ਦਿੱਤੀਆਂ, ਵੀਜ਼ਾ ਪੜ੍ਹਾ ਕੇ ਰਿਫਿਊਜ਼ਲ ਦਿੱਤੀਆਂ ਨੇ, ਪੈਸੇ ਵੀ ਲੈ ਕੇ ਰਿਫੰਡ ਵੀ ਨਹੀਂ ਪਾਏ। ਬੱਚੇ ਇਹੋ ਜਿਹੇ ਨੇ, ਰੋਂਦੇ ਨੇ। ਸਾਡੇ ਕੋਲ ਵੀਡੀਓਜ਼ ਪਈਆਂ, ਤੁਸੀਂ ਜੇ ਮੌਂਟਰੀਅਲ ਸਟੂਡੈਂਟ ਯੂਥ ਆਰਗੇਨਾਈਜੇਸ਼ਨ ਦਾ ਇੱਕ ਪੇਜ ਆ ਆਫੀਸ਼ੀਅਲ, ਅਸੀਂ ਇਹਨਾਂ ਕਰਕੇ ਬਣਾਇਆ ਇੰਸਟਾਗ੍ਰਾਮ, ਤੁਸੀਂ ਉੱਥੇ ਵੀਡੀਓ ਚੈੱਕ ਕਰੋਗੇ, ਸ਼ਾਇਦ ਤੁਸੀਂ ਵੀ ਮਤਲਬ ਹਰਟ ਹੋਵੋਗੇ, ਤੁਸੀਂ ਰਾਤ ਨੂੰ ਨੀਂਦ ਨਹੀਂ ਆਉਣੀ ਤੁਹਾਨੂੰ। ਮੈਂ ਗਰੰਟੀ ਹਰਟ ਆ, ਬਿਲਕੁਲ ਹਰਟ ਆ। ਮੈਂ ਤੁਹਾਡੀ ਅਮਿਤੋਜ ਮੰਨਦੀ ਹਾਂ ਗੱਲ। ਅਨਫੋਰਚੂਨੇਟ, ਆਈ ਐਮ ਰੀਅਲੀ ਡਿਸਅਪਾਇੰਟ ਕਿ ਇਦਾਂ ਦੇ ਵਰਡ ਯੂਜ਼ ਕੀਤੇ ਆਪਣੇ MP ਸਾਹਿਬ ਨੇ ਵੀ ਨਹੀਂ ਅਸੀਂ ਕਿਉਂ ਨਹੀਂ ਕੁਝ ਕਰ ਸਕਦੇ। ਜੇ ਤੁਸੀਂ ਸੀਰੀਆ ਦੇ, ਤੁਸੀਂ ਰਿਫਿਊਜੀਜ਼ ਦੀ ਹੈਲਪ ਕਰ ਸਕਦੇ ਹੋ, ਉਹਨਾਂ ਨੂੰ ਘਰ ਦੇ ਸਕਦੇ ਹੋ, ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸ ਸਟੇਟਸ ਦੇ ਸਕਦੇ। ਇਹ ਤਾਂ ਬੱਚੇ ਤਾਂ ਪੜ੍ਹਨ ਆਏ ਨੇ ਇੱਥੇ ਲੀਗਲ ਤਰੀਕੇ ਨਾਲ, ਇਹਨਾਂ ਕੋਲ ਤਾਂ ਕੁਆਲੀਫਿਕੇਸ਼ਨ ਆ, ਇਹਨਾਂ ਕੋਲ ਤਾਂ ਇੰਗਲਿਸ਼ ਸਪੀਕਿੰਗ ਆ, ਆਇਲਸ ਦੇ ਬੈਂਡ ਨੇ, ਇਹਨਾਂ ਨੂੰ ਸੈੱਟ ਕੀਤਾ ਜਾਏ ਨਾ। ਇੱਕ ਹੋ ਸਕਦਾ ਜਿਵੇਂ ਉਹਨਾਂ ਨੇ ਕਿਹਾ ਕਾਲਜ ਚੇਂਜ ਕਰ ਦਿਓ, ਇਹਨਾਂ ਨੂੰ ਇੱਥੋਂ ਆ ਵੀ ਇੱਥੋਂ ਕਢਾ ਦਿਓ ਕਿਊਬੈਕ ਚ ਬੱਚਿਆਂ ਨੂੰ, ਕਿਸੇ ਹੋਰ ਅੰਟਾਰੀਓ ਦੇ ਕਾਲਜ ਚ, ਫੈਡਰਲ ਗਵਰਨਮੈਂਟ ਕਾਲਜ ਚ ਇਹਨਾਂ ਨੂੰ ਪੜ੍ਹਾਵੇ, ਸਬਸਿਡੀ ਦੇਵੇ, ਸਕਾਲਰਸ਼ਿਪ ਦੇਵੇ, ਕਿਉਂਕਿ ਉਹਨਾਂ ਨੇ ਫੀਸਾਂ ਭਰਤੀਆਂ। ਉਹਨਾਂ ਦੀ ਪ੍ਰਾਪਰਟੀ ਨਿਲਾਮ ਕਰੇ, ਜਿਨ੍ਹਾਂ ਨੇ ਧੰਦਾ ਬਿਜ਼ਨਸ, ਐਜੂਕੇਸ਼ਨ ਧੰਦਾ ਨਹੀਂ ਆ, ਇਹ ਬਿਜ਼ਨਸ ਨਹੀਂ ਆ, ਇਹਨਾਂ ਦੇ ਬੱਚਿਆਂ ਦਾ ਫਿਊਚਰ ਦਾ ਸਵਾਲ ਆ। ਇਹ ਕੋਈ ਪ੍ਰੋਡਕਟ ਥੋੜੀ ਵੇਚੇ ਨੇ ਜਿਹੜੇ ਘਾਟੇ ਪੈ ਗਏ, ਉਹਨਾਂ ਦੀ ਤਾਂ ਫੀਸਾਂ ਲੈ ਗਏ ਪੂਰੀਆਂ ਦੀ ਪੂਰੀਆਂ। ਜਿਆਦਾ ਬੱਚਿਆਂ ਨੇ ਫੀਸਾਂ ਨਹੀਂ ਭਰੀਆਂ, ਫਿਰ ਸਮਝ ਆਉਂਦਾ ਘਾਟਾ ਪੈ ਗਿਆ। ਇਹ ਤਾਂ ਬੱਚਿਆਂ ਤੋਂ ਐਡਵਾਂਸ ਫੀਸਾਂ ਲੈ ਕੇ 2-2 ਸਾਲ ਦੀਆਂ, ਘਾਟਾ ਕਿੱਥੋਂ ਪੈ ਗਿਆ? ਤਾਂ ਪ੍ਰੋਫਿਟ ਚ ਨੇ। ਵਾਕਈ ਤੁਸੀਂ ਨਾ ਇਹਨਾਂ ਕੋਲ ਆਪਣੀ ਬਿਲਡਿੰਗ, 2-2 ਕਮਰੇ ਚ ਕਾਲਜ ਚਲਾਈ ਗਏ, ਨਾ ਇਹਨਾਂ ਦੀ ਕੰਟੀਨ, ਨਾ ਇਹਨਾਂ ਦੀ ਕੋਈ ਲਾਇਬ੍ਰੇਰੀ, ਨਾ ਇਹਨਾਂ ਦਾ ਕੋਈ ਪਲੇਗਰਾਊਂਡ, ਨਾ ਕੋਈ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਆਫਿਸ। ਕਰ ਕੀ ਰਹੇ ਸੀ ਸਮਝ ਨਹੀਂ ਆਇਆ। ਕਿਊਬੈਕ ਗਵਰਨਮੈਂਟ ਸੀ ਜਾਂ ਕੈਨੇਡੀਅਨ ਗਵਰਨਮੈਂਟ ਸੀ? ਆਏ ਤਾਂ ਕੈਨੇਡੀਅਨ ਗਵਰਨਮੈਂਟ ਤੋਂ ਇੰਟਰੈਕਟ ਹੋ ਕੇ ਨੇ। ਕਿੰਨੀ ਬੇਇੱਜ਼ਤੀ ਹੋ ਰਹੀ ਹੈ ਕੈਨੇਡਾ ਤੇ ਕਿਊਬੈਕ ਦੀ ਅੱਜ ਦੇਸ਼ ਦੁਨੀਆ 'ਚ। ਸ਼ੁਕਰੀਆ ਅਮਿਤੋਜ, ਮੈਂ ਤੁਹਾਡੀਆਂ ਭਾਵਨਾਵਾਂ ਜਿਹੜੀਆਂ ਉਹ ਸਮਝ ਸਕਦੀ ਹਾਂ। ਤੁਸੀਂ ਬਹੁਤ ਸੋਹਣੀਆਂ ਜਿਹੜੀਆਂ ਗੱਲਾਂ ਕੀਤੀਆਂ, ਮੁੱਦੇ ਜਿਹੜੇ ਉਠਾਏ ਉਹ ਵੀ ਜਾਇਜ਼ ਹੈਗੇ ਆ। ਇਹ ਜ਼ਰੂਰੀ ਤੌਰ ਦੇ ਉੱਤੇ ਇਹਨਾਂ ਦੇ ਉੱਤੇ ਸੋਚਿਆ ਜਾਣਾ ਚਾਹੀਦਾ, ਵਿਚਾਰਿਆ ਜਾਣਾ ਚਾਹੀਦਾ। ਪਰ ਮੈਂ ਆਪਣੇ ਵੱਲੋਂ ਹੀ ਭਰੋਸਾ ਦੇ ਸਕਦੀ ਹਾਂ, ਆਪਣੀ ਟੀਮ ਵੱਲੋਂ ਇਹ ਭਰੋਸਾ ਦੇ ਸਕਦੀ ਹਾਂ ਕਿ ਇਹ ਗੱਲਬਾਤ ਅਸੀਂ ਇਸੇ ਤਰ੍ਹਾਂ ਚੱਲਦੀ ਰੱਖਾਂਗੇ। ਜੋ ਵੀ ਜਿਹੜਾ ਸੋਲਿਊਸ਼ਨ ਹੈ, ਜਿਹੋ ਜਿਹੀ ਤੁਸੀਂ ਗੱਲਬਾਤ ਕਰ ਰਹੇ ਹੋ, ਇਹ ਸ਼ਾਇਦ ਆਪਣੇ ਆਪ ਦੇ ਵਿੱਚ ਇਨਵੈਸਟੀਗੇਸ਼ਨ ਦਾ ਵੀ ਮਸਲਾ ਹੈ ਕਿ ਕਿਊਬੈਕ ਦੇ ਵਿੱਚ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ, ਪਤਾ ਲੱਗਾ ਕਿ
1150 ਤੋਂ ਵੱਧ ਸਟੂਡੈਂਟਸ ਨੇ ਜਿਨ੍ਹਾਂ ਦੀਆਂ ਜਿਹੜੀਆਂ ਉਹਨਾਂ ਦੀ ਐਜੂਕੇਸ਼ਨ ਕੰਪਲੀਟ ਨਹੀਂ ਹੋ ਸਕੀ। ਕੰਪਲੀਟ ਹੋਣ ਵਾਲੀ ਸੀ, ਫੀਸਾਂ ਉਹਨਾਂ ਨੇ ਦਿੱਤੀਆਂ ਹੋਈਆਂ ਸੀ, ਉਹਨਾਂ ਦੀਆਂ ਅਸਾਈਨਮੈਂਟਸ ਗਈਆਂ ਹੋਈਆਂ ਸੀ, ਸਾਰਾ ਕੁਝ ਕੰਪਲੀਟ ਸੀ। ਪਰ ਐਨ ਮੌਕੇ 'ਤੇ ਆ ਕੇ ਜਦੋਂ ਉਹਨਾਂ ਦੀ ਜਿਹੜੀ ਸਮਝ ਲਓ ਕਿ ਕੰਪਲੀਸ਼ਨ ਹੋਣੀ ਸੀ, ਗ੍ਰੈਜੂਏਸ਼ਨ ਹੋਣ ਵਾਲੀ ਸੀ, ਉਸ ਤੋਂ ਬਾਅਦ ਬੱਚਿਆਂ ਨੂੰ ਸੁਨੇਹਾ ਇਸ ਤਰ੍ਹਾਂ ਦਾ ਆਇਆ ਕਿ ਕਾਲਜ ਬੰਦ ਹੋ ਗਏ। ਕਹਿੰਦੇ 10 ਜਨਵਰੀ ਨੂੰ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਕਾਲਜ ਵਾਪਸ ਆਉਣਾ ਹੈ। ਉਸ ਤੋਂ ਪਹਿਲਾਂ ਦਸੰਬਰ ਦੇ ਵਿੱਚ ਉਹਨਾਂ ਕੋਲੋਂ ਸਾਰੀਆਂ ਜਿੰਨੀਆਂ ਉਹਨਾਂ ਦੀਆਂ ਫੀ ਪੈਂਡਿੰਗ ਸਨ ਉਹ ਲੈ ਲਈਆਂ ਗਈਆਂ। ਅਤੇ ਜਿਸ ਵੇਲੇ 10 ਜਨਵਰੀ ਨੂੰ ਜਾ ਕੇ ਬੱਚੇ ਕਾਲਜ ਜਾਂਦੇ ਨੇ, ਕਾਲਜ ਬੰਦ ਪਏ ਨੇ, ਉਹਨਾਂ ਨੂੰ ਈਮੇਲ ਆ ਜਾਂਦੀ ਹੈ ਕਿ ਬੈਂਕਰਪਸੀ ਹੋ ਗਈ ਹੈ ਕਾਲਜਿਸ ਵੱਲੋਂ। ਹੁਣ ਤੁਸੀਂ ਅਮਿਤੋਜ ਕਾਫੀ ਡਿਟੇਲ ਦੇ ਵਿੱਚ ਗੱਲ ਕਰਕੇ ਗਏ ਆ, ਜਿਹੜੇ ਭਾਵੇਂ ਆਪ ਗ੍ਰੈਜੂਏਟ ਹੋ ਚੁੱਕੇ ਆ, ਉਹਨਾਂ ਦੀ ਕੰਪਲੀਸ਼ਨ ਐਜੂਕੇਸ਼ਨ ਦੀ ਹੋ ਚੁੱਕੀ ਹੈ, ਸਟਿਲ ਉਹ ਬਾਕੀ ਬੱਚਿਆਂ ਦੇ ਲਈ ਮਹਿਸੂਸ ਕਰਦੇ ਆ। ਉਹ ਮਾਪੇ, ਉਹ ਬੱਚੇ ਜਿਨ੍ਹਾਂ ਨੇ 20 ਤੋਂ 30 ਲੱਖ ਰੁਪਈਆ ਇੰਡੀਅਨ ਰੁਪੀਜ਼ ਲਾ ਕੇ ਆਪਣੇ ਬੱਚਿਆਂ ਨੂੰ ਇੱਥੇ ਭੇਜਿਆ, ਜਾਂ ਉੱਥੇ ਬੈਠੇ ਨੇ ਔਨਲਾਈਨ ਕਲਾਸਿਸ ਦੇ, ਉਹ ਇੱਕ ਤਰ੍ਹਾਂ ਲਾਰੇ ਦੇ ਵਿੱਚ ਬੈਠੇ ਆ, ਉਹਨਾਂ ਨੂੰ ਹੁਣ ਪਤਾ ਹੀ ਨਹੀਂ ਉਹ ਕਰਨ ਕੀ। ਬੇਸ਼ੱਕ MP ਰਣਦੀਪ ਸਰਾਏ ਇਹ ਗੱਲ ਕਹਿ ਗਏ ਆ ਕਿ ਇਹ ਬੱਚੇ ਹੋਰ ਕਿਸੇ ਕਾਲਜ ਦੇ ਵਿੱਚ ਜੇ ਐਡਮਿਸ਼ਨ ਲੈ ਲੈਣ, ਉਹਨਾਂ ਕੋਲ 150 ਦਿਨ ਹੈਗਾ ਆ ਅਤੇ ਪੈਸਾ ਤਾਂ ਇਨਵੋਲਵ ਹੈਗਾ, ਕਹਿੰਦੇ ਪੈਸੇ ਤਾਂ ਲੱਗਣੇ ਹੀ ਲੱਗਣੇ ਆ। ਪਰ ਜਿਹੜੇ ਬੱਚੇ ਨੇ ਉਹ ਕਹਿ ਰਹੇ ਆ ਕਿ ਵੀ ਨਹੀਂ, ਇਹ ਇੱਕ ਪਹਿਲਾਂ ਪ੍ਰੀ ਪਲੈਨਡ ਇਹ ਚੀਜ਼ ਪ੍ਰਤੀਤ ਹੋ ਰਹੀ ਹੈ। ਜਦੋਂ ਉਹ ਬੈਕ ਹਿਸਟਰੀ ਦੇਖਦੇ ਆ ਉਹਨਾਂ ਕਾਲਜਿਸ ਦੀ, 2-2 ਕਮਰਿਆਂ ਦੇ ਕਾਲਜ, ਕੋਈ ਇਨਫਰਾਸਟਰਕਚਰ ਨਹੀਂ ਕਹਿੰਦੇ ਉੱਥੇ ਹੈਗਾ, ਅਤੇ ਪ੍ਰੋਵਿੰਸ ਵੱਲੋਂ ਉਹਨਾਂ ਨੂੰ ਕਾਲਜਿਸ ਦਾ ਦਰਜਾ ਦਿੱਤਾ ਗਿਆ, ਲੈਜੀਟੀਮੇਟ ਕਾਲਜ ਹੈਗੇ ਆ। ਉਹਨਾਂ ਦਾ ਨਾਮ ਫੈਡਰਲ ਗਵਰਨਮੈਂਟ ਦੀ ਇਮੀਗ੍ਰੇਸ਼ਨ ਸਾਈਟ ਦੇ ਉੱਤੇ ਸੀ, ਜਿਹਨੂੰ ਦੇਖ ਕੇ ਉਹਨਾਂ ਨੇ ਅਪਲਾਈ ਕੀਤਾ। ਬਾਹਰੋਂ ਇੰਟਰਨੈਸ਼ਨਲ ਸਟੂਡੈਂਟ ਆਉਣੇ ਸ਼ੁਰੂ ਹੋ ਗਏ, ਅਤੇ ਹੁਣ ਇਸ ਵੇਲੇ ਬਿਲਕੁਲ ਨਹੀਂ ਪਤਾ। ਇਹ ਜਿਹੜੇ ਬੱਚੇ ਨੇ ਉਹ ਬਾਰ-ਬਾਰ ਇਹੀ ਉਹਨਾਂ ਦੇ ਮਨਾਂ ਦੇ ਵਿੱਚ ਆ ਰਿਹਾ ਕਿ ਉਹਨਾਂ ਦੇ ਸਟਰੈਸ ਬਹੁਤ ਆ। ਜੇ ਅਗਾਂਹ ਐਡਮਿਸ਼ਨ ਵੀ ਲੈਣੀ ਆ ਤਾਂ ਕਾਹਦੀ ਐਡਮਿਸ਼ਨ ਲੈਣੀ ਆ? ਕੰਮ ਉਹਨਾਂ ਦੇ ਕੋਲ ਨਹੀਂ ਹੈ, ਕਿਉਂਕਿ ਕੰਮ ਦੇ ਲਈ ਉਹ ਇਸ ਵੇਲੇ ਐਲੀਜੀਬਲ ਨਹੀਂ ਹੈਗੇ। ਜਾਣ ਤੇ ਕਿੱਧਰ ਨੂੰ ਜਾਣ? ਇਸ ਵੇਲੇ ਮੇਰੇ ਨਾਲ ਸ਼ਾਮਿਲ ਹੋਈ ਹੈ ਇੱਕ ਇੰਡੀਆ ਤੋਂ ਲੜਕੀ ਹੈ, ਨਿਸ਼ਾ। ਹਾਂਜੀ ਨਿਸ਼ਾ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨਿਸ਼ਾ। ਹਾਂਜੀ ਮੈਮ। ਹਾਂਜੀ ਮੈਮ ਤੁਸੀਂ ਮੈਂ ਇੱਥੇ ਤੁਹਾਨੂੰ ਹਾਂਜੀ ਕੀ ਕਹਿਣਾ ਚਾਹੁੰਦੇ? ਹਾਂਜੀ ਮੈਮ। ਮੈਮ ਐਕਚੁਅਲੀ ਇਹ ਸਾਰਾ ਕੁਛ ਪ੍ਰੀ ਪਲਾਨ ਹੀ ਹੈ ਜੋ ਸਾਡੇ ਨਾਲ ਹੋਇਆ। ਮੈਂ ਤੁਹਾਨੂੰ ਸਾਰੀ ਗੱਲ ਸ਼ਾਰਟ ਦੇ ਵਿੱਚ ਦੱਸਦੀ ਹਾਂ ਕਿ ਜਿਵੇਂ ਮੈਂ ਆਪਣੇ ਬਾਰੇ ਵਿੱਚ ਦੱਸਣਾ ਚਾਹੁੰਦੀ ਹਾਂ। ਸਭ ਤੋਂ ਪਹਿਲਾਂ ਕਿ ਮੈंने 2020 ਦੇ ਵਿੱਚ ਫਾਲ ਇਨਟੇਕ ਦੇ ਲਈ ਅਪਲਾਈ ਕਰਿਆ M ਕਾਲਜ ਆਫ ਕੈਨੇਡਾ ਦੇ ਵਿੱਚ। ਉਸ ਤੋਂ ਬਾਅਦ ਵਿੱਚ ਮੈਨੂੰ ਕੋਵਿਡ ਦੇ 2020 ਦੇ ਵਿੱਚ ਅਪਲਾਈ ਕੀਤਾ ਸੀ ਫਾਲ ਇਨਟੇਕ ਦੇ ਲਈ, ਸੈਪਟੈਂਬਰ ਇਨਟੇਕ ਦੇ ਲਈ M ਕਾਲਜ ਆਫ ਕੈਨੇਡਾ ਦੇ ਵਿੱਚ ECE ਫਾਸਟ ਟਰੈਕ। ਉਸ ਤੋਂ ਬਾਅਦ ਵਿੱਚ ਪੈਂਡੇਮਿਕ ਆਇਆ। IRCC ਨੇ ਇੱਕ ਪ੍ਰੋਸੈਸ ਸਟਾਰਟ ਕੀਤੀ ਐਜੂਕੇਸ਼ਨਲ ਪਾਲਿਸੀ ਨੂੰ ਚੇਂਜ ਕਰਕੇ। ਕਹਿੰਦੇ ਕਿ ਤੁਸੀਂ ਪਹਿਲਾਂ ਅਪਰੂਵਲ ਇਨ ਪ੍ਰਿੰਸੀਪਲ ਲੈ ਲਓ ਕਿ ਤੁਸੀਂ ਆਪਦੀ ਆਨਲਾਈਨ ਸਟੱਡੀ ਉਹ ਸਟਾਰਟ ਕਰ ਸਕਦੇ ਹੋ। ਇਹਦਾ ਮਤਲਬ ਇਹ ਸੀ ਕਿ ਤੁਸੀਂ ਕੰਪਲੀਟਲੀ ਐਲੀਜੀਬਲ ਹੋ, ਤੁਹਾਡੀ ਐਜੂਕੇਸ਼ਨਲ ਕੈਪੇਬਿਲਿਟੀ ਐਕਸੈਸ ਕੀਤੀ ਜਾ ਚੁੱਕੀ ਆ ਕਿ ਤੁਸੀਂ ਐਲੀਜੀਬਲ ਹੋ ਕੈਨੇਡਾ ਜਾ ਕੇ ਸਟੱਡੀ ਕਰਨ ਲਈ। ਜਿਸ ਤਰ੍ਹਾਂ BFS ਓਪਨ ਹੋਣਗੇ, ਇੱਕ ਤੁਹਾਨੂੰ ਜਿਹੜਾ ਸਟਿੱਕਰ ਵੀਜ਼ਾ ਮਿਲ ਜੂਗਾ, ਤੁਸੀਂ ਟਰੈਵਲ ਕਰ ਲਿਓ। ਅੱਛਾ। ਅਸੀਂ ਆਨਲਾਈਨ ਸਟੱਡੀ ਸਟਾਰਟ ਕਰ ਦਿੱਤੀ। ਮੈंने 10 ਮੰਥ ਆਨਲਾਈਨ ਸਟੱਡੀ ਕੀਤੀ। ਉਹ 10 ਮੰਥ ਆਨਲਾਈਨ ਸਟੱਡੀ ਦਾ ਟਾਈਮ ਪੀਰੀਅਡ ਇੱਥੋਂ ਇੰਡੀਆ ਤੋਂ ਹੀ ਕਿਵੇਂ ਬਣਿਆ ਕਿ ਕਾਲਜ ਅੰਡਰ ਇਨਵੈਸਟੀਗੇਸ਼ਨ ਗਏ। ਮੇਰਾ ਕਾਲਜ M ਕਾਲਜ ਆਫ ਕੈਨੇਡਾ ਵੀ ਅੰਡਰ ਇਨਵੈਸਟੀਗੇਸ਼ਨ ਸੀ। ਉਹਦੇ ਨਾਲ 9 ਕਾਲਜ ਹੋਰ ਵੀ ਇਨਵੈਸਟੀਗੇਸ਼ਨ ਦੇ ਵਿੱਚ ਸੀ। ਅਸੀਂ ਇੱਥੇ ਦੁਪਹਿਰੇ 3:30 ਵਜੇ ਕਲਾਸ ਲਗਾਉਣ ਬੈਠਦੇ ਸੀ ਤੇ ਸਵੇਰ 3 ਵਜੇ ਤੱਕ ਅਸੀਂ ਕਲਾਸ ਲਗਾਉਂਦੇ ਸੀ। ਇਹਦੇ ਵਿੱਚ ਇੱਕ ਪਾਸੇ ਸਟ੍ਰੈਸ ਸੀ ਕਿ ਦਿਨ ਰਾਤ ਦਾ ਟਾਈਮ ਡਿਫਰੈਂਸ ਹੈ, ਨੈਟਵਰਕ ਇਸ਼ੂ ਹੈ, ਬਟ ਅਸੀਂ ਪੂਰੀ ਡੈਡੀਕੇਸ਼ਨ ਦੇ ਨਾਲ ਸਟੱਡੀ ਕੀਤੀ। ਅੱਜ ਮੇਰੇ ਕੋਲ 99% ਸਕੋਰ ਹੈ ਹਰ ਇੱਕ ਕੋਰਸ ਦੇ ਵਿੱਚੋਂ। ਬਟ 6 ਮੰਥ ਪਹਿਲਾਂ ਮੇਰਾ ਕੇਸ ਵੀ ਰਿਜੈਕਟ ਕਰ ਦਿੱਤਾ ਗਿਆ, ਇਹ ਕਹਿ ਕੇ ਕਿ ਵੀਜ਼ਾ ਆਫਿਸਰ ਦੀ ਨਿਗਾਹ ਦੇ ਵਿੱਚ ਅੱਜ ਮੈਂ ਐਲੀਜੀਬਲ ਨਹੀਂ ਕੈਨੇਡਾ ਵਿੱਚ ਸਟੱਡੀ ਕਰਨ ਲਈ। ਪਹਿਲਾਂ ਉੱਥੇ ਵੀਜ਼ਾ ਆਫਿਸਰ ਦੀ ਗਲਤੀ ਮੈਂ ਭਰੀ ਕਿਉਂਕਿ ਉਹਨਾਂ ਨੇ ਮੇਰੀ ਫਾਈਲ ਨੂੰ ਪਹਿਲਾਂ ਇੱਕ ਵਾਰੀ ਕਹਿ ਹੈਲੋ ਤੁਹਾਨੂੰ ਉਹਦੀ ਨਿਗਾਹ ਦੇ ਵਿੱਚ ਐਲੀਜੀਬਲ ਨਹੀਂ ਰਹੀ। ਤੁਹਾਡੀ ਆਵਾਜ਼ ਕੱਟ ਗਈ ਸੀ ਵਿੱਚੋਂ। ਹਾਂਜੀ ਤੁਸੀਂ ਕਹਿ ਰਹੇ ਸੀ ਵੀਜ਼ਾ ਆਫਿਸਰ ਦੀ ਗਲਤੀ ਦਾ ਵੀ ਖਮਿਆਜ਼ਾ ਤੁਸੀਂ ਭੁਗਤਿਆ। ਹਾਂਜੀ, ਕਿ ਉਹਨਾਂ ਦਾ ਵਿਊ ਚੇਂਜ ਹੋ ਗਿਆ ਸਾਡੇ ਲਈ। ਉਸ ਤੋਂ ਬਾਅਦ ਵਿੱਚ ਹੁਣ ਅਸੀਂ ਜਦੋਂ ਰਿਫੰਡ ਅਪਲਾਈ ਕੀਤਾ ਤਾਂ ਹੁਣ ਸਾਡੇ ਅੱਗੇ ਆਹ 6 ਮੰਥ ਤੋਂ ਅਸੀਂ ਰਿਫੰਡ ਦੇ ਲਈ ਵੇਟ ਕਰ ਰਹੇ ਹਾਂ। ਮੈਂ ਇਕੱਲੀ ਨਹੀਂ ਜਿਹੜਾ ਕਿ ਸਫਰ ਕਰਦੀ ਪਈ ਹਾਂ। ਇੰਡੀਆ ਦੇ ਵਿੱਚ 633 ਸਟੂਡੈਂਟ ਆ
ਜੋ ਰਿਫੰਡ ਦੇ ਲਈ ਵੇਟ ਕਰਦੇ ਪਏ ਆ। ਪਰ ਬੱਚੇ ਨੇ 9 ਲੱਖ ਭਰਿਆ, ਉਹਨਾਂ ਦੇ ਪੇਰੈਂਟਸ ਨੇ ਕਿਸੇ ਨੇ ਵਿਆਜੂ ਰਕਮ ਚੁੱਕੀ ਆ, ਕਿਸੇ ਨੇ ਆਪਣੀ ਜਿਹੜਾ ਸਾਈਕੋਲੋਜੀਕਲੀ ਹਰਾਸਮੈਂਟ ਦਾ ਸ਼ਿਕਾਰ ਹੋ ਰਿਹਾ। ਬੱਚੇ ਅਸੀਂ ਗੱਲ ਕਰਦੇ ਆ, ਉਹ ਇਦਾਂ ਪੁੱਛਦੇ ਆ ਰਿਫੰਡ ਆ ਜਾਊਗਾ, ਨਹੀਂ ਆਇਆ ਸੁਸਾਈਡ ਹੀ ਕਰਨੀ ਪੈਣੀ, ਹੋਰ ਕੋਈ ਆਪਸ਼ਨ ਨਹੀਂ। ਇੱਕ ਤਾਂ 10 ਮਹੀਨੇ ਪੜ੍ਹੇ, ਰਿਜ਼ਲਟ ਨੈਗੇਟਿਵ ਦਿੱਤੇ ਗਏ ਸਾਨੂੰ, ਉਸ ਤੋਂ ਬਾਅਦ ਵਿੱਚ ਅੱਜ ਉਹ ਰਿਫੰਡ ਦੀ ਵੇਟ ਕਰਦੇ ਪਏ ਆ। ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੂੰ ਰਿਫੰਡ ਆ ਜਿਹੜਾ ਉਹ ਵੀ ਮਿਲਣਾ ਹੈ ਕਿ ਨਹੀਂ ਮਿਲਣਾ। ਹਾਂ, ਉਹਨਾਂ ਨੇ ਗੱਲ ਕਹਿ ਦਿੱਤੀ ਕਿ ਜੋ ਕੈਨੇਡਾ ਵਿੱਚ ਬੈਠੇ ਆ ਉਹਨਾਂ ਦਾ ਕੋਈ ਨਾ ਕੋਈ ਹੱਲ ਹੋ ਜਾਣਾ। ਉਹਨਾਂ ਨੇ ਵੀ ਤਾਂ $30,000 ਭਰੇ ਆ ਉੱਥੇ, ਪਹਿਲਾਂ ਇੱਥੋਂ ਉਹਨਾਂ ਨੇ ਆਪਦੇ ਪੇਰੈਂਟਸ ਦੀ ਜਿਹੜੀ ਹਾਰਡ ਐਂਡ ਮਨੀ ਆ ਉਹਦੇ ਨਾਲ ਐਡਮਿਸ਼ਨ ਲਈ। ਅੱਜ ਤੁਹਾਡੀ ਆਵਾਜ਼ ਕੱਟ ਰਹੀ ਹੈ। ਇਹ ਹਾਂਜੀ, ਕਿਹੜੀ ਆਵਾਜ਼ ਗੱਲ- ਕੱਟ ਰਹੀ ਸੀ। ਹਾਂਜੀ ਮੈਮ, ਉਹ ਕਾਲਜ ਕਿਉਂ ਚੇਂਜ ਕਰਨ ਬੱਚੇ ਜਿਹੜੇ ਉੱਥੇ? ਸਾਨੂੰ ਰਿਫੰਡ ਦੇ ਲਈ ਕਿਉਂ ਐਂ ਛੱਡ ਦਿੱਤਾ ਗਿਆ? ਹੁਣ MP ਸਾਹਿਬ ਇੱਥੇ ਇਹ ਕਹਿ ਕੇ ਗਏ ਕਿ ਇਹ ਜਿਹੜਾ ਇਸ਼ੂ ਆ ਇਹ ਪ੍ਰੋਵਿੰਸ ਦੇ ਅਕੋਰਡਿੰਗਲੀ ਆ। ਅਸੀਂ ਤਾਂ ਇਨਸਾਨ ਆ ਜੋ ਇਹ ਫੇਸ ਕਰਦੇ ਪਏ ਆ। ਤੁਸੀਂ 150 ਦਿਨ ਦੇ ਵਿੱਚ ਐਡਮਿਸ਼ਨ ਲੈ ਲਓ, ਉਸ ਤੋਂ ਬਾਅਦ ਵਿੱਚ ਕੁਝ ਦੇਖਿਆ ਜਾਊਗਾ। ਇਹਦੇ ਨਾਲ ਇਹ ਪ੍ਰੋਬਲਮਸ ਸੌਰਟ ਆਊਟ ਨਹੀਂ ਹੋਣਗੀਆਂ। ਬੱਚੇ ਸਾਈਕੋਲੋਜੀਕਲੀ ਹਰਾਸਮੈਂਟ ਦਾ ਸ਼ਿਕਾਰ ਹੋ ਰਿਹਾ। ਕੈਨੇਡਾ ਕੰਟਰੀ ਆ, IRCC ਨੇ ਸਾਰਾ ਕੁਝ ਪ੍ਰੋਸੈਸ ਕੀਤਾ ਹੈ। College a DLI, a designated learning institute. It means it is the responsibility of the Canadian government. It doesn't matter it is federal government or a provincial government. This is my question. We are humans. We are suffering each and every day. Each and every student is at the stage of committing suicide. Where we go? ਹੁਣ ਸਾਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਲਾਅ ਕਰ ਲਓ, ਲਾਇਰ ਕਰ ਲਓ। ਇਹਦੇ ਨਾਲ ਕੀ ਇਹ ਸਮੱਸਿਆ ਦਾ ਹੱਲ ਹੋ ਜਾਏਗਾ? ਅੱਗੇ ਤੁਸੀਂ ਫਿਊਚਰ ਦੇ ਲਈ ਪਰਸਪੈਕਟਿਵ ਸਾਨੂੰ ਦੱਸ ਰਹੇ ਹੋ ਉਹਦੇ ਥਰੂ ਕਿ ਇਦਾਂ ਇਦਾਂ ਕਰ ਲੈ, ਹੋ ਜਾਏਗਾ, ਇਦਾਂ ਦੇ ਸੁਜੈਸ਼ਨ ਕਰ ਲੈਣ। ਬਟ ਜਿਹੜੇ ਹੁਣ ਫਸੇ ਹੋਏ ਆ ਉਹਨਾਂ ਦਾ ਕੀ ਹੱਲ ਹੈ? ਇੱਥੇ ਕੈਨੇਡਾ ਦੀ ਗਵਰਨਮੈਂਟ ਦੀ ਹੀ ਰਿਸਪੌਂਸਿਬਿਲਿਟੀ ਬਣਦੀ ਆ ਕਿ ਉਹ 633 ਬੱਚੇ ਦਾ ਰਿਫੰਡ ਕੈਨੇਡਾ ਦੀ ਗਵਰਨਮੈਂਟ ਕਰੇ। ਕੈਨੇਡਾ ਨੂੰ ਮੰਨਿਆ ਗਿਆ ਹੈ ਪੂਰੇ ਵਰਲਡ ਦੇ ਵਿੱਚ ਕਿ ਇਹ ਐਜੂਕੇਸ਼ਨ ਦੇ ਲਈ ਮੇਨ ਆ। ਦੈਟਸ ਵਾਈ ਅਸੀਂ ਕੰਟਰੀ ਨੂੰ ਚੂਜ਼ ਕੀਤਾ। ਸਾਨੂੰ ਉਹਦੀ ਪਨਿਸ਼ਮੈਂਟ ਮਿਲ ਰਹੀ ਹੈ ਮੈਮ 2 ਸਾਲਾਂ ਤੋਂ। ਪਹਿਲਾਂ ਕਿੱਥੇ ਇੱਕ ਬੱਚਾ 99% ਸਟੱਡੀ ਦੇ ਵਿੱਚ ਕਿਵੇਂ ਲੈ ਸਕਦਾ ਜੇ ਉਹ ਐਲੀਜੀਬਲ ਨਹੀਂ ਸੀ? ਨਿਸ਼ਾ, ਤੁਹਾਡੀ ਕਿਹੜੇ ਬੇਸ ਦੇ ਉੱਪਰ? ਹਾਂਜੀ, ਹੁਣ ਕੀ ਤੁਹਾਡੀ ਕਿਸੇ ਨਾਲ ਕਮਿਊਨੀਕੇਸ਼ਨ ਹੋ ਰਹੀ ਹੈ ਕਿਸੇ ਪਾਸੇ? ਕੋਈ ਤੁਸੀਂ ਈਵਨ ਪ੍ਰੋਵਿੰਸ਼ੀਅਲ ਜਿਹੜੀ ਸਰਕਾਰ ਹੈ ਕਿਊਬੈਕ ਦੀ, ਕੋਈ ਉਹਨਾਂ ਦੇ ਨਾਲ ਕੋਈ ਕਮਿਊਨੀਕੇਟ ਕੀਤਾ ਤੁਸੀਂ? ਆਪਾਂ ਹੁਣ ਫੈਡਰਲ ਗਵਰਨਮੈਂਟ ਦੇ ਨਾਲ ਗੱਲ ਕਰ ਰਹੇ ਸੀ। ਹਾਂਜੀ, ਕੋਈ ਕਿਸੇ ਤਰ੍ਹਾਂ ਦੀ ਕੋਈ ਕਮਿਊਨੀਕੇਸ਼ਨ? ਕਿਉਂਕਿ ਇਹ ਆਪਣੇ ਆਪ ਤਾਂ ਹੋ ਨਹੀਂ ਜਾਣਾ। ਜੋ ਕੁਝ ਵੀ ਤੁਸੀਂ ਸੋਚ ਰਹੇ ਹੋ ਕਿ ਵੀ ਇਹ ਹੋਣਾ ਚਾਹੀਦਾ ਜਾਂ ਉਹ ਹੋਣਾ ਚਾਹੀਦਾ, ਤੁਹਾਡੇ ਵੱਲੋਂ ਹੁਣ ਕੋਈ ਸਟੈਪ ਲਿਆ ਜਾ ਰਿਹਾ ਜਾਂ ਤੁਸੀਂ ਹੱਥ ਤੇ ਹੱਥ ਧਰ ਕੇ ਬੈਠ ਗਏ ਹੋ? ਨਹੀਂ ਮੈਮ, ਅਸੀਂ ਪਰਸਨਲ ਬਿਹਾਫ ਦੇ ਉੱਪਰ ਉਹਨਾਂ ਨੂੰ ਇੰਡੀਆ ਤੋਂ ਮੇਲਸ ਹੀ ਡ੍ਰੌਪ ਕੀਤੀਆਂ ਨੇ, ਜਿਹਦੇ ਲਈ ਸਾਨੂੰ ਉੱਧਰੋਂ ਕੋਈ ਵੀ ਪੋਜ਼ੀਟਿਵ ਜਿਹੜਾ ਰਿਸਪੌਂਸ ਆ ਉਹ ਨਹੀਂ ਮਿਲਿਆ ਓਨੈਸਟਲੀ। ਦੈਟਸ ਵਾਈ ਅਸੀਂ ਇੰਡੀਆ ਦੇ ਵਿੱਚ ਕੱਲ੍ਹ ਕਾਨਫਰੰਸ ਕੀਤੀ ਆ ਤੇ ਉਹ ਪ੍ਰੋਟੈਸਟ ਦੇ ਵੱਲ ਵੀ ਮੂਵ ਕਰਾਂਗੇ। ਉਧਰੋਂ ਕੈਨੇਡਾ ਦੇ ਵਿੱਚ ਵੀ ਪ੍ਰੋਟੈਸਟ ਆ ਜਿਹੜਾ ਉਹ 29 ਜਨ ਨੂੰ ਉਹਨਾਂ ਨੇ ਉੱਥੇ ਕੀਤਾ। ਤੇ ਹੁਣ ਓਨੈਸਟਲੀ ਕਿ ਸਾਨੂੰ ਇੱਦਾਂ ਕਿ ਸਾਨੂੰ ਜਸਟਿਸ ਮਿਲਣਾ ਚਾਹੀਦਾ, ਉਹਦੇ ਲਈ ਕੈਨੇਡਾ ਦੀ ਗਵਰਨਮੈਂਟ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਸਾਡੇ ਸਾਰਿਆਂ ਦੇ ਲਈ। ਇੰਡੀਆ ਦੇ ਵਿੱਚ ਵੀ ਤੁਸੀਂ ਰਿਫੰਡ ਆ ਜਿਹੜਾ ਉਹ ਵੀ ਇੰਡੀਆ ਦੇ ਵਿੱਚ ਵੀ ਕੋਈ ਤੁਸੀਂ ਆਪਣੇ ਲੈਵਲ ਤੇ ਪੰਜਾਬ ਗਵਰਨਮੈਂਟ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕੀਤੀ ਹੈ ਕਿ ਵੀ ਅਸੀਂ ਇਸ ਸਿਚੁਏਸ਼ਨ ਦੇ ਵਿੱਚ ਹਾਂ, ਕੋਈ ਕੈਨੇਡੀਅਨ ਗਵਰਨਮੈਂਟ ਦੇ ਨਾਲ ਗੱਲਬਾਤ ਛੇੜੀ ਜਾਵੇ ਇਸ ਬਾਰੇ, ਤੁਹਾਨੂੰ ਉਹ ਰਿਪਰੈਜ਼ੈਂਟ ਕਰਨ? ਹਾਂਜੀ ਹਾਂਜੀ ਮੈਮ, ਮੈਂ ਤੇ ਮੇਰੇ ਜਿਹੜੇ ਸਾਡੇ ਕਮੇਟੀ ਮੈਂਬਰ ਆ, ਸਾਡੀ ਇੱਕ ਪੂਰੀ ਦੀ ਪੂਰੀ ਕਮੇਟੀ ਹੈ ਇੰਡੀਅਨ ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ। ਅਸੀਂ ਪੰਜਾਬ ਦੇ ਵਿੱਚ ਜਿਹੜੇ ਐਡਵਾਈਜ਼ਰ ਨੇ ਸੰਦੀਪ ਕੌੜਾ ਜੀ, ਉਹਨਾਂ ਨਾਲ ਮੀਟਿੰਗ ਕੀਤੀ ਸੀ। ਉਹਨਾਂ ਨੇ ਉਹ ਮੀਟਿੰਗ ਦੇ ਵਿੱਚ ਅੱਗੇ ਵੱਧ ਕੇ ਕਿਹਾ ਕਿ ਹਾਂ ਉਹ ਗੱਲ ਕਰਨਗੇ, ਸਾਡੀ ਪ੍ਰੋਬਲਮ ਸੌਰਟ ਆਊਟ ਕੀਤੀ ਜਾਊਗੀ। ਬਟ ਜਿੰਨਾ ਟਾਈਮ ਸਾਡੀ ਪ੍ਰੋਬਲਮ ਸੌਰਟ ਆਊਟ ਨਹੀਂ ਹੁੰਦੀ, ਅਸੀਂ ਸਾਰੇ ਉਹਨਾਂ ਟਾਈਮ ਬਹੁਤ ਜ਼ਿਆਦਾ ਪੀੜ ਦੇ ਵਿੱਚ ਆ। ਕੱਲਾ ਬੱਚਾ ਇਹ ਜਿਹੜਾ ਉਹ ਇਨਸਾਫ ਦੀ ਮੰਗ ਕਰ ਰਿਹਾ ਹੈ ਅੱਜ। ਮਾਪਿਆਂ ਦਾ ਕੀ ਤੇ ਉਹ ਇਨਸਾਫ ਵੀ ਸਾਰੇ ਜਲਦ ਤੋਂ ਜਲਦ ਚਾਹੁੰਦੇ ਆ। ਮਾਪੇ ਬਹੁਤ ਜ਼ਿਆਦਾ ਪੀੜ ਦੇ ਵਿੱਚ ਆ ਜੀ। ਜੇ ਮੈਂ ਆਪਦੀ ਗੱਲ ਕਰਾਂ ਤਾਂ ਮੇਰੇ ਜਿਹੜੇ ਮਦਰ ਆ ਉਹ ਹਾਰਟ ਪੇਸ਼ੈਂਟ ਨੇ ਤੇ ਇੱਕ ਇੰਨਾ ਜ਼ਿਆਦਾ ਸਟ੍ਰੈਸ ਆ ਪਰਿਵਾਰ ਦੇ ਵਿੱਚ ਬਣਿਆ ਹੋਇਆ ਕਿ ਸਾਡੇ ਕੋਲੇ ਕੋਈ ਸ਼ਬਦ ਨਹੀਂ। ਤੇ ਜਿਹੜੇ ਸਾਡੇ ਨਾਲ ਦੇ ਹੋਰ ਬੱਚੇ ਆ ਉਹ ਵੀ ਦੱਸਦੇ ਆ ਕਿ ਉਹਨਾਂ ਦੇ ਜਿਹੜੇ ਪਰਿਵਾਰ ਉਹ ਪੀੜ ਦੇ ਵਿੱਚੋਂ ਗੁਜ਼ਰ ਰਹੇ ਨੇ। ਬਹੁਤ ਜ਼ਿਆਦਾ ਬਿਮਾਰੀਆਂ ਉਹਨਾਂ ਨੂੰ ਲੱਗ ਰਹੀਆਂ ਨੇ, ਇੰਨੀ ਜ਼ਿਆਦਾ ਚਿੰਤਾ ਦੇ ਵਿੱਚ ਆ। ਜਿਹੜੇ ਖੁਦ ਵਿਦਿਆਰਥੀ ਉਹ ਡਿਪਰੈਸ਼ਨ ਦੇ ਵਿੱਚ ਆ, ਉਹਨਾਂ ਨਾਲ ਗੱਲ ਕਰਦੇ ਆ, ਉਹ ਖੁਦ ਕਹਿੰਦੇ ਆ ਕਿ ਸਾਡਾ ਹੁਣ ਸੁਸਾਈਡ ਕਰਨ ਦਾ ਹੀ ਜੀ ਕਰਦਾ ਪਿਆ। ਕਿਉਂਕਿ ਇੱਕ ਤਾਂ ਅਸੀਂ ਸਟੱਡੀ ਕੀਤੀ ਮੈਮ, ਇਹ ਸਾਡੇ ਨਾਲ ਬਹੁਤ ਵੱਡੀ ਇਨਸਾਫੀ ਹੋਈ। 1.5 ਸਾਲ ਸਟੱਡੀ ਕੀਤੀ, ਉਸ ਤੋਂ ਬਾਅਦ ਫਾਈਲ ਰਿਜੈਕਟ ਕੀਤੀ ਗਈ। ਉਹਦੇ ਪਿੱਛੇ ਕੋਈ ਜਿਹੜਾ ਆਧਾਰ ਸੀ ਰਿਜੈਕਟ ਕਰਨ ਦਾ ਉਹ ਸਹੀ ਨਹੀਂ ਰੱਖਿਆ ਗਿਆ। ਕਾਲਜ ਇਨਵੈਸਟੀਗੇਸ਼ਨ ਦੇ ਅੰਦਰ ਸਿਰਫ ਇੱਕੋ ਇੱਕ ਕਾਰਨ ਸੀ। ਜਦੋਂ ਨਿਸ਼ਾ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡੀ ਫਾਈਲ ਰਿਜੈਕਟ ਕਰ ਦਿੱਤੀ ਗਈ, ਦੈਟ ਮੀਨਸ ਤੁਹਾਨੂੰ ਵੀਜ਼ਾ ਨਹੀਂ ਮਿਲਿਆ ਤੁਹਾਡੀ, ਪਰ ਜਿਹੜੀ 1.5 ਸਾਲ ਦੀ ਪੜ੍ਹਾਈ ਹੋ ਚੁੱਕੀ ਸੀ ਉਹਨਾਂ ਕਾਲਜਸ ਦੇ ਨਾਲ, ਉਸ ਵੇਲੇ ਉਹ ਕਾਲਜ ਐਗਜ਼ਿਸਟ ਵੀ ਕਰ ਰਹੇ ਸੀ? ਹਾਂਜੀ, ਉਦੋਂ ਚੱਲ ਰਹੇ ਸੀ, ਇਨ ਆਪਰੇਸ਼ਨ ਸਨ ਉਸ ਵੇਲੇ ਉਹ ਕਾਲਜ? ਹਾਂਜੀ, ਜਿਸ ਸਮੇਂ ਰਿਜੈਕਸ਼ਨ ਆਈ ਉਸ ਸਮੇਂ ਉਹ ਕਾਲਜ ਚੱਲ ਰਹੇ ਸੀ ਜੀ। ਮੇਰੀ ਰਿਜੈਕਸ਼ਨ 14 ਅਗਸਤ ਨੂੰ ਆਈ।
ਰਿਜੈਕਸ਼ਨ ਦਾ ਹਾਂਜੀ। ਕੀ ਆਧਾਰ ਸੀ ਉਹਦਾ? ਰਿਜੈਕਸ਼ਨ ਦਾ ਆਧਾਰ ਉਹਨਾਂ ਨੇ ਇਹੀ ਗੱਲ ਕਹੀ ਵੀਜ਼ਾ ਆਫਿਸਰ ਨੇ, ਨਾਓ ਇਨ ਮਾਈ ਵਿਊ ਯੂ ਆਰ ਨਾਟ ਐਲੀਜੀਬਲ ਟੂ ਕਮ ਟੂ ਕੈਨੇਡਾ ਬਿਕੋਜ਼ ਯੂ ਆਰ ਨਾਟ ਐਲੀਜੀਬਲ ਔਨ ਦਾ ਐਜੂਕੇਸ਼ਨਲ ਗਰਾਊਂਡ। ਤੇ ਇਹੀ ਗੱਲ ਵੀਜ਼ਾ ਆਫਿਸਰ ਨੇ ਮੈਨੂੰ ਜਦੋਂ ਅਪਰੂਵਲ ਇਨ ਪ੍ਰਿੰਸੀਪਲ ਦਿੱਤੀ, ਮੈਨੂੰ ਕੱਲੀ ਨੂੰ ਨਹੀਂ ਬਾਕੀ ਸਾਰੇ ਬੱਚਿਆਂ ਨੂੰ ਵੀ, ਜਿਹੜਾ ਜੀ 633 ਦਾ 33 ਬੱਚਾ ਰਿਫੰਡ ਦੀ ਵੇਟ ਕਰਦਾ ਪਿਆ, ਉਹਨਾਂ ਨੂੰ AIP ਦਿੱਤੀ ਗਈ ਸੀ ਅਪਰੂਵਲ ਇਨ ਪ੍ਰਿੰਸੀਪਲ, ਇਹ ਕਹਿ ਕੇ ਕਿ ਅੱਜ ਤੁਸੀਂ ਸਾਡੀ ਨਿਗਾਹ ਦੇ ਵਿੱਚ ਐਜੂਕੇਸ਼ਨਲ ਗਰਾਊਂਡ ਤੋਂ ਐਲੀਜੀਬਲ ਹੈਗੇ ਹੋ, ਤੁਸੀਂ ਇੱਕ ਵਾਰੀ ਆਨਲਾਈਨ ਸਟੱਡੀ ਸਟਾਰਟ ਕਰ ਸਕਦੇ ਹੋ। ਐਕਚੁਅਲੀ ਉਸ ਸਮੇਂ ਟਰੈਵਲ ਬੰਦ ਸੀ ਤਾਂ ਦੈਟਸ ਵਾਈ VFS ਓਪਨ ਨਹੀਂ ਸੀ, ਸਟਿੱਕਰ ਵੀਜ਼ਾ ਸਾਨੂੰ ਨਹੀਂ ਮਿਲਿਆ। ਕਹਿੰਦੇ ਸੀ ਕਿ ਮੈਡੀਕਲ ਤੇ ਬਾਇਓਮੈਟ੍ਰਿਕ ਆ ਉਹ ਬਾਅਦ ਵਿੱਚ ਐਕਸੈਸ ਕੀਤੇ ਜਾਣਗੇ, ਇੱਕ ਵਾਰ ਤੁਸੀਂ ਸਟੱਡੀ ਸਟਾਰਟ ਕਰ ਸਕਦੇ ਹੋ। ਇਹ 99% ਵੀਜ਼ਾ ਹੀ ਸੀ, ਦੈਟਸ ਵਾਈ ਅਸੀਂ ਸਟੱਡੀ ਸਟਾਰਟ ਕੀਤੀ। ਨਿਸ਼ਾ, ਮੈਂ ਤੁਹਾਡੇ ਪੁਆਇੰਟਸ ਵੀ ਨੋਟ ਕੀਤੇ ਆ। ਮੈਂ ਚਾਹੁੰਦੀ ਹਾਂ ਕਿ ਵੀ ਕੁਝ ਗੱਲਾਂ ਜਿਹੜੀਆਂ ਤੁਸੀਂ ਰੇਜ਼ ਕੀਤੀਆਂ ਉਹ ਗੱਲਾਂ ਵੀ ਹੋਣੀਆਂ ਚਾਹੀਦੀਆਂ, ਕਿਉਂਕਿ ਤੁਹਾਡਾ ਜਿਹੜਾ ਇਸ਼ੂ ਸੀ ਇਹ ਸੀ ਕਿ ਵੀ ਖਾਸ ਕਰਕੇ ਕਿ ਤੁਸੀਂ 99% ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਸਕੋਰ ਵੀ ਬਹੁਤ ਵਧੀਆ ਸੀ, ਪਰ ਪਹਿਲਾਂ ਤੁਹਾਨੂੰ ਇੱਕ ਤਰੀਕੇ ਦੇ ਨਾਲ ਵੀਜ਼ਾ ਦਾ ਲਾਰਾ ਜਿਹੜਾ ਸੀ ਉਹ ਲਾ ਦਿੱਤਾ ਗਿਆ। ਵੀਜ਼ਾ ਇਨ ਪ੍ਰਿੰਸੀਪਲ ਤੁਹਾਨੂੰ ਮਿਲ ਗਿਆ, ਐਕਚੁਅਲ ਵੀਜ਼ਾ ਤੁਹਾਨੂੰ ਨਹੀਂ ਦਿੱਤਾ ਗਿਆ, ਪਰ ਮੁੜ ਕੇ ਤੁਸੀਂ ਇੱਥੇ ਵੀ ਆ ਜਾਂਦੇ ਉਹੀ ਸਿਚੁਏਸ਼ਨ 'ਚ ਤੁਸੀਂ ਪੈਣਾ ਸੀ ਜਿਹੜੀ ਸਿਚੁਏਸ਼ਨ ਦੇ ਵਿੱਚ ਬਾਕੀ ਬੱਚੇ ਹੈਗੇ ਇਸ ਵੇਲੇ। ਹਾਂਜੀ, ਇਜ਼ ਦੈਟ ਰਾਈਟ? ਹਾਂਜੀ। ਜਿਹੜੀ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਗਵਰਨਮੈਂਟ ਨਾਲ ਗੱਲ ਹੋਈ ਆ, ਇੰਡੀਅਨ ਗਵਰਨਮੈਂਟ ਦੇ ਨਾਲ ਗੱਲ ਹੋਈ ਆ ਜਾਂ ਤੁਹਾਡੀ ਪੰਜਾਬ ਗਵਰਨਮੈਂਟ ਨਾਲ ਗੱਲ ਹੋਈ ਆ, ਕੀ ਉਹਨਾਂ ਨੇ ਤੁਹਾਨੂੰ ਕੀ ਰਿਸਪੌਂਸ ਦਿੱਤਾ? ਹਾਂਜੀ, ਉਹਨਾਂ ਨੇ ਸੰਦੀਪ ਕੌੜਾ ਜੀ ਨਾਲ ਸਾਡੀ 31 ਜੈਨ ਨੂੰ ਮੀਟਿੰਗ ਹੋਈ ਸੀ ਨਾਈਟ ਦੇ ਵਿੱਚ। ਉਹਨਾਂ ਨੇ ਸਾਨੂੰ ਉੱਥੇ ਇਹੀ ਆਸ਼ਵਾਸਨ ਦਿੱਤਾ ਕਿ ਉਹ ਜਲਦੀ ਤੋਂ ਜਲਦੀ ਕੈਨੇਡਾ ਦੇ ਵਿੱਚ ਗਵਰਨਮੈਂਟ ਹੈ ਉਹਨਾਂ ਦੇ ਨਾਲ IRCC ਦੇ ਨਾਲ ਕੰਟੈਕਟ ਕਰਨਗੇ, ਉਸ ਤੋਂ ਬਾਅਦ ਵਿੱਚ ਮੀਟਿੰਗ ਰੱਖੀ ਜਾਊਗੀ। ਬਟ ਮੈਮ ਸਾਨੂੰ ਓਨੈਸਟਲੀ ਨਹੀਂ ਪਤਾ ਕਿ ਇਹ ਸਾਰਾ ਪ੍ਰੋਸੈਸ ਕਿੰਨਾ ਕੁ ਟਾਈਮ ਲਏਗਾ, ਕਿਉਂਕਿ 2 ਇਅਰਸ ਤੋਂ ਅਸੀਂ ਪਹਿਲਾਂ ਹੀ ਸਫਰ ਕਰਦੇ ਪਏ ਹਾਂ ਤੇ ਹੁਣ ਇੱਕ ਜਿਹੜਾ ਦਿਨ ਲੰਘਣਾ ਹੈ ਉਹ ਬਹੁਤ ਜ਼ਿਆਦਾ ਭੀੜ ਦੇ ਵਿੱਚ ਹੈ। ਸਾਨੂੰ ਇੱਦਾਂ ਹੀ ਆ ਕਿ ਕੈਨੇਡਾ ਦੀ ਗਵਰਨਮੈਂਟ ਆ ਉਹ ਅੱਗੇ ਆਵੇ। ਇੱਥੇ ਇਹ ਮੈਟਰ ਨਹੀਂ ਕਰਦਾ ਕਿ ਫੈਡਰਲ ਗਵਰਨਮੈਂਟ ਦਾ ਇਸ਼ੂ ਆ ਕਿ ਪ੍ਰੋਵਿੰਸ ਦਾ ਹੈ, ਤਾਂ ਸਟੂਡੈਂਟ ਹੀ ਹੈ ਜੋ ਸਫਰ ਕਰਦੇ ਪਏ ਆ 2 ਇਅਰਸ ਤੋਂ, ਕਿ ਸਭ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਅਸੀਂ ਰਿਫੰਡ ਦੀ ਮੰਗ ਕੀਤੀ ਕਿਉਂਕਿ ਅਸੀਂ ਐਲੀਜੀਬਲ ਆ, IRCC ਦੀ ਸਾਈਟ ਦੇ ਉੱਪਰ ਵੀ ਆ ਪ੍ਰੋਪਰ ਕਿ ਜੇ ਤੁਹਾਡਾ ਰਿਜੈਕਸ਼ਨ ਆਉਂਦੀ ਆ ਇਨ ਕੇਸ ਤਾਂ ਤੁਹਾਨੂੰ ਵਿਦਿਨ 1 ਮੰਥ ਜਿਹੜਾ ਕੀ ਆ ਰਿਫੰਡ ਆ ਉਹ ਕੀਤਾ ਜਾਊਗਾ। ਤਾਂ ਉਹ IRCC ਜੋ ਹੈ ਉਹ ਵੀ ਤਾਂ ਕੈਨੇਡਾ ਦੀ ਗਵਰਨਮੈਂਟ ਦੇ ਅੰਡਰ ਹੀ ਆਉਂਦੀ ਆ, ਉੱਥੇ ਤਾਂ ਕੋਈ ਫੈਡਰਲ ਗਵਰਨਮੈਂਟ ਕੋਈ ਪ੍ਰੋਵਿੰਸ਼ੀਅਲ ਗਵਰਨਮੈਂਟ ਨਹੀਂ ਆਉਂਦਾ। DLI ਜੋ ਅੰਡਰ ਆਉਂਦਾ ਹੈ ਉਹ ਵੀ ਕੈਨੇਡਾ ਦੀ ਗਵਰਨਮੈਂਟ ਦੇ ਅੰਡਰ ਆਉਂਦਾ, ਉੱਥੇ ਕੋਈ ਫੈਡਰਲ ਤੇ ਪ੍ਰੋਵਿੰਸ਼ੀਅਲ ਦਾ ਇਸ਼ੂ ਨਹੀਂ ਆਉਂਦਾ। ਜੇ ਅੱਜ ਬੱਚੇ ਪ੍ਰੋਬਲਮ ਫੇਸ ਕਰਦੇ ਪਏ ਆ ਫਾਈਨੈਂਸ਼ੀਅਲ ਆ ਉੱਥੇ ਸਟੱਡੀ ਦੇ ਵਿੱਚ ਆ ਤਾਂ ਉਹਨੂੰ ਇੱਦਾਂ ਕੈਟੇਗਰਾਈਜ਼ ਕਰਕੇ ਬੱਚਿਆਂ ਨੂੰ ਇੱਕ ਆਪਾਂ ਪਾਸੇ ਨਹੀਂ ਕਰ ਸਕਦੇ। ਓਕੇ, ਸੋ ਤੁਸੀਂ ਕੋਈ ਲੀਗਲ ਐਡਵਾਈਸ ਲੈਣ ਦੀ ਵੀ ਕੋਸ਼ਿਸ਼ ਕੀਤੀ ਕਿ ਨਹੀਂ ਹਾਲੇ ਤੱਕ? ਨਹੀਂ ਮੈਮ, ਹਜੇ ਤੱਕ ਅਸੀਂ ਕੋਈ ਲੀਗਲ ਐਡਵਾਈਸ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜੀ। ਨਿਸ਼ਾ ਸ਼ੁਕਰੀਆ, ਤੁਸੀਂ ਓਨੈਸਟਲੀ ਇੰਨੇ ਕਿ ਹਾਂਜੀ ਫਾਈਨੈਂਸ਼ੀਅਲੀ ਅਸੀਂ ਨਹੀਂ ਹੈਗੇ ਇੰਨੇ ਕਿ ਅਸੀਂ ਲਾਇਰ ਖੁਦ ਹਾਇਰ ਕਰ ਸਕੀਏ, ਕਿਉਂਕਿ ਪਹਿਲਾਂ ਹੀ ਬਹੁਤ ਜ਼ਿਆਦਾ ਲਾਸ ਹੋ ਚੁੱਕਿਆ ਹੈ। ਸ਼ੁਕਰੀਆ, ਤੁਸੀਂ ਆਪਣੀ ਗੱਲ ਕਹੀ ਹੈ ਤੇ ਬਹੁਤ ਜ਼ਰੂਰੀ ਸੀ ਇਹ ਵੀ ਗੱਲਾਂ ਕਰਨੀਆਂ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ। ਅਸੀਂ ਇਹ ਗੱਲਬਾਤ ਅੱਗੇ ਵੀ ਜਾਰੀ ਰੱਖਾਂਗੇ, ਆਉਂਦੇ ਦਿਨਾਂ ਦੇ ਵਿੱਚ ਕੁਝ ਪ੍ਰੋਗਰਾਮਸ ਕਰਾਂਗੇ, ਹੋ ਸਕਦਾ ਕੁਝ ਲਾਇਰਸ ਦੇ ਨਾਲ ਅਸੀਂ ਗੱਲਬਾਤ ਕਰੀਏ ਦੁਬਾਰਾ, ਕੁਝ ਜਿਹੜੇ ਪ੍ਰੋਵਿੰਸ਼ੀਅਲ ਪੋਲੀਟੀਸ਼ੀਅਨਸ ਨੇ, ਈਵਨ ਕਿਊਬੈਕ ਦੇ ਵਿੱਚ ਜਿਹੜੇ ਪੋਲੀਟੀਸ਼ੀਅਨਸ ਬੈਠੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ। ਹਾਂਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਸਾਨੂੰ ਆਪਣੇ ਵਿਚਾਰ ਰੱਖਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਸੋ ਇਹ ਕੁਝ ਗੱਲਾਂ ਨੇ। ਹਾਲੇ ਲਾਈਨ ਦੇ ਵਿੱਚ ਬਹੁਤ ਸਾਰੇ ਹੋਰ ਵਿਦਿਆਰਥੀ ਲੱਗੇ ਹੋਏ ਨੇ ਜਿਹੜੇ ਆਪੋ ਆਪਣੇ ਤਜਰਬੇ ਸਾਂਝੇ ਕਰਨਾ ਚਾਹੁੰਦੇ ਨੇ। ਹਰ ਇੱਕ ਦਾ ਤਜਰਬਾ ਯੂਨੀਕ ਵੀ ਹੋ ਸਕਦਾ, ਬਹੁਤ ਕੁਝ ਤੁਹਾਡਾ ਕਾਮਨ ਵੀ ਹੈਗਾ, ਪਰ ਤੁਹਾਡੀ ਗੱਲ ਜ਼ਰੂਰ ਅਸੀਂ ਸੁਣਾਂਗੇ। ਮੇਰੇ ਨਾਲ ਅਗਲੇ ਕਾਲਰ ਜਿਹੜੇ ਨੇ ਸਾਡੇ ਉਹ ਸ਼ਾਮਿਲ ਹੋ ਰਹੇ ਨੇ, ਵਰੁਣ ਖੰਨਾ ਜੀ। ਵਰੁਣ ਜੀ, ਆਇਆਂ ਨੂੰ। ਹਾਂਜੀ ਮੈਮ, ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਗੱਲਬਾਤ ਸਾਰੀ ਤੁਹਾਡੀ ਸੁਣੀ ਆ, MP ਸਾਹਿਬ ਦੀ ਵੀ ਸੁਣੀ ਆ ਤੇ ਸਾਡੇ ਕਮੇਟੀ ਮੈਂਬਰਾਂ ਨੇ ਵੀ ਤੁਹਾਡੇ ਨਾਲ ਗੱਲਬਾਤ ਕਰੀ ਆ। ਓਵਰਆਲ ਜੋ ਸਾਡੇ ਲਈ ਹੁਣ ਚੁਣੌਤੀਆਂ ਸਾਹਮਣੇ ਪੇਸ਼ ਹੋ ਰਹੀਆਂ ਨੇ, ਜੋ ਅਸੀਂ ਸਮਝ ਰਹੇ ਹਾਂ ਉਹ ਇਹ ਆ ਵੀ ਫੈਡਰਲ ਗੌਰਮੈਂਟ ਤਾਂ ਨਹੀਂ ਇਹਦੇ 'ਚ ਇਨਵੋਲਵ ਹੋਣਾ ਚਾਹੁੰਦੀ ਤੇ ਉਹ ਆਪਣੇ ਹੱਥ ਖੜੇ ਕਰ ਰਹੀ ਆ, ਜਿਹੜਾ ਕਿ ਬਹੁਤ ਹੀ ਮੰਦਭਾਗਾ ਆ। ਪਰ ਅਸੀਂ ਇਹ ਸਵਾਲ ਉਠਾਉਣਾ ਚਾਹੁੰਦੇ ਹਾਂ ਵੀ ਇੱਥੇ ਅਸੀਂ ਕੈਨੇਡਾ ਦੇ ਵਿੱਚ ਕਿਹਦੇ ਤੇ ਭਰੋਸਾ ਕਰੀਏ, ਹਨਾ। ਸਾਡੇ ਲਈ ਤਾਂ ਸਰਕਾਰ ਹੀ ਹੁੰਦੀ ਹੈ ਨਾ, ਸਰਕਾਰ ਤੋਂ ਉੱਤੇ ਤਾਂ ਸਾਡੇ ਲਈ ਕੁਛ ਹੈ ਨੀ ਗਾ, ਹਨਾ। ਤੇ ਕੈਨੇਡਾ ਜਿਹੜਾ ਆਪਣੇ ਆਪ ਨੂੰ ਹਿਊਮਨ ਰਾਈਟਸ ਦਾ ਝੰਡਾ ਬਰਦਾਰ ਰਖਾਉਂਦਾ ਆ, ਹਨਾ, ਜਿਹੜਾ ਕਹਿੰਦਾ ਆ ਵੀ ਅਸੀਂ ਹਿਊਮਨ ਰਾਈਟ ਦੇ ਰਾਖੇ ਆ ਤੇ ਦੁਨੀਆ ਦੇ ਹੋਰ ਦੇਸ਼ਾਂ ਦੇ ਵਿੱਚ ਜਾ ਕੇ ਉੱਥੋਂ ਦੇ ਨਾਗਰਿਕਾਂ ਨੂੰ ਆਪਣੇ ਕੋਲ ਲੈ ਕੇ ਆਉਂਦਾ ਆ, ਸਟਿਲ ਜਿਹੜੇ ਉਹਨਾਂ ਦੇ ਆਪ ਦੇ ਸਟੂਡੈਂਟਸ ਨੇ ਜਿਹੜੇ $22 ਬਿਲੀਅਨ ਉਹਨਾਂ ਦੀ ਇਕੋਨਮੀ ਦੇ ਵਿੱਚ ਕੰਟਰੀਬਿਊਟ ਕਰਦੇ ਨੇ, ਉਹਨਾਂ ਲਈ ਉਹਨਾਂ ਕੋਲ ਕੋਈ ਰਾਹ ਨਹੀਂ ਆ, ਉਹਨਾਂ ਦੀ ਕੋਈ ਦੇਖ ਰੇਖ ਨਹੀਂ ਆ।
ਜਿਹੜੇ ਸਟੂਡੈਂਟਸ ਇਹਦੇ ਨਾਲ ਅਫੈਕਟ ਹੋ ਚੁੱਕੇ ਨੇ, ਮੈਡਮ ਤੁਸੀਂ ਯਕੀਨ ਕਰੋਗੇ, ਮੈਂ ਇੰਨੇ ਕੁ ਬੱਚਿਆਂ ਨਾਲ ਗੱਲ ਕਰ ਚੁੱਕਾ ਹਾਂ, ਉਹਨਾਂ ਦੀ ਸਟੋਰੀ ਸੁਣ ਕੇ ਰਾਤ ਨੂੰ ਨੀਂਦ ਨਹੀਂ ਆਉਂਦੀ। ਮੈਂ 3 ਦਿਨ ਰਾਤ ਨੂੰ ਸੁੱਤਾ ਨਹੀਂਗਾ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ। ਤੇ ਮੈਂ ਤੇ ਪੂਰੀ ਰਿਸਰਚ ਕੀਤੀ ਆ ਵੀ ਐਕਚੁਅਲ ਇਹ 'ਚ ਹੈ ਕੀ ਆ, ਮਸਲਾ ਕੀ ਆ ਅਸਲ 'ਚ। ਜੀ ਕੁੱਲ ਮਿਲਾ ਕੇ ਇਹ ਆ ਵੀ ਐਕਚੁਅਲ ਦੇ ਵਿੱਚ ਪਹਿਲੀ ਗੱਲ ਤਾਂ ਬੈਂਕਰਪਸੀ ਆਪਾਂ ਨੂੰ ਨਾ ਕੀ ਹੈ, ਲੀਗਲ ਟਰਮ ਦੇ ਵਿੱਚ ਇਹ ਨਹੀਂ ਹੈਗੀ। ਸਿੱਧੇ ਤੌਰ ਤੇ ਉਹਨਾਂ ਨੇ ਆਪਣੇ ਪੈਰਲਰ ਹੀ ਆਪਣੇ ਬੰਦੇ ਖੜੇ ਕਰਕੇ ਮਨੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰਾਂਸਫਰ ਕਰ ਲੈਣੀ ਆ। ਸਟੂਡੈਂਟ ਦੇ ਹੱਥ ਬਸ ਕੁਛ ਨਹੀਂ ਆਉਣਾ। ਇਹ ਇੱਕੋ ਇੱਕ ਦਾ ਜਿਹੜਾ ਸਹੀ ਸਾਨੂੰ ਰਾਹ ਦਿਖਦਾ ਹੈ, ਲੀਗਲ ਤਰੀਕੇ 'ਚ ਅਸੀਂ ਜਾਣਾ ਚਾਹੁੰਦੇ ਹਾਂ, ਉਧਰੋਂ ਵੀ ਅਸੀਂ ਪ੍ਰੈਸ਼ਰ ਕ੍ਰੀਏਟ ਕਰਨਾ ਚਾਹੁੰਦੇ ਹਾਂ, ਪਰ ਜ਼ਿਆਦਾ ਜੋ ਸਾਨੂੰ ਉਮੀਦ ਆ ਉਹ ਪੋਲੀਟੀਕਲ ਪ੍ਰੈਸ਼ਰ ਦੇ ਥਰੂ ਹੀ ਹੋ ਸਕਦਾ ਆ। ਇਧਰ ਉਹ ਫੈਡਰਲ ਗਵਰਨਮੈਂਟ ਇਨਵੋਲਵ ਹੋਏ, ਚਾਹੇ ਸਾਡੀ ਕਿਊਬਿਕ ਵਾਲੀ ਗਵਰਨਮੈਂਟ ਇਨਵੋਲਵ ਹੋਏ। ਇਸ ਤੋਂ ਇਲਾਵਾ ਸਾਡੇ ਕੋਲ ਕੋਈ ਰਾਸਤਾ ਨਹੀਂ ਹੈ। ਹਾਂ, ਅਸੀਂ ਦੂਸਰੇ ਬੰਦਿਆਂ ਨਾਲ ਵੀ ਅਸੀਂ ਵਾਰਤਾਲਾਪ ਕਰ ਰਹੇ ਹਾਂ, ਵਕੀਲਾਂ ਨਾਲ ਵੀ, ਸਾਡੇ ਨਾਲ ਕੁਝ ਕਿਊਬਿਕ ਦੀਆਂ ਹੋਰ ਜਥੇਬੰਦੀਆਂ IWC ਕਰਕੇ ਵੀ ਜੁੜ ਰਹੀਆਂ ਨੇ, ਨੌਜਵਾਨ ਨੈਟਵਰਕ ਸਪੋਰਟ ਵੀ ਸਾਨੂੰ ਕਰ ਰਿਹਾ, ਤਰਕਸ਼ੀਲ ਸੁਸਾਇਟੀ ਕੈਨੇਡਾ ਵੀ ਸਾਡੇ ਸਪੋਰਟ 'ਚ ਆ ਗਈ ਆ। ਇਹ ਸਾਰੀਆਂ ਜਿਹੜੀਆਂ ਪ੍ਰੋ ਆਰਗੇਨਾਈਜੇਸ਼ਨ ਨੇ ਸਾਨੂੰ ਫੁੱਲੀ ਸਪੋਰਟ ਕਰ ਰਹੀਆਂ ਨੇ। ਸਾਡੀ ਇਹਨਾਂ ਤੋਂ ਬਸ ਇਹੀ ਆ ਵੀ ਸਾਨੂੰ ਇੱਕ ਅੱਛਾ ਵਕੀਲ ਹਾਇਰ ਕਰਕੇ ਦਿੱਤਾ ਜਾਵੇ, ਕਿਉਂਕਿ ਬੱਚੇ ਪੈਸੇ ਨਹੀਂ ਲਗਾ ਸਕਦੇ, ਬੱਚਿਆਂ ਕੋਲ ਪੈਸਾ ਨਹੀਂ ਹੈਗਾ ਵਕੀਲਾਂ ਦੇ ਕੋਲ ਧੱਕੇ ਖਾਣ ਨੂੰ। ਤੇ ਆਪਾਂ ਤਾਂ ਇੰਡੀਆ 'ਚ ਸੁਣਦੇ ਆ ਰਹੇ ਹਾਂ ਵੀ ਅਦਾਲਤਾਂ 'ਚ ਤਾਂ ਬੰਦੇ ਬਿਰਖ ਹੋ ਜਾਂਦੇ ਆ, ਹਨਾ, ਫੈਸਲੇ ਸੁਣਦੇ ਆ। ਤੇ ਇਹ ਆ ਵੀ ਸਾਨੂੰ ਇਹੀ ਆ ਵੀ ਉਮੀਦ ਵੀ ਸਾਡੀ ਕੋਈ ਬਾਂਹ ਫੜੇ ਤਾਂ ਕਿ ਇਹ ਬੱਚੇ ਨਿਰਾਸ਼ਾ ਦਾ ਸ਼ਿਕਾਰ ਨਾ ਹੋਣ। ਮੈਂ ਨਾ ਮੈਡਮ ਆંકੜੇ ਪਾ ਰਿਹਾ ਸੀ, ਇਕੱਲੇ BC ਦੇ ਵਿੱਚ 15 ਸਟੂਡੈਂਟ ਪਿਛਲੇ 4 ਸਾਲਾਂ ਦੇ ਵਿੱਚ ਸੁਸਾਈਡ ਅਟੈਂਪਟ ਕਰ ਚੁੱਕੇ ਨੇ। ਬਈ ਸਹੀ ਹੈ ਗੱਲ ਤੁਹਾਡੀ। ਹਨਾ, ਇਹ ਕਿਉਂ ਹੋ ਰਿਹਾ? ਕਿਉਂ ਬੱਚੇ ਨੇ ਨਿਰਾਸ਼ਾ 'ਚ ਜਾ ਰਹੇ ਆ? ਕੀ ਉਹਨਾਂ ਦੀ ਇੰਨੀ ਮੈਂਟਲ ਉਹਨਾਂ ਨੂੰ ਸਟ੍ਰੈਸ ਦੇ ਰਿਹਾ? ਅਸੀਂ ਤਾਂ ਮੈਡਮ ਚੰਗੇ ਜੇ ਸਾਨੂੰ ਇੰਡੀਆ ਦੇ ਵਿੱਚ ਕੁਛ ਚੰਗਾ ਦਿਖਦਾ ਹੁੰਦਾ ਸੀ, ਇੱਥੇ ਕਿਉਂ ਆਉਂਦੇ? ਅਸੀਂ ਨਹੀਂ ਆਉਣਾ ਸੀਗਾ, ਹਨਾ। ਅਸੀਂ ਆਪਦੇ ਚੰਗੇ ਭਵਿੱਖ ਲਈ, ਆਪਦੇ ਮਾਪਿਓ ਲਈ, ਆਪਣੇ ਨਾਲ ਦੇ ਚੰਗੇ ਭਵਿੱਖ ਲਈ ਕੈਨੇਡਾ ਆਏ ਆ। ਜੇ ਸਾਨੂੰ ਇੱਥੇ ਵੀ ਆ ਕੇ ਇਹੀ ਧੱਕੇ, ਇਹੀ ਗੁਲਾਮੀਆਂ ਸਾਨੂੰ ਇੱਥੇ ਸਹਿਣੀਆਂ ਪੈ ਰਹੀਆਂ ਨੇ, ਤੇ ਇਹ ਬਹੁਤ ਚੰਗੀ ਗੱਲ ਨਹੀਂ ਹੈਗੀ। ਇਹਦੇ ਨਾਲ ਕੈਨੇਡਾ ਦੀ ਇਮੇਜ ਵੀ ਖਰਾਬ ਹੁੰਦੀ ਆ। ਆਉਣ ਵਾਲਾ ਇਹਨਾਂ ਦਾ ਮਤਲਬ ਜਿਹੜਾ ਇੱਥੇ ਇਕਨੋਮੀ ਹੋਰ ਬੂਸਟ ਹੋਣੀ ਆ, ਉਹਨੂੰ ਵੀ ਫਰਕ ਪਏਗਾ। ਤੇ ਇਹਦੇ ਬਾਰੇ ਜ਼ਰੂਰ ਆ, ਮੈਨੂੰ ਨਹੀਂ ਪਤਾ MP ਸਾਹਿਬ ਨੇ ਇਦਾਂ ਕਿਉਂ ਕਿਹਾ ਵੀ ਬੱਚੇ ਦੂਜੇ ਕਾਲਜਾਂ 'ਚ ਐਡਮਿਸ਼ਨ ਲੈ ਲੈਣ। ਮੈਨੂੰ ਸੱਚੀ ਬਹੁਤ ਹਰਟ ਹੋਇਆ ਵੀ ਉਹਨਾਂ ਦੇ ਉਹ ਨਹੀਂ ਹੈਗੇ ਤਾਂ ਸਾਡਾ ਕੌਣ ਆ? ਸਾਡਾ ਕੌਣ ਆ ਇੱਥੇ? ਕੌਣ ਆ ਰਖਵਾਲਾ ਸਾਡਾ? ਸੋ ਵਰੁਣ, ਤੁਸੀਂ ਹੁਣ ਇਹ ਸੋਚ ਰਹੇ ਹੋ ਰਲ ਕੇ ਸਾਰੇ ਜਾਣੇ ਕਿ ਤੁਸੀਂ ਇੱਕ ਚੰਗਾ ਵਕੀਲ ਹਾਇਰ ਕਰੋ, ਅਤੇ ਕੁਝ ਤੁਸੀਂ ਆਰਗੇਨਾਈਜੇਸ਼ਨਸ ਦਾ ਜ਼ਿਕਰ ਕੀਤਾ ਹੈ ਕਿ ਉਹ ਸਾਨੂੰ ਸਪੋਰਟ ਕਰਨ ਦੇ ਲਈ ਤਿਆਰ ਹੈਗੀਆਂ, ਜਿਹੜੀਆਂ ਕਿ ਵੋਲੰਟੀਅਰ ਲੈਵਲ ਦੇ ਉੱਤੇ। ਹਾਂਜੀ, ਉਹ 'ਚ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਨੇ, ਉਹਨਾਂ ਨੇ ਵੀ ਸਾਡੇ ਨਾਲ ਸੰਪਰਕ ਕਰਿਆ ਸੀਗਾ। ਉਹ ਵੀ ਕਹਿ ਰਹੇ ਵੀ ਅਸੀਂ ਤੁਹਾਨੂੰ ਵਕੀਲ ਕਰਕੇ ਦਿੰਦੇ ਹਾਂ, ਤੁਸੀਂ ਦੱਸੋ ਕਿਹੜੇ ਸਟੂਡੈਂਟ ਨੇ। ਅਸਲ ਦੇ ਵਿੱਚ ਸਾਡੇ ਕੋਲ ਨਾ ਮਤਲਬ ਸਟੂਡੈਂਟਸ ਹੈਗੇ 1173 ਇੱਥੇ, ਤੇ ਅਸੀਂ ਉਹਨਾਂ ਦਾ ਸਾਰਿਆਂ ਦਾ ਡਾਟਾ ਫਿਲਹਾਲ ਕਲੈਕਟ ਕਰ ਰਹੇ ਹਾਂ। ਸਾਡੇ ਕੋਲ ਕਾਫੀ ਬੱਚੇ ਆ ਗਏ ਨੇ, ਪਰ ਅਸੀਂ ਪੂਰੇ 1173 ਤੇ ਨਹੀਂ ਪਹੁੰਚੇ। ਤੇ ਜਿਹੜੀ ਵੱਡੀ ਤਰਾਸਦੀ ਸਾਨੂੰ ਪਤਾ ਹੈ ਵੀ ਇੱਥੋਂ ਦੇ ਬੱਚਿਆਂ ਦਾ ਕੋਈ ਨਾ ਕੋਈ ਹੱਲ ਹੋ ਜਾਣਾ ਆ, ਪਰ ਜਿਹੜੇ ਇੰਡੀਆ ਨਿਆਣੇ ਬੈਠੇ ਆ ਨਾ, ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਆ। ਇੰਡੀਆ ਦੀ ਸਰਕਾਰਾਂ ਨੇ ਉਹਨਾਂ ਨੂੰ ਕੁਛ ਨਹੀਂ ਦੇਣਾ। $6.4 ਮਿਲੀਅਨ ਮੈਡਮ ਇੰਡੀਆ ਦੇ ਬੱਚਿਆਂ ਦਾ ਸਟਕ ਪਿਆ ਹੈ ਇਸ ਚੀਜ਼ ਦੇ ਵਿੱਚ, ਜਿਹੜੇ ਕਿ 2019 ਤੋਂ ਲੈ ਕੇ 2022 ਚੜ ਗਿਆ, ਹਾਲੇ ਤੱਕ ਸਫਰ ਕਰ ਰਹੇ ਆ, ਨਾ ਤਾਂ ਬਾਹਰ ਆ ਚੁੱਕੇ ਆ। ਬੱਚਿਆਂ ਨੇ 99% ਸਕੋਰ ਕਰਿਆ ਆਪਣੀ ਐਕੈਡੈਮਿਕਸ ਦੇ ਵਿੱਚ, ਸਟਿਲ ਜੇ ਉਹਨਾਂ ਨੂੰ ਵੀਜ਼ਾ ਨਹੀਂ ਮਿਲਦਾ, ਐਟਲੀਸਟ ਉਹਨਾਂ ਦੇ ਪੈਸੇ ਮੋੜੋ ਯਾਰ। ਉਹਨਾਂ ਨੂੰ ਆਪਣੇ ਰਿਫੰਡ ਦੀ ਗੱਲ ਕਰ ਰਹੇ ਹੋ। ਲੜਕੀ ਨਾਲ ਮੇਰੀ ਹੁਣੇ ਗੱਲ ਹੋਈ ਸੀ, ਨਿਸ਼ਾ ਨਾਲ ਵੀ ਗੱਲ ਹੋਈ ਸੀ, ਉਹ ਕਹਿੰਦੇ ਐਟਲੀਸਟ ਜਿਹੜਾ ਰਿਫੰਡ ਹੈ ਉਹ ਤਾਂ ਮਿਲਣਾ ਚਾਹੀਦਾ। ਸੋ ਮੈਂ ਵੀ ਇਸ ਚੀਜ਼ ਨੂੰ ਹੋਰ ਡਿਟੇਲ ਦੇ ਵਿੱਚ ਪੜ੍ਹਨਾ ਚਾਹੁੰਦੀ ਹਾਂ, ਜਿਹੜਾ ਉਹਨਾਂ ਨੇ ਕਿਹਾ ਕਿ ਵੀ IRCC ਜਿਹੜੀ ਆ ਉਹਦੇ 'ਤੇ ਲਿਖਿਆ ਹੋਇਆ ਕਿ ਜੇ ਇਨ ਕੇਸ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਤੁਹਾਡਾ ਜਿਹੜਾ ਇਹ ਮਨੀ ਹੈ ਹੋਰ ਰਿਫੰਡ ਹੋਏਗੀ। ਉਹ ਵੀ ਬਿਲਕੁਲ ਮੈਮ ਹੋਣੀ ਵੀ ਚਾਹੀਦੀ ਏਦਾਂ। ਬਟ ਦਾ ਕੁਐਸਚਨ ਇਜ਼ ਦੈਟ ਜਦੋਂ ਨਾ ਕੋਈ ਬੈਂਕਰਪਸੀ ਕਰ ਜਾਂਦਾ ਹੈ ਤੇ ਉਹ ਅਸਲ ਦੇ ਵਿੱਚ ਉਹਨੂੰ ਸ਼ੋਅ ਕਰ ਰਿਹਾ ਵੀ ਉਹ ਬੈਂਕਰਪਸੀ ਨਹੀਂ ਹੈ। ਮਤਲਬ ਮੈਂ ਤੁਹਾਨੂੰ ਇਹਦੀ ਡਿਟੇਲਿੰਗ ਵੀ ਭੇਜ ਦਿੰਦਾ, ਜਦੋਂ ਤੁਸੀਂ ਪੂਰਾ ਨੂੰ ਰੀਡ ਕਰੋਗੇ ਨਾ, ਇੰਨੇ ਉਹਨਾਂ ਨੇ ਦਾ ਪੇਜ ਖੇਡਿਆ, ਬਿਕੋਜ਼ ਦੇ ਆਰ ਇਨ ਸਿੰਪਲ ਵਰਡ ਦੇ ਵਿੱਚ ਕਹਿਣਾ ਹੋਏ, ਦੇ ਆਰ ਮਾਫੀਅਸ, ਦੇ ਆਰ ਨਾਟ ਸਿੰਪਲ ਪੀਪਲ, ਦੇ ਆਰ ਮਾਫੀਅਸ। ਉਹਨਾਂ ਦੇ ਪੋਲੀਟੀਕਲ ਲਿੰਕਸ ਵੀ ਨੇ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਤੋਂ ਲੈ ਕੇ ਸਾਰੇ ਪਾਸੇ ਲਿੰਕਸ ਨੇ। ਉਹਨਾਂ ਦੀ ਤਾਕਤ ਸਾਡੀ ਤਾਕਤ ਮੂਹਰੇ ਮਤਲਬ ਬਹੁਤ ਜ਼ਿਆਦਾ ਹੈ, ਹਨਾ। ਸਾਨੂੰ ਤੁਹਾਡੇ ਸਾਰੇ ਲੋਕਾਂ ਦਾ ਸਾਥ ਚਾਹੀਦਾ, ਸਾਨੂੰ ਸਾਡੇ ਭਾਈਚਾਰੇ ਦਾ ਸਾਥ ਚਾਹੀਦਾ, ਜਿਹੜਾ ਸਾਡੇ ਨਾਲ ਆ ਕੇ ਖੜੇ ਤੇ ਇਹਨਾਂ ਬੱਚਿਆਂ ਦੀ ਬਾਂਹ ਫੜੇ। ਜਿਵੇਂ ਅਸੀਂ ਇੱਥੋਂ ਪਹਿਲ ਕੀਤੀ ਹੈ ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਨੇ, ਸਾਨੂੰ ਉਮੀਦ ਆ ਵੀ ਹੋਰ ਵੀ ਸਾਰੇ ਪੰਜਾਬੀ ਮੀਡੀਆ ਅਦਾਰੇ, ਚਾਹੇ ਇੰਗਲਿਸ਼ ਮੀਡੀਆ ਅਦਾਰੇ ਵੀ ਸਾਡੇ ਨਾਲ ਆ ਕੇ ਖੜਨ, ਤਾਂ ਕਿ ਇਹਨਾਂ ਦੀ ਆਵਾਜ਼ ਬੁਲੰਦ ਕੀਤੀ ਜਾ ਸਕੇ। ਤੇ ਜੇ ਸਰਕਾਰ ਸੱਚੀ ਬੋਲੀ ਹੋ ਚੁੱਕੀ ਹੈ ਤੇ ਇਹਨੂੰ ਨਹੀਂ ਸੁਣਦਾ, ਤੇ ਘੱਟੋ ਘੱਟ ਸੁਣੇ ਇਹ। ਸ਼ੁਕਰੀਆ ਤੁਹਾਡਾ ਸ਼ਾਮਿਲ ਹੋਣ ਦੇ ਲਈ ਵਰੁਣ, ਥੈਂਕ ਯੂ ਸੋ ਮਚ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਇੱਕ ਦੋ ਸਟੂਡੈਂਟਸ ਹੋਰ ਨੇ, ਮੈਂ ਉਹਨਾਂ ਦੇ ਨਾਲ ਗੱਲ ਕਰਨਾ ਚਾਹੁੰਦੀ ਹਾਂ। ਇਸ ਵੇਲੇ ਸਾਡੇ ਨਾਲ ਸ਼ਾਮਿਲ ਹੋਏ ਨੇ ਹਰਲੀਨ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਵੀ ਮੌਂਟਰੀਅਲ ਤੋਂ ਹੀ ਬੋਲ ਰਹੇ ਹੋ?
ਹਾਂਜੀ ਥੈਂਕ ਯੂ ਮੈਮ, ਥੈਂਕਸ ਫॉर ਕਾਲਿੰਗ ਫਸਟ ਆਫ ਆਲ। ਹਾਂਜੀ ਮੈਂ ਵੀ ਮੌਂਟਰੀਅਲ ਤੋਂ ਹੀ ਹਾਂ। ਸੋ ਕਿੰਨੇ ਤੇ ਸਾਲ ਹੋ ਗਏ ਮੈਂ ਵੀ ਤੁਹਾਨੂੰ ਇੱਥੇ ਆਇਆਂ ਨੂੰ? ਮੈਨੂੰ ਆਲਮੋਸਟ 2 ਇਅਰਸ। 2 ਸਾਲ ਬਟ ਹੋ ਮੈਂ ਗਏ ਆ। ਹੱਲੇ ਹਾਂਜੀ ਹੱਲੇ ਬਟ ਮੇਰੀ ਸਟੱਡੀ ਕੰਪਲੀਟ ਨਹੀਂ ਹੋਈ ਹੈਗੀ। ਕਦੋਂ ਸਟਿਲ ਕੰਪਲੀਟ ਹੋਣੀ ਆਨਗੋਇੰਗ। ਸੀ ਤੁਹਾਡੀ ਸਟੱਡੀ? ਨਵੰਬਰ ਦੇ ਵਿੱਚ ਹੋਣੀ ਸੀ ਸਟੱਡੀ ਕੰਪਲੀਟ ਐਸ ਪਰ ਆਫੀਸ਼ੀਅਲ ਡਾਕੂਮੈਂਟਸ, ਉਹ ਕਹਿ ਰਹੇ ਕਿ ਨਵੰਬਰ ਚ ਕੰਪਲੀਟ ਹੋਣੀ ਆ। ਤੁਹਾਡੀ ਇਸ ਸਾਲ ਜਿਹੜਾ 2022 ਹੈ ਉਹਦੇ ਵਿੱਚ? ਨਹੀਂ ਲਾਸਟ ਈਅਰ 2021 ਨਵੰਬਰ ਦੇ ਵਿੱਚ। ਲਾਸਟ ਈਅਰ ਫਿਰ ਪੂਰੀ ਕਿਉਂ ਨਹੀਂ ਹੋ ਸਕੀ? ਨਵੰਬਰ ਦੇ ਵਿੱਚ ਹੀ ਇਹ ਸਾਰਾ ਕੁਝ ਹੋਇਆ। ਕਿੰਨੀ ਨਵੰਬਰ ਨੂੰ ਤੁਹਾਡਾ ਕੰਪਲੀਟ ਹੋਣੀ ਸੀ ਐਜੂਕੇਸ਼ਨ? ਸਾਡੀ ਉਹਨਾਂ ਨੇ 8th ਆਫ ਨਵੰਬਰ ਨੂੰ ਕਿਹਾ ਸੀ, ਜਾਣੀ ਕਿ ਅਗਰ ਆਪਾਂ ਡਾਕੂਮੈਂਟਸ ਦੇ ਅਕੋਰਡਿੰਗ ਚੱਲੀਏ ਤੇ ਦੈਟ ਮੀਨਸ ਫॉर 2 ਇਅਰਸ ਰਾਈਟ, ਯੋਰ ਡਿਪਲੋਮਾ ਇਜ਼ ਫॉर 2 ਇਅਰਸ। ਤੇ ਉਹਦੇ ਅਕੋਰਡਿੰਗ 8th ਨਵੰਬਰ ਨੂੰ ਸਾਡਾ ਲਾਸਟ ਡੇ ਹੋਣਾ ਚਾਹੀਦਾ ਸੀਗਾ ਰਾਈਟ। ਬਟ ਉਹਨਾਂ ਨੇ ਸਾਨੂੰ ਕਹਿ ਦਿੱਤਾ ਕਿ ਤੁਹਾਡਾ 1 ਸਮੈਸਟਰ ਪਿਆ ਆ, ਤੁਹਾਡੀ ਇੰਟਰਨਸ਼ਿਪ ਪਈ ਆ, ਐਂਡ ਉਹਨਾਂ ਨੇ ਸਾਨੂੰ ਆਪਣੇ ਵੱਲੋਂ ਹੀ ਇੱਕ ਡਾਕੂਮੈਂਟ ਜਿਹਨੂੰ ਜਿੱਦਾਂ ਕਹਿ ਲੈਂਦੇ ਆਫਰ ਲੈਟਰ ਜਿਹਨੂੰ ਕਹਿ ਦਿੰਦੇ ਆ, ਉਹਦੇ ਤੇ ਡੇਟ ਚੇਂਜ ਕਰਕੇ ਫੈਬ ਤੱਕ ਪਾ ਦਿੱਤੀ, ਫੈਬ 2022 ਤੱਕ। ਰੀਜ਼ਨ ਕੀ ਦਿੱਤਾ? Reason nothing, that because of COVID classes were not going on properly, so that's why we were not able to complete your ਜਿਹੜੀ ਤੁਹਾਡੀ studies. 8 ਨਵੰਬਰ ਤੱਕ ਤੁਹਾਡੀ ਕੰਪਲੀਟ ਹੋ ਜਾਣੀ ਸੀ ਐਜੂਕੇਸ਼ਨ, ਤੇ ਉਹਨੂੰ ਉਹਨਾਂ ਨੇ ਐਕਸਟੈਂਡ ਕਰਕੇ ਫਰਵਰੀ ਤੱਕ ਕਰ ਦਿੱਤਾ। ਹਾਂਜੀ ਐਗਜ਼ੈਕਟਲੀ ਫੈਬ ਤੱਕ ਕਰ ਫਿਰ ਦਿੱਤਾ। ਉਹਦੀ ਜਿਹੜੀ ਫੀਸ ਸੀ ਉਹਦੀ ਫਿਰ ਐਕਸਟਰਾ ਫੀਸ ਹੋਣੀ ਸੀ ਉਹਨਾਂ ਦਿਨਾਂ ਦੀ? ਨਹੀਂ ਸਾਡੇ ਕੋਲ ਫੀਸ ਤੇ ਆਲਰੇਡੀ ਲੈ ਚੁੱਕੇ ਆ। ਸਾਰੀ ਫੀਸ ਜਾ ਚੁੱਕੀ ਸੀ, ਆਲਰੇਡੀ ਜਾ ਚੁੱਕੀ ਸੀ। ਹਾਂਜੀ ਬਿਕਾਜ਼ ਇਸ ਕਾਲਜਸ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਉਹ ਮੰਗਦੇ ਆ ਉਹ ਇਹੀ ਹੁੰਦੀ ਆ ਫੀਸ। ਨੋ ਮੈਟਰ ਬੱਚੇ ਨੂੰ 2 ਮਹੀਨੇ ਆਏ ਹੋਏ ਆ, ਨੋ ਮੈਟਰ ਉਹਨੂੰ ਸਾਲ ਹੋ ਗਿਆ, ਬਟ ਦੇ ਓਨਲੀ ਨੀਡ ਇਸ ਫੀਸ ਰਾਈਟ। ਐਂਡ ਮੈਂ ਇਸ ਕਾਲ ਤੇ ਆਈ ਵਾਸ ਫਰੋਮ ਦ ਬਿਗਨਿੰਗ, ਤੇ ਮੈਂ ਜਿੱਦਾਂ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੂੰ ਵੀ ਸੁਣਿਆ ਐਂਡ ਆਈ ਡਿਸਐਗਰੀ ਵਿਦ ਹਿਮ ਔਨ ਫਿਊ ਟਰਮਸ। ਮੈਂ ਨੋਟ ਡਾਊਨ ਕੀਤੀਆਂ। ਪਹਿਲਾਂ ਤੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਤੁਸੀਂ ਕਾਲਜ ਨੂੰ ਚੇਂਜ ਕਰ ਸਕਦੇ ਆ ਰਾਈਟ। ਸੋ ਵਟ ਇਜ਼ ਦੀ ਗਾਰੰਟੀ ਕਿ ਜਿਹੜੇ ਕਾਲਜ ਚ ਚੇਂਜ ਕਰਕੇ ਬੱਚਾ ਜਾਏਗਾ ਉਸ ਕਾਲਜ ਦੀ ਬੈਂਕਰਪਸੀ ਨਾ ਹੋਵੇ? ਇਸ ਚੀਜ਼ ਤੇ ਕੀ ਅਸ਼ੋਰਿਟੀ ਹੈਗੀ ਆ ਰਾਈਟ? ਕਿਉਂਕਿ ਕਿਬੈਕ ਦੇ ਵਿੱਚ ਰਾਈਟ ਨਾਓ ਸਿਰਫ 3 ਕਾਲਜਸ ਹੀ ਹਾਈਲਾਈਟ ਹੋਏ ਆ ਜਿਨ੍ਹਾਂ ਦੀ ਬੈਂਕਰਪਸੀ ਹੋਈ ਆ। ਯੂ ਨੈਵਰ ਨੋ ਬਾਕੀ ਸਾਰੇ ਕੀ ਕਰਦੇ ਪਏ ਆ, ਉਹਨਾਂ ਸਟੂਡੈਂਟਸ ਦਾ ਉਹਨਾਂ ਕਾਲਜਾਂ ਦੇ ਵਿੱਚ ਕੀ ਹਾਲ ਹੈ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੈਗਾ। ਸੋ ਆਈ ਥਿੰਕ ਅਸੀਂ ਇਸ ਸਟੇਟਮੈਂਟ ਦੇ ਉੱਪਰ ਵੀ ਕਾਫੀ ਸਟੂਡੈਂਟਸ ਡਿਸਐਗਰੀ ਕਰਦੇ ਆ ਕਿ ਇਹ ਸਾਨੂੰ ਕੋਈ ਪ੍ਰੋਪਰ ਆਨਸਰ ਨਹੀਂ ਮਿਲਿਆ ਕਿ ਤੁਸੀਂ ਕਾਲਜ ਚੇਂਜ ਕਰ ਲਓ ਰਾਈਟ। ਕਿਉਂਕਿ ਸਾਡੇ ਕੋਲ ਇਹ ਜੋ ਚੀਜ਼ਾਂ ਹੋਈਆਂ ਸਾਡੀ ਬੈਕ ਦੇ ਉੱਪਰ ਹੋਈਆਂ ਰਾਈਟ, ਜੋ ਵੀ ਬੈਂਕਰਪਸੀਜ਼ ਹੋਈਆਂ ਸਾਰਾ ਕੁਝ ਹੋਇਆ। ਹੁਣ ਜਦ ਸਾਰੀ ਚੀਜ਼ ਸਾਹਮਣੇ ਆ ਹੀ ਗਈ ਆ ਦੈਨ ਗਵਰਨਮੈਂਟ ਸ਼ੁਡ ਆਲਸੋ ਐਕਸੈਪਟ ਐਟ ਸਮ ਪੁਆਇੰਟ ਰਾਈਟ ਕਿ ਇਹ ਚੀਜ਼ ਅੱਗੇ ਹੋ ਗਈ ਆ, ਅਸੀਂ ਇਸ ਕਾਲਜ ਨੂੰ ਇਦਾਂ ਧਿਆਨ ਦੇ ਵਿੱਚ ਰੱਖਾਂਗੇ। ਸੈਕੰਡ ਦੇ ਮੈਂਸ਼ਨ ਦੈਟ ਵੀ ਸ਼ੁਡ ਕਲੈਕਟ ਫੰਡਸ। ਇਟ ਇਜ਼ ਵੈਰੀ ਵੈਰੀ ਕਲੀਅਰ ਕਿ ਪਹਿਲੀ ਗੱਲ ਤਾਂ ਇਹ ਕਿ ਸਟੂਡੈਂਟਸ ਨੇ ਆਪਣੀ ਸਾਰੀ ਫੀਸ ਦਿੱਤੀ ਜਿਨ੍ਹਾਂ ਦਾ ਉਹਨਾਂ ਨੂੰ ਪ੍ਰੋਪਰ ਮੁੱਲ ਨਹੀਂ ਪਿਆ, ਉਹਨਾਂ ਨੂੰ ਪ੍ਰੋਪਰ ਆਨਸਰ ਨਹੀਂ ਮਿਲਿਆ ਕਾਲਜਸ ਦੇ ਵੱਲੋਂ। ਸੈਕੰਡ ਉਹ ਹੁਣ ਇਲੀਗਲ ਹੋ ਗਏ, ਉਹ ਤੇ 20 ਆਵਰਸ ਲੀਗਲੀ ਕੰਮ ਨਹੀਂ ਕਰ ਸਕਦੇ ਆਪਣੀਆਂ ਵੇਜਸ ਕੱਢਣ ਵਾਸਤੇ, ਤੇ ਉਹ ਫੰਡਸ ਲਈ ਪੈਸੇ ਕਿੱਥੋਂ ਇਕੱਠੇ ਕਰਨਗੇ? ਡੋਂਟ ਯੂ ਥਿੰਕ ਕਿ ਇਸ ਸਿਚੁਏਸ਼ਨ ਦੇ ਵਿੱਚ ਗਵਰਨਮੈਂਟ ਨੂੰ ਸਟੈਪ ਫਾਰਵਰਡ ਆਪ ਕਰਨਾ ਚਾਹੀਦਾ ਕਿ ਬੱਚੇ ਤੇ ਆਲਰੇਡੀ ਇਸ ਸਿਚੁਏਸ਼ਨ ਸਟਕ ਅਪ ਹੋ ਗਏ ਹੋ ਆ ਕਿ ਉਹ ਤੇ 20 ਆਵਰਸ ਆਪਣਾ ਰੈਂਟ, ਆਪਣਾ ਫੋਨ, ਆਪਣਾ ਗਰੋਸਰੀਜ਼ ਨਹੀਂ ਕਰ ਸਕਦੇ ਹੈਗੇ, ਉਹ ਫੰਡਸ ਨੂੰ ਕਲੈਕਟ ਕਰਕੇ ਕਿਵੇਂ ਲਾਇਰ ਕਰਨਗੇ? ਇੱਥੇ ਕੋਰਟ ਸਿਸਟਮ ਵੀ ਚੱਲਦਾ ਆ, ਇੱਥੇ ਲਾਇਰਸ ਵੀ ਹੈਗੇ ਆ। ਇਸ ਸਿਚੁਏਸ਼ਨ ਨੂੰ ਹਾਈਲਾਈਟ ਹੋਏ ਕੈਨੇਡਾ ਦੇ ਵਿੱਚ ਆਈ ਥਿੰਕ ਇਟਸ ਮੋਰ ਦੈਨ 2 ਵੀਕ। ਇੱਕ ਪ੍ਰੋਟੈਸਟ ਪਹਿਲਾਂ ਵੀ ਹੋ ਚੁੱਕੀ ਹੈ ਕਿਬੈਕ ਦੇ ਵਿੱਚ। ਸਾਡੇ ਨਾਲ ਕਈ ਹੋਰ ਐਸੋਸੀਏਸ਼ਨਸ ਆਣ ਕੇ ਜੁੜੇ ਆ, ਕਈ ਹੋਰ ਆਰਗੇਨਾਈਜੇਸ਼ਨਸ ਆਣ ਕੇ ਜੁੜੇ ਆ, ਬਟ ਹੁਣ ਤੱਕ ਅਸੀਂ ਕਿਸੇ ਲਾਇਰ ਨੂੰ ਨਹੀਂ ਦੇਖਿਆ ਜਿਹਨੇ ਆਪ ਸਟੈਪ ਫਾਰਵਰਡ ਕੀਤਾ ਹੋਵੇ ਕਿ ਅਸੀਂ ਤੁਹਾਡੇ ਨਾਲ ਆ, ਤੁਸੀਂ ਕਰੋ ਕੇਸ। ਅੱਛਾ ਇੱਕ ਗੱਲ ਦੱਸੋ ਤੁਸੀਂ, ਇੱਕ ਚੀਜ਼ ਹੋਰ ਦੱਸਿਓ ਕਿ ਇਹ ਜਿਹੜੇ ਕਾਲਜਸ ਸੀ ਇਹਨਾਂ ਦੇ ਵਿੱਚ ਸਿਰਫ ਇੰਟਰਨੈਸ਼ਨਲ ਸਟੂਡੈਂਟ ਹੀ ਸੀ, ਕੋਈ ਲੋਕਲ ਸਟੂਡੈਂਟ ਨਹੀਂ ਸੀਗੇ? ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ? ਨਹੀਂ ਇਹਨਾਂ ਕਾਲਜਸ ਦੇ ਵਿੱਚ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਹੀ ਸੀਗੇ ਬਿਕਾਜ਼ ਆਈ ਥਿੰਕ ਕਿਉਂਕਿ ਜਿਹੜਾ ਸਟੂਡੈਂਟ ਇੱਥੇ ਰਹਿੰਦਾ ਨਾ ਉਹਨੂੰ ਇੱਥੇ ਦੀ ਸਿਚੁਏਸ਼ਨ ਦਾ ਪਤਾ ਲੱਗ ਜਾਂਦਾ ਹੈ ਨਾ ਕਿ ਇੱਥੇ ਏਦਾਂ ਸਿਸਟਮ ਚੱਲਦਾ। ਜਦੋਂ ਕੋਈ ਇੱਕ ਬਹੁਤ ਡਿਫਰੈਂਟ ਕੰਟਰੀ ਦੇ ਵਿੱਚ ਰਹਿੰਦਾ ਹੈਗਾ ਉਸ ਨੂੰ ਇਸ ਚੀਜ਼ ਦੇ ਨਾਲ ਕੰਪੇਅਰ ਨਹੀਂ ਕਰ ਸਕਦਾ। ਉਹ ਜਿਹੜੇ ਵਿੱਚ ਏਜੰਟਸ ਹੁੰਦੇ ਆ ਜਾਂ ਕੁਛ ਹੁੰਦੇ ਆ ਉਹ ਆਪਣੀਆਂ ਗੱਲਾਂ ਦੇ ਨਾਲ ਅਗਲੇ ਬੰਦੇ ਨੂੰ ਇੰਨਾ ਜ਼ਿਆਦਾ ਉਹ ਕਰ ਦਿੰਦੇ ਆ ਕਿ ਉੱਥੇ ਤੁਹਾਨੂੰ ਇਹ ਵੀ ਮਿਲੇਗਾ, ਇਹ ਉਹ ਮਿਲੇਗਾ, ਬਟ ਦੇयर इज नथिंग over here. See, people and students, they trust the Canada by photos, but exactly the situation is entirely different right over here. ਅੱਛਾ ਇੱਕ ਹੋਰ ਗੱਲ ਦੱਸੋ ਤੁਸੀਂ, ਮੈਂ ਹਰਲੀਨ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਹੁਣ ਤੁਸੀਂ ਅੱਜ ਇਹ ਗੱਲਾਂ ਦੱਸ ਰਹੇ ਹੋ ਕਿ 2-2 ਕਮਰਿਆਂ ਦੇ ਉੱਥੇ ਕਾਲਜ ਨੇ, ਕੋਈ ਉੱਥੇ ਇਨਫਰਾਸਟ੍ਰਕਚਰ ਨਹੀਂ ਹੈ, ਸਟਿਲ ਤੁਸੀਂ 1.5 ਸਾਲ ਹੋ ਗਿਆ ਤੁਹਾਨੂੰ ਉੱਥੇ ਪੜ੍ਹਦਿਆਂ ਨੂੰ, ਤੁਸੀਂ ਕੋਈ ਗੱਲਬਾਤ ਉਦੋਂ ਕੋਈ ਧੂ ਨਹੀਂ ਕੱਢੀ ਕਿ ਵੀ ਇਸ ਤਰ੍ਹਾਂ ਦੇ ਕਾਲਜ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ? ਜਦਕਿ ਤੁਸੀਂ ਇੰਡੀਆ ਦੇ ਵਿੱਚ ਵੀ ਕਾਲਜਸ ਦੇਖੇ ਹੋਣਗੇ ਕਿ ਉੱਥੇ ਕਿਹੋ ਜਿਹੇ ਕਾਲਜਸ ਹੁੰਦੇ ਆ, 2-2 ਕਮਰਿਆਂ ਦੇ ਕਾਲਜ ਬਿਨਾਂ ਕਿਸੇ ਇਨਫਰਾਸਟ੍ਰਕਚਰ ਦੇ। ਤੇ ਇਹ ਗੱਲਾਂ ਤਾਂ ਪਹਿਲਾਂ ਹੀ ਸ਼ੱਕ ਦੇ ਦਾਇਰੇ ਦੇ ਵਿੱਚ ਆ ਜਾਣੀਆਂ ਚਾਹੀਦੀਆਂ ਸੀ।
ਹਾਂਜੀ, I like your question and I will definitely answer on this. ਦੇਖੋ, ਜਦੋਂ ਆਪਾਂ ਇੱਥੇ ਆਏ ਆ, ਆਪਾਂ ਸਟੂਡੈਂਟ ਆਪਸ ਦੇ ਵਿੱਚ ਗੱਲ ਕਰਦੇ ਸੀ, ਬਟ ਸਾਨੂੰ ਕਿਸੇ ਦੀ ਸਪੋਰਟ ਚਾਹੀਦੀ, ਬਿਕਾਜ਼ ਸਾਡੇ ਕੋਲ ਪਰਮਾਨੈਂਟ ਰੈਜ਼ੀਡੈਂਸੀ ਹੈ ਨਹੀਂ। ਸਾਨੂੰ ਕੀ ਪਤਾ ਕਿ ਅਸੀਂ ਕੋਈ ਵੀ ਆਵਾਜ਼ ਉਠਾਈ, ਇਹਨਾਂ ਨੇ ਕਹਿ ਦੇਣਾ ਕਿ ਬੱਚੇ ਸਾਡੇ ਨਾਲ ਹਰੈਸਮੈਂਟ ਕਰ ਰਹੇ ਆ, ਇਹਨਾਂ ਨੂੰ ਸਸਪੈਂਡ ਕੀਤਾ ਜਾਵੇ। ਬੱਚਿਆਂ ਦੇ ਕੋਲ ਇੱਕ ਬੈਕਅਪ ਤੇ ਇੱਕ ਕਹਿ ਲੈਂਦੇ ਹੁੰਦੇ ਮੋਢਾ ਹੋਣਾ ਬਹੁਤ ਜ਼ਰੂਰੀ ਆ, ਤੇ ਉਹ ਉਹੀ ਦੇ ਸਕਦਾ ਜੋ ਇੱਥੇ ਪਰਮਾਨੈਂਟ ਰੈਜ਼ੀਡੈਂਸ ਹੈਗਾ, ਜਿਹਨੂੰ ਇੰਨੇ ਸਾਲ ਹੋ ਗਏ, ਜਿਹਨੂੰ ਥੋੜਾ ਬਹੁਤਾ ਲਾਅ ਦਾ ਵੀ ਪਤਾ, ਥੋੜਾ ਬਹੁਤਾ ਫਾਈਨੈਂਸ਼ੀਅਲੀ ਵੀ ਪਤਾ, ਹਨਾ। ਉਹੀ ਹੁਣ ਸਟੂਡੈਂਟ ਤੇ ਆਪਣੀ ਸਿਚੁਏਸ਼ਨ ਦੇ ਵਿੱਚ ਆਲਰੇਡੀ ਇੰਨਾ ਕੁ ਜ਼ਿਆਦਾ ਇਨਵੋਲਵ ਹੋ ਗਿਆ ਕਿ ਉਹਨੂੰ ਫੀਸ ਵੀ ਕੱਢਣੀ ਪੈ ਰਹੀ ਹੈ, ਸਾਰਾ ਕੁਝ ਹੋ ਰਿਹਾ, ਉਹ ਕਿੱਥੇ ਅੱਗੇ ਸਟੈਪ ਫਾਰਵਰਡ ਕਰੂਗਾ, ਹਨਾ। ਕਿਉਂਕਿ ਇਹਨਾਂ ਕਾਲਜਸ ਦੇ ਵਿੱਚ ਜਿੱਥੇ ਬੱਚਾ ਕੋਈ ਬੋਲਦਾ, ਉਹਨੂੰ ਪਹਿਲਾ ਕੁਐਸਚਨ ਇਹ ਪੁੱਛਿਆ ਜਾਂਦਾ ਕਿ ਤੁਸੀਂ ਸਾਨੂੰ ਹਰਾਸ ਕਰ ਰਹੇ ਹੋ। ਵਾਟ ਅਬਾਊਟ ਸਟੂਡੈਂਟਸ? ਉਹ ਤੁਹਾਡੇ ਨਾਲੋਂ ਵੱਧ ਜ਼ਿਆਦਾ ਹਰਾਸ ਹੋ ਰਹੇ ਆ। ਸੋ ਤੁਹਾਡੇ ਚੁੱਪ ਰਹਿਣ ਦੀ ਇੱਕ ਵਜ੍ਹਾ ਇਹ ਵੀ ਸੀ ਕਿ ਆਮ ਕਰਕੇ ਇਹ ਮੁੱਦਾ ਉਠਾ ਲਿਆ ਜਾਂਦਾ ਕਿ ਇੰਟਰਨੈਸ਼ਨਲ ਸਟੂਡੈਂਟਸ ਆ ਕੇ ਹੱਲਾ ਗੁੱਲਾ ਕਰਦੇ ਆ, ਰੌਲਾ ਪਾਉਂਦੇ ਆ, ਇਸ ਵਜ੍ਹਾ ਕਰਕੇ ਵੀ ਚੁੱਪ ਰਹੇ ਤੁਸੀਂ? ਹਾਂਜੀ, ਕਾਫੀ ਸਾਰੇ ਫੈਕਟਰਸ ਹੈਗੇ ਆ। ਫਾਈਨੈਂਸ਼ੀਅਲੀ ਵੀ ਬੱਚਾ ਚੁੱਪ ਹੁੰਦਾ ਕਿ ਉਹਦੇ ਕੋਲ ਇੰਨੀ ਫੀਸ ਨਹੀਂ ਹੁੰਦੀ ਜਾਂ ਇੰਨੇ ਪੈਸੇ ਨਹੀਂ ਹੁੰਦੇ ਨਾ ਕਿ ਉਹ ਆਪਣੇ ਲਈ ਫਾਈਟ ਕਰ ਸਕੇ, ਅੰਟਿਲ ਐਂਡ ਅਨਲੈਸ ਉਹਨੂੰ ਇੱਕ ਸਟੇਬਲ ਜਿਹੜਾ ਕਹਿੰਦੇ ਹੁੰਦੇ ਆ ਕਿ ਇੱਥੇ ਸਪੋਰਟ ਨਾ ਮਿਲ ਜਾਵੇ। ਤੇ ਹੋਰ ਵੀ ਕੀ ਫੈਕਟਰਸ ਹੋ ਸਕਦੇ ਆ। ਬੱਚੇ ਸਟੱਡੀਜ਼ ਦੇ ਵਿੱਚ ਇੰਨਾ ਜ਼ਿਆਦਾ ਇਹਨਾਂ ਨੂੰ ਇਨਵੋਲਵ ਜਾਂ ਇੰਡਲਜ ਕਰ ਲੈਂਦੇ ਆ। ਅਸੀਂ ਇੰਡੀਆ ਤੋਂ ਜਦੋਂ ਅਸੀਂ ਆਉਂਦੇ ਆ ਨਾ, ਅਸੀਂ ਇੰਡੀਆ ਵਾਲਾ ਪੈਟਰਨ ਨਾਲ ਰੱਖਦੇ ਆ, ਇੱਕ ਟੀਚਰ ਦੇ ਨਾਲ ਇੱਕ ਪ੍ਰੋਪਰ ਬੌਂਡ ਜਾਂ ਸਾਰਾ ਕੁਝ, ਇੱਕ ਰਿਸਪੈਕਟ ਟੂਵਰਡਸ them, ਰਾਈਟ? ਤੇ ਸਾਨੂੰ ਇੱਥੇ ਆਣ ਕੇ ਉਹਨਾਂ ਵੱਲੋਂ ਤੇ ਕੁਝ ਵੀ ਨਹੀਂ ਮਿਲਦਾ ਹੈਗਾ ਇਨ ਰਿਟਰਨ। ਅੱਛਾ, ਹੁਣ ਇਹ ਗੱਲ ਦੱਸੋ ਕਿ ਇਸ ਵੇਲੇ ਉਹ ਸਟੂਡੈਂਟਸ ਜਿਨ੍ਹਾਂ ਦਾ ਹੁਣ ਸਟੂਡੈਂਟ ਸਟੇਟਸ ਹੈ ਹੀ ਨਹੀਂ, ਜਦੋਂ ਉਹਨਾਂ ਦਾ ਕੋਈ ਕਾਲਜ ਹੀ ਹੈ ਨਹੀਂ, ਜਦੋਂ ਉਹ ਪੜ੍ਹਨ ਹੀ ਨਹੀਂ ਜਾ ਰਹੇ, ਨਾ ਉਹ ਆਨਲਾਈਨ ਪੜ੍ਹ ਰਹੇ ਹੈ, ਜਿਵੇਂ ਤੁਸੀਂ ਹੈਗੇ ਹੋ, ਉਹਨਾਂ ਨੂੰ ਕੰਮ ਕਰਨ ਦੀ ਦਿੱਕਤ ਨਹੀਂ ਆ ਰਹੀ? ਕੋਈ ਕੰਮ ਮਿਲੀ ਜਾ ਰਿਹਾ ਆਸਾਨੀ ਦੇ ਨਾਲ? ਡੈਫੀਨੇਟਲੀ, ਕਿਉਂਕਿ ਉਹਨਾਂ ਦਾ ਸਟੇਟਸ ਹੀ ਇਲੀਗਲ ਹੋ ਗਿਆ ਆ। ਉਹ ਕਿੱਥੇ ਕੰਮ ਕਰਨ ਜਾ ਕੇ? ਕਿਤੇ ਨਾ ਕਿਤੇ ਇੱਥੇ ਤੁਹਾਡੇ ਡਾਕੂਮੈਂਟਸ ਸਾਰਾ ਕੁਝ ਬਹੁਤ ਪ੍ਰੋਪਰ ਹੋਣਾ ਚਾਹੀਦਾ। ਇਫ ਯੂ ਆਰ ਥਿੰਕਿੰਗ ਟੂ ਲਿਵ ਓਵਰ ਹੇਅਰ ਫॉर ਅ ਲੌਂਗ ਰਨ, ਯੂ ਨੋ, ਤੁਹਾਡੀ ਡਾਕੂਮੈਂਟੇਸ਼ਨ ਸਾਰਾ ਕੁਝ ਬਹੁਤ ਜ਼ਿਆਦਾ ਪ੍ਰੋਪਰ ਹੋਣਾ ਚਾਹੀਦਾ। ਬੱਚਿਆਂ ਦਾ ਤਾਂ ਸਟੇਟਸ ਹੀ ਇਲੀਗਲ ਹੋ ਗਿਆ, ਉਹ ਕੰਮ ਕਿੱਥੋਂ ਕਰਨ? ਇਸੇ ਕਰਕੇ ਤੇ ਰਾਈਟ ਨਾਓ ਜਿਹੜੀਆਂ ਬੱਚਿਆਂ ਦੀਆਂ ਗੱਲਾਂ ਬਾਹਰ ਆ ਰਹੀਆਂ ਨਾ, ਇਹ ਸਿਰਫ ਉਹਨਾਂ ਦੇ ਵਿਊਜ਼ ਨਹੀਂ ਹੈਗੇ, ਇੱਕ ਫਰਸਟ੍ਰੇਸ਼ਨ ਬਾਹਰ ਆ ਰਹੀ ਹੈ ਸਟੂਡੈਂਟਸ ਦੀ ਕਿ ਉਹ ਇੰਨਾ ਕਿ ਜ਼ਿਆਦਾ ਫਰਸਟ੍ਰੇਟ ਹੋ ਗਏ ਉਹ ਚੀਜ਼ਾਂ ਦੇ ਉੱਪਰ, ਤੇ ਸਪੋਰਟ ਹਲੇ ਤੱਕ ਕਿਤੇ ਵੀ ਨਹੀਂ ਮਿਲਦੀ। ਅਸੀਂ ਅੱਜ ਇੱਥੇ ਬੈਠੇ ਸੀਗੇ ਕਿ ਅਸੀਂ MP ਦੇ ਨਾਲ ਗੱਲ ਕਰਦੇ ਆ ਜਾਂ ਕੁਝ ਵੀ ਇਦਾਂ, ਇੱਕ ਸਪੋਰਟ ਵਾਸਤੇ, ਇੱਕ ਹੌਸਲੇ ਵਾਸਤੇ, ਬਟ ਆਈ ਥਿੰਕ ਹਿਸ ਵਰਡਸ ਦੇ ਹੈਵ ਲਾਈਕ ਯੂ ਨੋ ਵੀ ਆਰ ਨਾਟ ਦੈਟ ਕੌਨਫੀਡੈਂਟ ਨਾਓ। ਸੋ ਤੁਹਾਨੂੰ ਲੱਗਦਾ ਕਿ ਵੀ ਉਹ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਗਏ ਆ? ਤੁਹਾਨੂੰ ਇਹ ਲੱਗ ਰਿਹਾ? ਡੈਫੀਨੇਟਲੀ ਸਾਨੂੰ ਇਹੀ ਲੱਗਦਾ। ਈਵਨ ਦੋ ਕਹਿ ਰਹੇ ਆ ਕਿ ਇਹ ਕੰਮ ਸਾਰਾ ਇਹ ਪ੍ਰੋਵਿੰਸ ਦੇ ਦਾਇਰੇ ਦੇ ਵਿੱਚ ਆਉਂਦਾ, ਅਸੀਂ ਫੈਡਰਲ ਗਵਰਨਮੈਂਟ ਆ ਜਿਹੜੀ ਉਹ ਕਨਸਟੀਟਿਊਸ਼ਨਲੀ ਅਸੀਂ ਇੰਨਾ ਹੀ ਕਰ ਸਕਦੇ ਹਾਂ। ਜਾਂ ਉਹ ਆਪਣੀ ਸਟੇਟਮੈਂਟ ਦੇ ਕੇ ਗਏ। ਵੀ ਡੋਂਟ ਨੋ ਕਿ ਗਵਰਨਮੈਂਟ ਕਿੱਦਾਂ ਰਨ ਹੁੰਦੀ ਹੈ, ਕੀ ਇਹਨਾਂ ਦਾ ਸਿਸਟਮ ਅੰਦਰਲਾ ਸਿਸਟਮ ਕੀ ਹੈ, ਸਾਨੂੰ ਉਸ ਚੀਜ਼ ਬਾਰੇ ਨੌਲੇਜ ਨਹੀਂ ਹੈਗੀ। ਬਟ ਰਾਈਟ ਨਾਓ ਇੱਕ ਹਿਊਮੈਨਿਟੀ ਦੇ ਨਾਂ ਤੇ ਕੰਸਰਨ ਤੇ ਸਟੂਡੈਂਟਸ ਦਾ ਹੈ ਨਾ, ਤੇ ਗੱਲ ਜੇ ਤੇ ਸਿਰਫ ਕੈਨੇਡੀਅਨ ਸਟੂਡੈਂਟਸ ਦੀ ਹੋਵੇ ਫਿਰ ਤੇ ਇੱਥੇ ਫਿਰ ਵੀ ਅਸੀਂ ਗਵਰਨਮੈਂਟ ਦੇ ਨਾਲ ਕਿਤੇ ਨਾ ਕਿਤੇ ਦੇਖ ਸਕਦੇ ਹਾਂ। ਵਾਟ ਅਬਾਊਟ ਦੋ ਸਟੂਡੈਂਟ ਜਿਹੜੇ ਇੰਡੀਆ ਦੇ ਵਿੱਚ ਸਟਰਗਲ ਕਰ ਰਹੇ ਆ ਹਲੇ ਤੱਕ, ਉਹਨਾਂ ਨੂੰ ਇੰਡੀਆ ਤੱਕ ਉਹ ਕਿੱਦਾਂ ਇੱਥੇ ਦੇ ਸਟੂਡੈਂਟ ਇੱਥੇ ਦੀ ਗਵਰਨਮੈਂਟ ਨਾਲ ਨਹੀਂ ਅਪਰੋਚ ਕਰ ਪਾ ਰਹੇ, ਤਾਂ ਇੰਡੀਆ ਦੇ ਸਟੂਡੈਂਟਸ ਇੱਥੇ ਦੀ ਗਵਰਨਮੈਂਟ ਨਾਲ ਕਦੋਂ ਅਪਰੋਚ ਕਰਨਗੇ? ਨਾ ਕਿੰਨਾ ਜ਼ਿਆਦਾ ਟਾਈਮ ਲੱਗੂਗਾ ਉਹਨਾਂ ਨੂੰ ਇਸ ਚੀਜ਼ ਨੂੰ ਅੱਗੇ ਲੈ ਕੇ ਆਉਣ ਦਾ। ਤੇ ਇਸ ਕਰਕੇ ਆਈ ਥਿੰਕ ਅਸੀਂ ਇਸ ਰੇਡੀਓ ਦੇ ਥਰੂ ਵੀ, ਤੁਹਾਡੇ ਚੈਨਲ ਦੇ ਥਰੂ ਵੀ ਵਾਂਟ ਟੂ ਸਪਰੈਡ ਅ ਵਰਡ। ਜਿੰਨੇ ਵੀ ਇੱਥੇ ਕਮਿਊਨਿਟੀਜ਼ ਹੈਗੀਆਂ ਆ, ਆਰਗੇਨਾਈਜੇਸ਼ਨਸ ਹੈਗੀਆਂ ਆ, ਸਾਡੇ ਨਾਲ ਯੂ ਨੋ ਇੱਕ ਕੋਲੈਬੋਰੇਟ ਕਰਨ, ਸਾਨੂੰ ਹੌਸਲਾ ਦੇਣ, ਹਨਾ। ਕਿਉਂਕਿ ਜਿਹਦੇ ਨਾਲ ਬੀਤੀ ਆ ਉਹ ਜ਼ਿਆਦਾ ਕੋਰਿਲੇਟ ਕਰ ਸਕਦਾ ਕਿ ਉਸ ਟਾਈਮ ਉਹਦੇ ਤੇ ਕੀ ਯੂ ਨੋ ਉਹਨੂੰ ਕੀ ਫੀਲ ਹੋ ਰਿਹਾ ਆ। ਸੋ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਸਾਰੇ ਜਾਣੇ ਸਾਡੇ ਨਾਲ ਆਣ ਕੇ ਖੜਨ ਤੇ ਅਸੀਂ ਜੋ ਸਾਡੀਆਂ ਡਿਮਾਂਡਸ ਹੈਗੀਆਂ ਆ ਉਹਨਾਂ ਦੇ ਉੱਪਰ ਸਾਨੂੰ ਕੋਈ ਪੋਜ਼ਿਟਿਵ ਐਕਸ਼ਨ ਮਿਲੇ ਜਲਦੀ ਤੋਂ ਜਲਦੀ। ਅੱਛਾ, ਕਈ ਸੰਸਥਾਵਾਂ ਨੇ ਇੱਥੇ ਕੰਮ ਕਰ ਰਹੀਆਂ ਨੇ ਜਿਹੜੇ ਸਟੂਡੈਂਟ ਆਰਗੇਨਾਈਜੇਸ਼ਨਸ ਹੀ ਬਣੀਆਂ ਹੋਈਆਂ, ਕੋਈ ਉਹ ਤੁਹਾਨੂੰ ਸਪੋਰਟ ਕਰ ਰਹੇ ਆ ਤੁਹਾਡੇ ਲਈ? ਕੋਈ ਉਹਨਾਂ ਨੇ ਕਿਹਾ ਕਿ ਵੀ ਹਾਂ ਅਸੀਂ ਵੀ ਤੁਹਾਡੇ ਨਾਲ ਖੜਦੇ ਹਾਂ ਤਾਂ ਕਿ ਤੁਹਾਡੀ ਯੂਨਿਟੀ ਜਿਹੜੀ ਹੈ ਉਹ ਹੋਰ ਸਟਰੋਂਗ ਹੋ ਸਕੇ? ਹਾਂਜੀ, ਸਾਨੂੰ ਆਰਗੇਨਾਈਜੇਸ਼ਨਸ ਦੇ ਵੱਲੋਂ ਤੇ ਕਾਫੀ ਸਪੋਰਟ ਮਿਲ ਰਹੀ ਆ। ਸਾਨੂੰ ਯੂ ਨੋ ਫੰਡਿੰਗ ਦਾ ਕਿਵੇਂ ਕਰਨਾ ਆ ਜਾਂ ਸਾਰਾ ਕੁਝ ਨਾ, ਉਹਨਾਂ ਦੇ ਲਈ ਕਾਫੀ ਸਾਨੂੰ ਟਿਪਸ ਵੀ ਮਿਲ ਰਹੇ ਆ, ਰਾਈਟ? ਸੋ ਕਾਫੀ ਕੁਝ ਉਹਨਾਂ ਦੇ ਇਨਫੋਰਮੇਸ਼ਨ ਸਾਨੂੰ ਮਿਲ ਰਹੀ ਆ। ਬਰੈਂਪਟਨ ਤੋਂ ਹੈਗੀ ਆਰਗੇਨਾਈਜੇਸ਼ਨ, ਉਹ ਸਾਡੇ ਨਾਲ ਵਰਕ ਕਰ ਰਹੇ ਆ, ਸਾਡੇ ਨਾਲ ਪ੍ਰੋਟੈਸਟ ਦੇ ਵਿੱਚ ਵੀ ਸੀਗੇ ਰਾਈਟ ਨਾਓ, ਤੇ ਹੋਪਫੁਲੀ ਅੱਗੇ ਤੱਕ ਵੀ ਉਹ ਸਾਡੇ ਨਾਲ ਹੀ ਰਹਿਣਗੇ, ਸਾਡੇ ਨਾਲ ਕੋਲੈਬੋਰੇਟ ਕਰਨਗੇ। BC ਤੋਂ ਵੀ ਕੋਈ ਗਰੁੱਪ ਜੁੜੇ ਨੇ? ਕੋਈ ਇੱਥੋਂ ਵੀ ਗਰੁੱਪ ਜੁੜੇ ਹੈਗੇ BC ਤੋਂ?
BC ਤੋਂ ਹਾਲੇ ਤੱਕ ਤੇ ਕੋਈ ਗਰੁੱਪ ਦੀ ਇਨਫੋਰਮੇਸ਼ਨ ਨਹੀਂ ਆਈ, ਬਟ ਇੰਡੀਵਿਜੂਅਲੀ ਕਈ ਲੋਕਾਂ ਦੇ ਸਾਨੂੰ ਵੀਡੀਓ ਕਾਲਸ ਜਾਂ ਫਿਰ ਇਦਾਂ ਦੇ ਮੈਸੇजेस ਆਏ ਹੈਗੇ ਆ ਜਿਹੜੇ ਸਾਡੀ ਸਪੋਰਟ ਦੇ ਵਿੱਚ ਹੈਗੇ ਆ। ਸੋ ਹਾਂਜੀ, ਸੋ ਆਲ ਓਵਰ ਕੈਨੇਡਾ ਸਾਨੂੰ ਇਹੋ ਜਿਹੇ ਮੈਸੇजेस ਜਾਂ ਫਿਰ ਇਹੋ ਜਿਹੇ ਵੀਡੀਓਜ਼ ਆ ਰਹੇ ਆ ਜਿਹੜੇ ਸਟੂਡੈਂਟਸ ਦੀ ਸਪੋਰਟ ਦੇ ਵਿੱਚ ਹੈਗੇ ਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਰਲੀਨ, ਸਮਾਂ ਕੱਢਣ ਲਈ। ਅਸੀਂ ਉਮੀਦ Thank you. ਕਰਦੇ ਹਾਂ ਕਿ ਕੋਈ ਨਾ ਕੋਈ ਜਿਹੜੀ ਤੁਹਾਡੀ ਇਹ ਹੱਲ ਜ਼ਰੂਰ ਨਿਕਲਣਾ ਚਾਹੀਦਾ ਸਮੱਸਿਆ ਦਾ। ਆਉਂਦੇ ਦਿਨਾਂ ਦੇ ਵਿੱਚ ਕੋਈ ਡਿਵੈਲਪਮੈਂਟ ਹੁੰਦੀ ਆ, ਤੁਸੀਂ ਉਹਦੇ ਬਾਰੇ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ। ਸ਼ੇਰੇ ਪੰਜਾਬ ਰੇਡੀਓ 600 AM ਦਾ ਫਰੰਟ ਤੁਹਾਡੇ ਲਈ ਖੁੱਲ੍ਹਾ ਹੈ, ਜਿਹੜੀ ਵੀ ਤੁਸੀਂ ਗੱਲ ਕਰਨੀ ਹੋਵੇ। ਅਤੇ ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਇਸ਼ੂ ਹੈ ਇਹ ਇੱਕ ਗੰਭੀਰ ਇਸ਼ੂ ਹੈ। ਸਾਡੀ ਕਮਿਊਨਿਟੀ ਦਾ ਮੈਂ ਖਾਸ ਕਰਕੇ ਇਸ ਲਈ ਕਹਿ ਰਹੀ ਹਾਂ ਕਿਉਂਕਿ ਵੱਡੀ ਗਿਣਤੀ, ਜਿਵੇਂ ਤੁਸੀਂ ਦੱਸਿਆ, ਉੱਥੇ ਪੰਜਾਬੀ ਸਟੂਡੈਂਟ ਹੀ ਫਸੇ ਹੋਏ ਆ। ਈਵਨ ਪੰਜਾਬ ਦੇ ਵਿੱਚ ਵੀ ਜਿਹੜੇ ਬੈਠੇ ਆ ਉਹਨਾਂ ਬਾਰੇ ਵੀ ਚਿੰਤਾ ਹੈ। ਅੱਜ ਤੁਸੀਂ ਇਹ ਸਾਰੀ ਆਪਣੇ ਵੱਲੋਂ ਦਿਲ ਖੋਲ੍ਹ ਕੇ ਗੱਲ ਕੀਤੀ ਹੈ। ਅਸੀਂ ਆਪਣੇ ਵੱਲੋਂ ਟਰਾਈ ਕਰਾਂਗੇ ਕਿ ਜਿਹੜੇ ਅੰਡਰਲਾਈਂਗ ਇਸ਼ੂਜ਼ ਨੇ ਜਿਨ੍ਹਾਂ ਨੂੰ ਇਨਵੈਸਟੀਗੇਟ ਕੀਤੇ ਜਾਣ ਦੀ ਜ਼ਰੂਰਤ ਹੈ। ਬੇਸ਼ੱਕ ਅਸੀਂ ਕੋਈ ਇਨਵੈਸਟੀਗੇਟਿਵ ਏਜੰਸੀ ਨਹੀਂ ਆ, ਪਰ ਜਿਵੇਂ ਕਹਿੰਦੇ ਕਿ ਡੈਮੋਕ੍ਰੇਸੀ ਦਾ ਚੌਥਾ ਥੰਮ ਤਾਂ ਜ਼ਰੂਰ ਹੁੰਦਾ ਮੀਡੀਆ। ਆਪਣੇ ਵੱਲੋਂ ਜਿੰਨੀ ਕੋਸ਼ਿਸ਼ ਹੋਏਗੀ ਅਸੀਂ ਜ਼ਰੂਰ ਕਰਦੇ ਰਹਾਂਗੇ। ਜਿਸ ਵੀ ਲੈਵਲ ਤੱਕ ਪਹੁੰਚ ਕਰਨ ਦੀ ਜ਼ਰੂਰਤ ਹੋਏਗੀ ਆਪਣੇ ਵੱਲੋਂ ਇਹ ਜਿਹੜਾ ਇਸ਼ੂ ਹੈ ਉਹਨੂੰ ਰਿਜ਼ੋਲਵ ਕਰਨ ਦੀ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕਰਾਂਗੇ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਥੈਂਕਸ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕਈ ਲਿਸਨਰਸ ਨੇ ਜਿਹੜੇ ਗੱਲ ਕਰਨਾ ਚਾਹੁੰਦੇ ਆ। ਮੇਰੇ ਕੋਲ ਸਮਾਂ ਤਾਂ ਮੈਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਜਿਸ ਢੰਗ ਨਾਲ ਇਹ ਇਸ਼ੂ ਸਾਹਮਣੇ ਆਇਆ ਮੈਨੂੰ ਨਹੀਂ ਲੱਗਦਾ ਕਿ ਵੀ ਇੱਕ ਸ਼ੋਅ ਦੇ ਨਾਲ ਇਹ ਗੱਲ ਖਤਮ ਹੋ ਜਾਣੀ ਆ। ਜਿੰਨੇ ਸਟੂਡੈਂਟਸ ਨੇ ਉਹਨਾਂ ਸਾਰੇ ਸਟੂਡੈਂਟਸ ਦੀਆਂ ਕਹਾਣੀਆਂ ਆਪਣੇ ਆਪਣੇ ਹਿਸਾਬ ਦੇ ਨਾਲ ਵੱਖਰੀਆਂ ਹੋ ਸਕਦੀਆਂ ਨੇ, ਪਰ ਕੁਝ ਸਾਡੇ ਸੁਣਨ ਵਾਲੇ ਆਪਣੇ ਵੱਲੋਂ ਕੋਈ ਨਾ ਕੋਈ ਟਿੱਪਣੀ ਕਰਨਾ ਚਾਹੁੰਦੇ ਸਨ। ਮੈਂ ਮਾफ़ੀ ਚਾਹੁੰਦੀ ਹਾਂ ਕਿ ਮੇਰੇ ਕੋਲ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਇਸ ਕਰਕੇ ਉਹ ਹੋਰ ਕਾਲਸ ਮੈਂ ਲੈ ਨਹੀਂ ਸਕਣੀਆਂ। ਤੁਹਾਡਾ ਸਾਰਿਆਂ ਦਾ ਅੱਜ ਦਾ ਇਹ ਪ੍ਰੋਗਰਾਮ ਸੁਣਨ ਦੇ ਲਈ ਧੰਨਵਾਦ। ਕੋਈ ਫੀਡਬੈਕ ਦੇਣੀ ਹੈ ਜਾਂ ਕੋਈ ਇਸ ਇਸ਼ੂ ਦੇ ਉੱਤੇ ਤੁਸੀਂ ਹੋਰ ਇਨਪੁਟ ਦੇਣਾ ਚਾਹੁੰਦੇ ਹੋ, ਚਾਹੇ ਤੁਸੀਂ ਸਟੂਡੈਂਟ ਹੋ ਜਾਂ ਤੁਸੀਂ ਪੇਰੈਂਟ ਹੈਗੇ ਹੋ ਜਾਂ ਸਟੂਡੈਂਟਸ ਦੇ ਸਪੋਰਟਰ ਹੈਗੇ ਹੋ, ਹਮਦਰਦ ਹੈਗੇ ਹੋ, ਮੈਨੂੰ ਈਮੇਲ ਕਰ ਸਕਦੇ ਹੋ navjot@sherepunjabradio.ca 'ਤੇ।